वो स्क्रीन चला दियो। हाँ जी, सत श्री अकाल जी सारिਆਂ ਨੂੰ। फेसबुक देख रहे सारे सज्जणों ਨੂੰ। ਤੇ ਅਸੀਂ ਅੱਜ ਫਿਰ ਸੈਸ਼ਨ ਨੰਬਰ 3 ਲੈ ਕੇ ਆਏ ਹਾਂ ਜੀ ਕਿਸਾਨ ਅੰਦੋਲਨ ਦੇ ਉੱਤੇ। ਇਸ ਸੈਸ਼ਨ ਦੇ ਵਿੱਚ ਅਸੀਂ ਜੋ ਵੀ ਕਿਸਾਨ ਅੰਦੋਲਨ ਵਿੱਚ ਜੋ ਅੱਜ ਉੱਥੇ ਆਪਣੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ, ਦਿੱਲੀ ਦੇ ਵਿੱਚ ਕਿਸਾਨ ਪਹੁੰਚੇ ਆਪਣੇ ਵੀਰ, ਉਸ ਦੇ ਬਾਰੇ 'ਚ ਅਸੀਂ ਇੱਕ ਫੇਸਬੁੱਕ ਚਰਚਾ ਟੌਪਿਕ ਕਿਸਾਨ ਅੰਦੋਲਨ ਰੱਖਿਆ। ਤੀਸਰਾ ਸੈਸ਼ਨ ਆ ਸਾਡਾ ਅੱਜ। ਤੇ ਕੱਲ ਸਾਡੇ ਨਾਲ ਜੁੜੇ ਹੋਏ ਸੀ ਇਕਵਿੰਦਰ ਗਿੱਲ ਜੀ, ਅਮਰਦੀਪ ਬਰਾੜ ਤੇ ਆਪਣੇ ਦਰਸ਼ਨ ਸਿੰਘ ਜੀ। ਤੇ ਅੱਜ ਆਪਣੇ ਨਾਲ ਜੁੜੇ ਹੋਏ ਆ ਜੀ ਕੈਨੇਡਾ ਤੋਂ ਡਾਕਟਰ ਗਰੇਵਾਲ ਸਾਹਿਬ ਤੇ ਬਲਜਿੰਦਰ ਰੂਬੀ ਜੀ, ਤੇ ਆਪਣੇ ਅਮਰੀਕਾ ਤੋਂ ਬਾਲ ਬਹਾਦਰ ਜੀ ਤੇ ਅਜੀਤ ਭੱਠਲ ਜੀ। ਅੱਜ ਅਸੀਂ ਇਸੇ ਟੌਪਿਕ ਦੇ ਉੱਤੇ ਜਿਹੜੇ NRI ਵੀਰ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਜਾਂ ਕਿਸ ਤਰ੍ਹਾਂ ਕਰ ਰਹੇ ਆ, ਉੱਤੇ ਅਸੀਂ ਇੱਕ ਚਰਚਾ ਕਰਾਂਗੇ। ਦੂਸਰਾ ਆਪਣਾ ਜੋ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਤੇ ਆਪਣੀ ਚਰਚਾ ਹੋਗੀ। ਮੈਂ ਤੁਹਾਨੂੰ ਥੋੜਾ ਜਿਹਾ ਇੰਟਰੋਡਿਊਸ ਕਰਾ ਦਿਆਂ। ਆਪਣੇ ਕੈਨੇਡਾ ਤੋਂ ਸਾਡੇ ਨੇ ਡਾਕਟਰ ਗਰੇਵਾਲ ਸਾਹਿਬ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਹਾਂਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਕੈਨੇਡਾ ਤੋਂ ਨੇ ਬਲਜਿੰਦਰ ਰੂਬੀ ਜੀ। ਸਤਿ ਸ੍ਰੀ ਅਕਾਲ ਬਲਜਿੰਦਰ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਹਾਂਜੀ, ਤੇ ਆਪਣੇ ਅਮਰੀਕਾ ਤੋਂ ਨੇ ਅਜੀਤ ਭੱਠਲ ਜੀ ਬੇਕਰਫੀਲਡ ਤੋਂ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜੁਆਇਨ ਜਿਨ੍ਹਾਂ ਨੇ ਫੇਸਬੁੱਕ ਤੇ ਸਾਡੇ ਨਾਲ ਲਾਈਵ ਕੀਤਾ ਹੋਇਆ, ਸਾਰਿਆਂ ਨੂੰ ਥੈਂਕ ਯੂ ਵੈਰੀ ਮਚ ਐਂਡ ਸਤਿ ਸ੍ਰੀ ਅਕਾਲ। ਤੇ ਆਪਣੇ ਨਾਲ ਨੇ ਸਟਾਕਟਨ ਤੋਂ ਬਾਲ ਬਹਾਦਰ ਜੀ। ਬਾਲ ਬਹਾਦਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ, ਤੇ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਜੀ ਆਪਾਂ। ਤੇ ਜਿਹੜੀ ਆਪਣੀ ਇਹ ਚਰਚਾ ਹੈ ਜੀ, ਦੇਖੋ ਅੱਜ ਕਿਸਾਨ ਜੋ ਆ ਆਪਣੇ ਦਿੱਲੀ ਦੇ ਵਿੱਚ ਸੰਘਰਸ਼ ਕਰ ਰਿਹਾ ਪੂਰਾ ਕਿ ਜਿਹੜੇ ਕਾਨੂੰਨੀ ਬਿੱਲ ਬਣਾਏ ਗਏ ਆ ਇਹ ਕਿਸੇ ਤਰੀਕੇ ਦੇ ਨਾਲ ਕੈਂਸਲ ਹੋਣ। ਤੇ ਉਹਦੇ ਲਈ ਉਹਨਾਂ ਦੀ ਮੀਟਿੰਗ ਵੀ ਹੋਈ ਆ ਜਿਹੜੀ ਕਿ ਜ਼ਿਆਦਾ ਸਕਸੈਸਫੁਲ ਨਹੀਂ ਰਹੀ। ਪਰ ਇਹ ਸੰਘਰਸ਼ ਲੰਬਾ ਚੱਲਣਾ ਜੀ, ਤਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਜੀ ਇਸ ਚੀਜ਼ ਦਾ। ਤੇ ਆਪਣੇ NRI ਵੀਰ ਵੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਆ ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ। ਤੇ ਜਿੱਦਾਂ ਹੁਣ ਆਪਣਾ ਵੀ ਫਰਜ਼ ਸੀ, ਆਪਾਂ ਵੀ ਸਾਰੇ NRIs ਆ, ਸਾਡੀ ਆਵਾਜ਼ ਉੱਥੇ ਤੱਕ ਪਹੁੰਚੇ ਕਿ ਆਪਾਂ ਉਹ ਕਿਸਾਨ ਵੀਰਾਂ ਦੇ ਨਾਲ ਆ, ਉਹਨਾਂ ਦੇ ਨਾਲ ਖੜੇ ਆ। ਤੇ ਇਸ ਸੈਸ਼ਨ ਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਆ ਆਪਣੇ ਡਾਕਟਰ ਗਰੇਵਾਲ ਸਾਹਿਬ ਤੋਂ ਕਿ ਉਹ ਪਹਿਲਾਂ ਪੰਜਾਬ ਅੰਦੋਲਨ ਦੇ ਬਾਰੇ 'ਚ, ਜੋ ਪੰਜਾਬ ਦੇ ਵਿੱਚ ਦਿੱਲੀ ਵਿੱਚ ਇਸ ਵੇਲੇ ਅੰਦੋਲਨ ਚੱਲ ਰਿਹਾ, ਉਹਦੇ ਬਾਰੇ ਆਪਣਾ ਕੁਝ ਵਿਊ ਦੱਸਣ ਕਿ ਤੁਸੀਂ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਆ ਡਾਕਟਰ ਸਾਹਿਬ। ਅਮਰ ਜੀ, ਜਿਹੜਾ ਇਹ ਅੰਦੋਲਨ ਆ ਇਹ ਕਾਫੀ ਦੇਰ ਤੋਂ ਪੈਂਡਿੰਗ ਸੀਗਾ, ਕਿਉਂਕਿ ਜੋ ਵੀ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਆਪਣੇ ਇੰਡੀਆ ਦੇ ਵਿੱਚ ਕਿਸਾਨਾਂ ਦੀ ਜਿਹੜੀ ਮਤਲਬ ਦਿਨੋਂ ਦਿਨ ਜਿਹੜੀ ਘਟਦੀ ਜਿਹੜੀ ਸੀਗੀ ਇਨਕਮ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਰਵਾਈਵਲ ਉਹਨਾਂ ਦਾ, ਉਹਨੂੰ ਘਟਦਿਆਂ ਇਸ ਲੈਵਲ ਤੇ ਚਲੀ ਗਈ ਕਿ ਉਹ ਮਤਲਬ ਜਿਹੜੀਆਂ ਖੁਦਕਸ਼ੀਆਂ ਦਾ ਜਿਹੜਾ ਇਹਦਾ ਹਿੱਸਾ ਬਣ ਗਿਆ। ਮਤਲਬ ਕਿ ਅੱਜ ਤੋਂ 20 ਸਾਲ ਅਸੀਂ 25 ਸਾਲ ਪਹਿਲਾਂ ਆਏ ਸੀਗੇ ਇੰਡੀਆ ਤੋਂ ਇੱਥੇ ਕੈਨੇਡਾ ਦੇ ਵਿੱਚ, ਤੇ ਉਸ ਟਾਈਮ ਤੇ ਕੋਈ ਏਦਾਂ ਦਾ ਬਿਲਕੁਲ ਕਦੇ ਇੱਕ ਵੀ ਕਿਸਾਨ ਏਦਾਂ ਦਾ ਨਹੀਂ ਸੁਣੀਦਾ ਸੀਗਾ ਵੀ ਜੇ ਠੀਕ ਆ ਲੋਕਾਂ ਦੇ ਕਰਜ਼ੇ ਸੀ ਜਾਂ ਹੋਰ ਸੀ, ਲੇਕਿਨ ਏਡਾ ਮਤਲਬ ਲੈਵਲ ਥੱਲੇ ਨਹੀਂ ਸੀਗਾ ਕਿ ਕਿਸਾਨਾਂ ਨੂੰ, ਇੱਕ ਬੰਦੇ ਨੂੰ ਇਹੀ ਸੋਚਣਾ ਪੈ ਜੇ ਕਿ ਮੈਂ ਆਪਣੀ ਮਤਲਬ ਜ਼ਿੰਦਗੀ ਜਿਹੜੀ ਹੈਗੀ ਆ ਇੱਥੇ ਤਿਆਗਦਾ, ਤਾਂ ਕਿ ਕਿਉਂਕਿ ਉਹ ਇੰਨਾ ਬੇਵੱਸ ਹੋ ਜਾਂਦਾ ਕਿ ਉਹਨੂੰ ਉਹ ਕੋਈ ਹੋਰ ਹੱਲ ਹੀ ਨਹੀਂ ਲੱਭਦਾ। ਪਰ ਇਸ ਕਰਕੇ ਜਿਹੜੀ ਇਹ ਚੀਜ਼ ਆ ਇਹਦੇ 'ਚ ਇਹਦੇ ਕਈ ਕਾਰਨ ਨੇ। ਕੁਛ ਕੁ ਕਾਰਨ ਤਾਂ ਸਾਡੇ ਸਮਾਜਿਕ, ਚਲੋ ਸਾਡੇ ਅੱਜ ਕੱਲ ਮਹਿੰਗਾਈ ਵੱਧ ਗਈ ਆ, ਤੇ ਦੂਸਰੀ ਜਿਹੜੀ ਗੱਲ ਵੱਡੀ ਸੀਗੀ ਜਿਹੜੀਆਂ ਉਹ ਸੀਗੀਆਂ ਸਰਕਾਰ ਦੀਆਂ ਨੀਤੀਆਂ। ਉਹ ਭਾਵੇਂ ਜਦੋਂ ਦਾ ਹੀ ਤੁਸੀਂ ਦੇਖੋ ਕਿਤੇ ਵੀ ਕੰਟਰੀ ਦੇ ਵਿੱਚ ਜਿਹੜਾ ਜਿੰਨੇ ਲੋਕ ਛੋਟੇ ਬਿਜ਼ਨਸ ਨੇ, ਜਿਹੜੇ ਭਾਵੇਂ ਉਹ ਖੇਤੀ ਆ, ਉਹ ਵੀ ਬਿਜ਼ਨਸ ਹੀ ਆ, ਤੇ ਉਹਦੇ 'ਚ ਛੋਟੇ ਕਿਸਾਨ ਜਿਹੜੇ ਸੀ ਉਹ ਮਾਰ ਥੱਲੇ ਤਾਂ ਆ ਗਏ ਕਿਉਂਕਿ ਚੀਜ਼ਾਂ ਦੇ ਜਿਹੜੇ ਪ੍ਰਾਈਸ ਨੇ, ਤੁਹਾਡੇ ਕੋਲ ਮਸ਼ੀਨਰੀ ਐਕਸਪੈਂਸਿਵ ਹੋ ਗਈ, ਉਹ ਬੰਦਾ ਅਫੋਰਡ ਨਹੀਂ ਕਰਦਾ। ਤੁਸੀਂ ਦੇਖੋ ਕਿ ਡੀਜ਼ਲ ਦਾ ਰੇਟ ਕੀ ਆ, ਉਹਨਾਂ ਚੀਜ਼ਾਂ ਨੇ ਇੰਨਾ ਕਿਸਾਨੀ ਨੂੰ ਮਤਲਬ ਥੱਲੇ ਦੱਬਤਾ। ਪਰ ਫਿਰ ਵੀ ਧੰਨ ਨੇ ਉਹ ਜਿਹੜੇ ਇਸ ਚੀਜ਼ ਦੇ ਵਿੱਚ ਸਰਵਾਈਵ ਕਰ ਗਏ। ਤੇ ਫਿਰ ਵੀ ਉਹ ਆਪਣੇ ਇੰਡੀਆ ਦੇ ਲੈਵਲ ਤੇ ਦੇਖਿਆ ਜਾਵੇ ਤਾਂ ਕਿਸਾਨ ਫਿਰ ਵੀ ਪੰਜਾਬ ਦੇ ਬਹੁਤ ਤਕੜੇ, ਬਹੁਤ ਪ੍ਰੋਡਕਸ਼ਨ ਦਿੰਦੇ ਆ। ਮਤਲਬ ਕਿ ਜੇ ਦੇਖਿਆ ਜਾਵੇ ਪੰਜਾਬ ਦੀ, ਇਕੱਲੀ ਪੰਜਾਬ ਦੇ ਵਿੱਚ ਤਾਂ ਤਕਰੀਬਨ ਮੈਂ ਇਹ ਕਹੂੰਗਾ ਕਿ 40% ਜਿਹੜੀ ਹੈਗੀ ਆ ਉਹਨਾਂ ਦੀ ਪੰਜਾਬ ਦੀ GDP ਇਹਦੇ ਤੇ ਡਿਪੈਂਡ ਕਰਦੀ ਆ।
ਈਵਨ ਇੰਡੀਆ ਦੀ GDP ਜਿਹੜੀ ਆ ਟੋਟਲ, ਉਹ ਮਤਲਬ ਐਡਾ ਚੰਕ ਆ 17% ਜਿਹੜੀ GDP ਆ ਇਹ ਇੰਡੀਆ ਦੀ ਜਿਹੜੀ ਹੈਗੀ ਆ ਡਾਇਰੈਕਟ ਐਗਰੀਕਲਚਰ ਦੇ ਨਾਲ ਆ। ਜੇ ਇਹਨੂੰ ਆਪਾਂ ਓਵਰਆਲ ਲਾਈਏ ਜਿਹੜੀ GDP ਆਪਾਂ ਨੇ ਜਿਹੜੀ ਇਹਦੇ ਬਾਈ ਪ੍ਰੋਡਕਟ ਦੀ ਲਾ ਲਈਏ, ਕਿਉਂਕਿ ਸਾਰੇ ਰੈਸਟੋਰੈਂਟ ਸਾਰੀ ਜਿੰਨੀ ਫੂਡ ਚੇਨ ਹੈਗੀ ਆ ਉਹ ਇਹਦੇ ਨਾਲ ਰਿਲੇਟਡ ਆ। ਇਸ ਕਰਕੇ ਲੋਕਾਂ ਦਾ ਜਿਹੜਾ ਐਡਾ ਚੰਕ ਆ ਫੂਡ ਦਾ, ਉਹਦੇ ਵਾਸਤੇ ਬਿਲਕੁਲ ਉਹਨਾਂ ਨੇ ਧਿਆਨ ਨਹੀਂ ਦਿੱਤਾ। ਜਿੰਨੀਆਂ ਵੀ ਪਹਿਲਾਂ ਭਾਵੇਂ ਕਾਂਗਰਸ ਦੀ ਸਰਕਾਰ ਸੀਗੀ ਤੇ ਹੁਣ BJP ਵਾਲੀ ਜਿਹੜੀ ਸਰਕਾਰ ਆ, ਇਹਨਾਂ ਨੇ ਸਿਰਫ ਅਮੀਰਾਂ ਦਾ ਜਿਹੜਾ ਪੱਖ ਪੂਰਿਆ। ਜਦੋਂ ਤੁਸੀਂ ਪਾਲਿਸੀਆਂ ਇਦਾਂ ਦੀਆਂ ਘੜਨੀਆਂ ਸ਼ੁਰੂ ਕਰ ਦਿੰਦੇ ਹੋ ਕਿ ਇਹ ਮਤਲਬ ਜਿਹੜਾ ਇੱਕ ਬੰਦਾ ਹੈਗਾ ਜਿਹੜਾ ਕਰਿੰਦਾ ਵਾ, ਜਿਹਨੂੰ ਅਸੀਂ ਕੰਮ ਕਰਨ ਵਾਲਾ ਜਾਂ ਸਾਂਝੀ ਅਸੀਂ ਕਹਿ ਦਿੰਦੇ ਹਾਂ, ਜਾਂ ਜ਼ਿਮੀਂਦਾਰ ਆ, ਕਿਸਾਨ ਆ, ਉਹ ਘਰੇ ਬਹਿ ਕੇ ਕੰਮ ਕਰ ਰਿਹਾ, ਘਰੇ ਆਪਦੇ ਘਰ ਖੇਤੇ ਜਾਂਦਾ, ਡੇਲੀ ਉਹ ਜਾਂਦਾ। ਤੇ ਇੱਕ ਲੋਕ ਉਹ ਨੇ ਜਿਹੜੇ ਆਫਿਸ ਦੇ ਵਿੱਚ ਬਹਿ ਕੇ ਮਲਟੀਪਲ ਚੇਨ ਚਲਾ ਕੇ, ਜਿਵੇਂ ਕਿ ਇੱਥੇ ਅਮਰੀਕਾ ਦੇ ਵਿੱਚ ਤੁਸੀਂ ਦੇਖੋ ਜਿੰਨੀਆਂ ਵੀ ਫੂਡ ਚੇਨ ਨੇ ਸਾਰੀਆਂ ਉਹ ਕਾਰਪੋਰੇਸ਼ਨ ਦੇ ਜਿਹੜੀਆਂ ਨੇ ਕਾਰਪੋਰੇਸ਼ਨ ਦੇ ਅੰਡਰ ਨੇ, ਜਿੰਨੀਆਂ ਵੀ ਵੱਡੀਆਂ ਵੱਡੀਆਂ ਕਾਰਪੋਰੇਟ ਹੈਗੇ ਆ, ਉਹ ਸਾਰਾ ਇਹਨੂੰ ਓਨ ਕਰਦੇ ਆ। ਇਹ ਚੀਜ਼ ਬਹੁਤ ਮੁੱਦਤ, ਮਤਲਬ ਮੇਰੇ ਹਿਸਾਬ ਨਾਲ ਵੀ ਇਹ ਪਹਿਲੋਂ ਉੱਥੇ ਚਲੋ ਹਾਲਾਤ ਏਦਾਂ ਦੇ ਸੀ, ਉਹਨਾਂ ਤੋਂ ਉੱਭਰਿਆ ਮਾੜਾ ਮੋਟਾ ਪੰਜਾਬ ਆਪਣੇ ਸਿਰ ਦੇ ਉੱਤੇ ਹੋਇਆ, ਤਾਂ ਹੁਣ ਇਹ ਜਿਹੜੇ ਆ ਗਾਹਾਂ ਇਹਨਾਂ ਨੂੰ ਕਾਨੂੰਨ ਏਦਾਂ ਦੇ ਬਣਾ ਦਿੱਤੇ ਜਾਏ ਜਿਨ੍ਹਾਂ ਨੂੰ ਕਿ ਉਹਨਾਂ ਦਾ ਮਤਲਬ ਸਰਵਾਈਵਲ ਹੀ ਮੁਸ਼ਕਲ ਹੋ ਗਿਆ। ਤੇ ਜਦੋਂ ਵੀ ਕੋਈ ਏਦਾਂ ਦੀ ਰੈਵੋਲੂਸ਼ਨ ਆਉਂਦੀ ਆ, ਉਹ ਹਮੇਸ਼ਾ ਦੁੱਖਾਂ ਦੇ ਵਿੱਚੋਂ ਨਿਕਲਦੀ ਆ। ਤੇ ਅੱਜ ਜਿਹੜਾ ਡਿਸੀਜਨ ਲਿਆ, ਮੈਂ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਵਸਿੰਦਿਆਂ ਨੂੰ, ਸਾਰਿਆਂ ਨੂੰ, ਸਾਡੇ ਭੈਣਾਂ ਭਾਈਆਂ ਨੂੰ ਇਹ ਮੁਬਾਰਕ ਦੇਣੀ ਚਾਹੁੰਦਾ ਕਿ ਉਹਨਾਂ ਨੇ ਐਡਾ ਮਤਲਬ ਇਹਨੂੰ ਥੋੜਾ 3-4 ਮਹੀਨੇ ਜਿਹੜੇ ਲੱਗੇ ਆ ਨਾ ਪੰਜਾਬ ਦੇ ਵਿੱਚ ਇਸ ਐਜੀਟੇਸ਼ਨ ਨੂੰ, ਉਹਨਾਂ ਨੂੰ ਬਿਲਡ ਕਰਨ ਦਾ ਟਾਈਮ ਮਿਲ ਗਿਆ, ਕਿ ਆਪਸੀ ਸੰਬੰਧਾਂ ਨੂੰ ਠੀਕ ਕਰਨ ਦਾ ਟਾਈਮ ਮਿਲ ਗਿਆ। ਤੇ ਅੱਜ ਉਹ ਐਡਾ ਜਿਹੜਾ ਬਣ ਕੇ ਇੱਕ ਐਜੀਟੇਸ਼ਨ ਬਣ ਕੇ ਦਿੱਲੀ ਦੇ ਮਤਲਬ ਜਿਹੜੇ ਬਾਰਡਰ ਦੇ ਉੱਤੇ ਬੈਠੇ ਆ, ਉਹ ਸੈਂਟਰ ਗਵਰਨਮੈਂਟ ਵਾਸਤੇ ਇੱਕ ਸਿਰਦਰਦੀ ਬਣ ਗਏ ਆ। ਤੇ ਉਹ ਜਿਹੜੀ ਸਿਰਦਰਦੀ ਇਸ ਤਰ੍ਹਾਂ ਦੀ ਬਣ ਗਈ ਆ ਕਿਉਂਕਿ ਉਹਨਾਂ ਨੇ ਇਹ ਲਾਇਆ ਸੀ ਵੀ ਅਸੀਂ ਜੋ ਵੀ ਕੀਤਾ J&K 'ਚ ਅਸੀਂ ਆਹ ਕਰਤਾ, ਸਾਨੂੰ ਕਿਸੇ ਨੇ ਪੁੱਛਿਆ, ਕਿਉਂਕਿ ਉਹ ਪਹਿਲੋਂ ਜਿਹੜੀ ਆ ਉਹਨਾਂ ਨੇ ਇਸੇ ਤੁਸੀਂ ਦੇਖੋ ਪਿੱਛੇ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਪੰਜਾਬ ਨੂੰ ਕਿੱਦਾਂ ਉਹਨਾਂ ਨੇ ਤਬਾਹ ਕੀਤਾ, ਕਿ ਏਦਾਂ ਦੇ ਕਾਨੂੰਨ ਲਿਆਤੇ ਵੀ ਜੋ ਬੰਦਾ ਕਿਸੇ ਨੂੰ ਕੋਈ ਚੱਕ ਕੇ ਕਦੋਂ ਵੀ ਕੋਈ ਕਿਸੇ ਬੰਦੇ ਨੂੰ ਮਾਰ ਸਕਦਾ ਬਿਨਾਂ ਉਹ ਤੋਂ। ਉਹਨਾਂ ਚੀਜ਼ਾਂ ਦੇ ਅੰਡਰ ਜਿਹੜਾ ਸੀਗਾ J&K ਤਾਂ ਦਬ ਗਿਆ। ਲੇਕਿਨ ਪੰਜਾਬ ਦੇ ਲੋਕ ਤੁਹਾਨੂੰ ਪਤਾ ਹੀ ਆ ਵੀ ਉਹ ਆਪਦੇ ਮੂੰਹ ਚੋਂ ਕੱਢ ਕੇ ਦੇ ਦਿੰਦੇ ਆ, ਲੇਕਿਨ ਜੇ ਕੋਈ ਕਹੇ ਅਸੀਂ ਇਹਨਾਂ ਨੂੰ ਥੱਲੇ ਲਾ ਕੇ ਰੱਖਣਾ ਤੇ ਉਹ ਮੇਰਾ ਖਿਆਲ ਨਾ ਸਾਨੂੰ ਮਨਜ਼ੂਰ ਆ, ਉਹ ਕਿਤੇ ਵੀ ਬੈਠਾ ਪੰਜਾਬੀ ਆ। ਇਸੇ ਕਰਕੇ ਤੁਸੀਂ ਇਹ ਦੇਖੋ ਕਿ ਜਿਹੜੀ ਪੰਜਾਬ ਤੋਂ ਚੱਲੇ ਹੋਏ ਸੰਗਠਨ ਨੂੰ ਜਿਹੜਾ ਸਾਡਾ ਐਜੀਟੇਸ਼ਨ ਆ, ਉਹਨੂੰ ਇੰਨੀ ਸਪੋਰਟ ਮਿਲ ਰਹੀ ਆ ਕਿ ਤੁਸੀਂ ਮਤਲਬ ਹੈਰਾਨ ਰਹੋਗੇ ਕਿ ਤੁਸੀਂ ਕੋਈ ਕਿਹੜਾ ਤਬਕਾ ਨਹੀਂ ਜਿਹੜਾ ਮਤਲਬ ਉਹਨਾਂ ਦੇ ਨਾਲ ਨੀਗਾ। ਮੈਂ ਕੱਲ ਅਖਬਾਰ ਪੜ੍ਹ ਰਿਹਾ ਸੀਗਾ। ਹਾਂਜੀ ਡਾਕਟਰ ਸਾਹਿਬ, ਤੁਹਾਡੀ ਜਿਹੜੀ ਗੱਲ ਆ ਉਹਦੇ ਨਾਲ ਬਿਲਕੁਲ ਸਹਿਮਤ ਹਾਂ, ਪਰ ਦੂਜੀ ਥਾਂ ਤੇ ਇੱਕ ਜਿਹੜਾ ਕੰਮ ਜਿਹੜਾ ਹੋਇਆ ਉਹਦੇ ਨਾਲ ਇੱਕ ਹੋਰ ਵੀ ਗੱਲ ਪ੍ਰੂਵ ਹੋਈ ਆ ਕਿ ਜਿਹੜੇ ਸਾਡੇ ਜਿਹੜੀ ਨਵੀਂ ਪਨੀਰੀ ਆ ਪੰਜਾਬ ਦੀ, ਉਹਨਾਂ ਨੂੰ ਛੇੜੀ ਕਹਿੰਦੇ ਸੀ, ਜਿਹੜੇ ਇਹ ਕਹਿੰਦੇ ਸੀ ਇਹ ਹੁਣ ਕੁਝ ਕਰਨ ਜੋਗੇ ਨਹੀਂ, ਉਹਨਾਂ ਸਾਰਿਆਂ ਨੇ ਇੱਕ ਵਾਰੀ ਇਕੱਠੇ ਹੋ ਕੇ ਸਾਰੀ ਦੁਨੀਆ ਨੂੰ ਇਹ ਦਿਖਾ ਦਿੱਤਾ ਕਿ ਪੰਜਾਬੀਆਂ ਦੇ ਵਿੱਚ ਕਿੰਨਾ ਕੁ ਜੁੱਸਾ ਆ, ਕਿੰਨਾ ਕੁ ਵਿਰੋਧ ਕਰਨ ਦੀ ਤਾਕਤ ਹੈ ਤੇ ਵੈਰੀ ਨਾਲ ਲੜਨ ਦੀ ਤਾਕਤ ਹੈ, ਸਹਿਣ ਦੀ ਤਾਕਤ ਹੈ ਔਰ ਕਹਿਣ ਦੀ ਤਾਕਤ ਹੈ। ਇਹ ਜਿਹੜੀ ਚੀਜ਼ ਹੈ ਇਹ ਸਾਰਿਆਂ ਨੂੰ ਦੇਖਣ ਤੇ ਮਿਲੀ ਆ। ਔਰ ਹੁਣ ਜਿਹੜੇ ਬੰਦੇ ਨਾਲ ਜੁੜ ਰਹੇ ਨੇ ਉਹ ਵੀ ਇਹੀ ਕਹਿ ਰਹੇ ਨੇ, ਹਰਿਆਣੇ ਵਾਲੇ, ਰਾਜਸਥਾਨ ਵਾਲੇ ਸਾਰੇ ਇਹੀ ਕਹਿ ਰਹੇ ਨੇ ਕਿ ਪੰਜਾਬੀਆਂ ਨੇ ਸਾਰੇ ਦੇਸ਼ ਨੂੰ ਜਗਾਇਆ ਆ। ਤੇ ਮੇਰੇ ਖਿਆਲ ਵਿੱਚ ਅੱਜ ਤੱਕ ਵੀ ਪੰਜਾਬੀ ਸਾਰੇ ਦੇਸ਼ ਨੂੰ ਜਗਾਉਂਦੇ ਰਹੇ ਨੇ, ਇੰਡੀਪੈਂਡੈਂਸ ਤੋਂ ਲੈ ਕੇ ਹੁਣ ਤੱਕ। ਰਾਈਟ। ਔਰ ਸਾਡੀ ਜਿਹੜੀ ਇਹਦੇ ਨਾਲ ਹੈ ਪੰਜਾਬੀਆਂ ਦੀ ਜਿਹੜੀ ਆ ਇੱਜ਼ਤ ਹੋਰ ਵੀ ਵਧੀ ਆ। ਤੇ ਸਾਨੂੰ ਇਹਦੇ ਬਾਰੇ ਜਿਹੜਾ ਹੁਣ ਜਿਹੜਾ ਚੱਲ ਰਿਹਾ ਆ ਇਸ ਵੇਲੇ ਸੰਘਰਸ਼, ਇਹ ਇਸ ਤਰ੍ਹਾਂ ਸਿਖਰ ਤੱਕ ਪੁੱਜੇਗਾ ਕਿ ਕਿਉਂਕਿ ਜਿਹੜੇ ਬੀਕਾਨੇਰ ਤੋਂ, ਰਾਜਸਥਾਨ ਤੋਂ, ਕੇਰਲਾ ਤੋਂ ਹੋਰ ਵੀ ਕਿਸਾਨ ਆ ਰਹੇ ਨੇ, ਕਿਉਂਕਿ ਗੱਲ ਤਾਂ ਇਹ ਆ ਕਿ ਸਾਰਿਆਂ ਦੇ ਫਾਇਦੇ ਵਿੱਚ ਹੈ ਜਾਂ ਨੁਕਸਾਨ ਵਿੱਚ ਆ, ਉਹਨਾਂ ਨੂੰ ਪਤਾ ਆ। ਤੁਸੀਂ ਅੱਗੇ ਸਮਝਾ ਦਿਓ ਕਿ ਤੁਹਾਡੇ ਫਾਇਦੇ ਵਿੱਚ ਹੈ। ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆਉਂਦੀ ਵੀ ਕਿਸ ਤਰ੍ਹਾਂ ਦੀ ਇਹ ਗੌਰਮੈਂਟ ਹੈ ਕਿ ਜਿਹੜੇ ਬੰਦਿਆਂ ਤੇ ਲਾਗੂ ਕਰਨਾ ਉਹ ਕਹਿੰਦੇ ਵੀ ਸਾਡੇ ਫਾਇਦੇ 'ਚ ਨਹੀਂ,
ਤੇ ਉਹ ਕਹਿੰਦੇ ਇਹ ਤੁਹਾਡੇ ਫਾਇਦੇ ਵਿੱਚ ਹੈ। ਸੋ ਮੈਂ ਪੁਰਜ਼ੋਰ ਬੇਨਤੀ ਕਰਦਾ ਕਿ ਇਹ ਸਾਰੇ ਪੰਜਾਬੀ ਇਕੱਠੇ ਰਹਿਣ। ਸਾਰਿਆਂ ਤੋਂ ਪਹਿਲਾਂ ਥੋੜ੍ਹੀ ਬਹੁਤੀ ਸਾਵਧਾਨੀ ਵਰਤਣ ਦੀ ਵੀ ਜ਼ਰੂਰਤ ਆ ਉੱਥੇ, ਕਿਉਂਕਿ ਜਿਹੜਾ ਕੋਈ ਇੱਕ ਵਾਰੀ ਥੋੜ੍ਹੀ ਜਿਹੀ ਚਿਣਕ ਕਿਤੇ ਲੱਗ ਗਈ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਜੀ। ਬਿਲਕੁਲ ਸਹੀ ਗੱਲ ਹੈ। ਹਾਂਜੀ, ਤੇ ਇਸ ਕਰਕੇ ਮੈਂ ਇਹ ਜ਼ਰੂਰ ਕਹਾਂਗਾ ਕਿ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਸਾਵਧਾਨ ਰਹਿਣ ਦੀ। ਜਿੱਦਾਂ ਉੱਥੇ ਪਹਿਲੇ ਮਿਸ਼ਨ ਉਹਨਾਂ ਨੇ ਖਰਾਬ ਕੀਤੇ ਆ, ਹੋ ਸਕਦਾ ਇਹਨੂੰ ਵੀ ਖਰਾਬ ਕਰ ਸਕਦੇ ਆ ਉਹ। ਤੇ ਅਜੀਤ ਪੱਠਰ ਸਾਹਿਬ, ਤੁਸੀਂ ਇਸ ਕਿਸਾਨ ਅੰਦੋਲਨ ਨੂੰ ਕਿੱਦਾਂ ਦੇਖ ਰਹੇ ਆ, ਜਿਹੜਾ ਪੰਜਾਬ 'ਚ ਆਪਣੇ ਦਿੱਲੀ ਵਿੱਚ ਆਪਣੇ ਪੰਜਾਬੀ ਇਕੱਠੇ ਹੋਏ ਆ, ਹਰਿਆਣੇ ਤੋਂ ਇਕੱਠੇ ਹੋ ਰਹੇ ਆ, ਯੂਪੀ ਤੋਂ ਇਕੱਠੇ ਹੋ ਰਹੇ ਆ, ਤੁਸੀਂ ਕਿੱਦਾਂ ਦੇਖਦੇ ਇਸ ਨੂੰ? ਹਾਂਜੀ, ਮੈਂ ਇਹ ਦੁਨੀਆ ਦੇ ਵਿੱਚ ਜਿਹੜਾ ਬਾਮਿਸਾਲ ਪੰਜਾਬੀਆਂ ਨੇ ਇੱਕ ਮਿਸਾਲ ਪੈਦਾ ਕਰਤੀ, ਇਹੋ ਜਿਹਾ ਘੋਲ ਹਲੇ ਤੱਕ ਮੇਰਾ ਖਿਆਲ ਹੈ ਕਿਸੇ ਜਥੇਬੰਦੀ ਨੇ ਤੇ ਐਡਾ ਵੱਡਾ ਤੇ ਐਡਾ ਲੰਬਾ ਤੇ ਇੰਨਾ ਸ਼ਾਂਤੀਪੂਰਵਕ ਉਹਦੀ ਮਿਸਾਲ ਆ ਜਿਹੜੀ ਇਹ ਪੰਜਾਬੀਆਂ ਨੇ ਪੈਦਾ ਕਰਤੀ। ਪੰਜਾਬੀਆਂ ਦੇ ਵਿੱਚ ਜੋਸ਼ ਬੜਾ ਵਾ, ਬਹੁਤ ਜੋਸ਼ ਨਾਲ ਇਹ ਹਰ ਕੰਮ ਕਰਦੇ ਆ, ਪਰ ਨਾਲ ਹੋਸ਼ ਕਾਇਮ ਰੱਖਣਾ ਜਿਹੜਾ ਕਿ ਇਹਨਾਂ ਨੇ ਇਸ ਵਾਰੀ ਦਿਖਾ ਦਿੱਤਾ। ਤੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਪੰਜਾਬੀਆਂ ਦੀ ਦੁਨੀਆ ਵਰਲਡ ਦੇ ਵਿੱਚ ਇੱਕ ਵਿਰਾਸਤ ਵੀ ਇੱਕ ਇਹੋ ਜਿਹੇ ਲੋਕ ਆ, ਉਹ ਸਾਰੀ ਦੁਨੀਆ ਦੇ ਵਿੱਚ ਉਹਦਾ ਅਹਿਸਾਸ ਕਰਾਤਾ ਵੀ ਇਹ ਪੰਜਾਬੀ ਕਿਹੋ ਜਿਹੇ ਲੋਕ ਆ, ਕਿੰਨੀ ਕੁਰਬਾਨੀ ਵਾਲੇ, ਤੇ ਜਦੋਂ ਇਹ ਜੂਝਦੇ ਆ ਤੇ ਕਿੰਨਾ ਫਿਰ ਇਹਨਾਂ ਦੇ ਵਿੱਚ ਏਕਾ ਤੇ ਕਿੰਨਾ ਇਹਨਾਂ ਦਾ ਜਿਹੜਾ ਇਰਾਦਾ ਉਹ ਕਿੰਨਾ ਤਕੜਾ। ਇਹ ਸਾਰੀ ਵਧਾਈ ਦੇ ਪਾਤਰ ਆ ਜਿਹੜੀਆਂ ਸਾਡੀਆਂ ਜਥੇਬੰਦੀਆਂ, ਸਾਰਾ ਪੰਜਾਬ, ਜਿਹੜੇ ਉੱਥੇ ਭਾਈ ਭੈਣ ਬੈਠੇ ਆ, ਜਿਹੜੇ ਪਿੱਛੇ ਰੋਟੀਆਂ ਲਿਜਾ ਰਹੇ ਆ, ਜਿਹੜੇ ਉੱਥੇ ਲੰਗਰ ਲਾ ਰਹੇ ਆ, ਜਿਹੜੇ ਮੱਕੀ ਦੀਆਂ ਰੋਟੀਆਂ ਪਿੰਡਾਂ ਦੇ ਵਿੱਚੋਂ ਸਰੋਂ ਦੇ ਸਾਗ ਬਣ ਕੇ ਜਾ ਰਹੇ ਆ, ਖੋਏ ਦੀਆਂ ਪਿੰਨੀਆਂ ਜਾ ਰਹੀਆਂ, ਲੁਧਿਆਣੇ ਤੋਂ ਕੜਿਆ ਦੁੱਧ ਜਾ ਰਿਹਾ ਜੀ ਉੱਥੇ। ਹਾਂਜੀ, ਤੇ ਉੱਥੇ ਜਿਵੇਂ ਇੱਕ ਦੱਸਦੇ ਸੀਗੇ ਕੱਲ ਇੱਕ ਬੰਦੇ ਦੀ ਕਹਾਣੀ ਵੀ ਉਹ ਦਿੱਲੀ ਦਾ ਵਪਾਰੀ ਸੀ, ਉਹ ਦੇਖਣ ਆਇਆ ਉੱਥੇ ਨਜ਼ਾਰਾ ਵੀ ਮੈਂ ਦੇਖਾਂ ਵੀ ਇੱਥੇ ਕੀ ਹੋ ਰਿਹਾ। ਤੇ ਉੱਥੇ ਇੱਕ ਆਪਣੇ ਪੰਜਾਬੀ ਨੂੰ ਜਿਹਦੇ ਕੋਲੇ 40 ਏਕੜ ਜ਼ਮੀਨ ਆ, ਉਹ ਤੇ ਉਹਦੀ ਵਾਈਫ ਉੱਥੇ ਬੈਠੇ ਆ ਤੇ ਉਹਦੇ 2 ਬੇਟੇ ਕੈਨੇਡਾ ਦੇ ਵਿੱਚ ਆ, ਤੇ ਉਹ ਆਪਦੇ ਕੈਨੇਡਾ ਦਾ ਫੋਨ ਗੱਲ ਕਰ ਰਿਹਾ ਆਪਦੇ ਬੇਟੇ ਨਾਲ ਵੀ ਮੈਂ ਵੀ ਬਾਪੂ ਜੀ 3 ਲੱਖ ਰੁਪਈਆ ਭੇਜਤਾ ਤੇ ਤੁਸੀਂ ਉਹਨਾਂ ਨੂੰ ਦੇ ਦਿਓ। ਤੇ ਉਹ ਕਹਿੰਦਾ ਵੀ ਉਹ 3 ਲੱਖ ਨਾਲ ਨਹੀਂ ਸਰਨਾ, ਹੁਣ ਤੁਹਾਡੇ ਕੋਲ ਜਿੰਨੀਆਂ ਗੱਡੀਆਂ ਗੁੱਡੀਆਂ ਵੇਚ ਦੋ, ਤੂੰ 20 ਲੱਖ ਭੇਜ, ਤੁਹਾਨੂੰ 20 ਸਾਲ ਹੋ ਗਏ ਇੱਥੇ ਬੈਠਿਆਂ ਨੂੰ। ਤੇ ਇਹੋ ਜਿਹੇ ਜਜ਼ਬੇ ਦੇਖ ਕੇ ਉੱਥੇ ਲੋਕ ਹੈਰਾਨ ਹੁੰਦੇ ਆ ਵੀ ਇਹ ਪੰਜਾਬੀ ਕਿਹੋ ਜਿਹੇ ਆ, ਵੀ ਇਹ ਕਾਸੇ ਦੀ ਪਰਵਾਹ ਹੀ ਨਹੀਂ ਕਰਦੇ, ਸਾਰੇ ਘਰ-ਬਾਰ ਛੱਡ ਕੇ ਸਾਰਾ ਕੁਝ ਛੱਡ ਕੇ ਉੱਥੇ ਬੈਠੇ ਆ। ਤੇ ਬੜਾ ਹੀ ਜਾਣੀ ਦੀ ਉਤਸ਼ਾਹਜਨਕ ਆ। ਤੇ ਆਪਣਾ ਪੰਜਾਬੀਆਂ ਦਾ ਜਿਹੜਾ ਵਿਰਸਾ ਸੀਗਾ, ਜਿਹੜੀ ਵਿਰਾਸਤ ਸੀ, ਉਹਨੂੰ ਦੁਬਾਰੇ ਜਾਗਦਾ ਕਰਤਾ ਹਿੰਦੁਸਤਾਨ ਦੇ ਦੁਨੀਆ ਭਰ ਦੇ ਵਿੱਚ। ਤੇ ਦੇਖੋ ਕਿਵੇਂ ਯੂਪੀ ਦੇ, ਕਿਵੇਂ ਬਿਹਾਰ ਦੇ, ਅੱਜ ਮੈਂ ਦੇਖਿਆ ਵੀ ਯੂਪੀ ਦਾ ਵੀ ਜਿਹੜਾ NH 40 ਆਈ ਥਿੰਕ ਹਾਈਵੇ ਜਿਹੜਾ ਦਿੱਲੀ ਨੂੰ ਕਨੈਕਟ ਕਰਦਾ, ਉਹ ਵੀ ਬਲਾਕ ਕਰਤਾ। ਕੇਰਲਾ ਤੋਂ ਸਾਰੀਆਂ ਸਟੇਟਾਂ ਦੇ ਉੱਤੇ, ਇੱਧਰ ਰਾਜਸਥਾਨ ਵਾਲਾ ਜਿਹੜਾ ਜੈਪੁਰ ਤੋਂ ਆਉਂਦਾ, ਉਹ ਵੀ ਮੈਂ ਸੁਣਿਆ ਉਹਨਾਂ ਨੇ ਬਲਾਕ ਕਰਤਾ ਜਾਂ ਕਰ ਰਹੇ ਆ ਹੁਣ। ਤੇ ਇਹ ਬੜੀ ਵੱਡੀ ਆ ਵੀ ਜਿਹੜਾ ਹਿੰਦੁਸਤਾਨ ਦੇ ਸਾਰਿਆਂ ਨੇ ਲੋਕਾਂ ਨੂੰ ਜਗਾਤਾ, ਪੰਜਾਬੀਆਂ ਨੇ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਜਗਾਤਾ। ਤੇ ਹਰਿਆਣੇ ਦੇ ਕਿਸਾਨਾਂ ਨੂੰ ਵੀ ਵਧਾਈ ਦੇ ਪਾਤਰ ਆ ਉਹ, ਜਿਨ੍ਹਾਂ ਨੇ ਇਹਨਾਂ ਨੂੰ ਐਡਾ ਵੱਡਾ ਕਰਿਆ, ਸਹਿਯੋਗ ਦਿੱਤਾ ਤੇ ਆਪਦੇ ਘਰ ਖੋਲ੍ਹਤੇ ਨਹਾਉਣ ਧੋਣ ਲਈ ਤੇ ਰੋਟੀਆਂ ਪਾਣੀ ਲਈ, ਸਾਰਾ ਉਹ ਬੜੀ ਸੇਵਾ। ਪੰਜਾਬ ਵੀ ਪੰਜਾਬੀ ਸੀਗੇ ਕਿਸੇ ਟਾਈਮ, ਤੇ ਉਹ ਵੀ ਉਹਨਾਂ ਦੇ ਵਿੱਚ ਵੀ ਪੰਜਾਬੀਅਤ ਬੜੀ ਜਾਗੀ ਆ। ਤੇ ਬੜਾ ਆਪਸ ਵਿੱਚ ਹੀ ਜਿਹੜਾ ਕੋਆਪਰੇਸ਼ਨ ਹੋਈ ਆ, ਜਿਹੜਾ ਇਹ ਸਹਿਯੋਗ ਦੇ ਨਾਲ ਇੱਕ ਦੂਜੇ ਦੇ ਨਾਲ ਜਿਹੜਾ ਸਾਨੂੰ ਅਹਿਸਾਸ ਹੋਇਆ ਬਹੁਤ ਚਿਰ ਬਾਅਦ, ਤੇ ਲੋਕਾਂ ਨੂੰ ਵੀ ਪਤਾ ਲੱਗਿਆ, ਇਹ ਵਧਾਈ ਦੇ ਬਹੁਤ ਬਹੁਤ ਪਾਤਰ ਆ। ਸਹੀ ਗੱਲ ਹੈ ਜੀ। ਕਹਿੰਦੇ ਦੇਖੋ ਆਪਾਂ ਗਏ ਉੱਥੇ ਅੰਦੋਲਨ ਕਰਨ ਆ, ਪਰ ਪੰਜਾਬੀਆਂ ਨੇ ਉੱਥੇ ਮੇਲਾ ਬਣਾਤਾ, ਪੂਰੇ ਦਾ ਪੂਰਾ ਇੰਨਾ ਮਾਹੌਲ ਵਧੀਆ ਕਰ ਦਿੱਤਾ ਉੱਥੇ ਉਹਨਾਂ ਨੇ ਕਿ ਲੋਕੀ ਜੁੜਨਾ ਚਾਹੁੰਦੇ ਆ। ਦੂਜੇ ਹਰਿਆਣੇ ਤੋਂ ਵੀ ਕੁਝ ਬੰਦਿਆਂ ਨੇ ਵੀਡੀਓ ਪਾਈ ਸੀ, ਉਹਨਾਂ ਨੇ ਇਹ ਕਿਹਾ, ਕਹਿੰਦੇ ਪੰਜਾਬੀਓ ਜਿੰਦਾਬਾਦ, ਤੁਸੀਂ ਸਾਨੂੰ ਵੀ ਜਗਾਤਾ, ਸਾਡੀ ਹਿੰਮਤ ਭਰਤੀ ਕਿ ਅਸੀਂ ਇਸ ਅੰਦੋਲਨ 'ਚ ਹਿੱਸਾ ਲੈ ਸਕੀਏ। ਇੱਕ ਬਹੁਤ ਵੱਡੀ ਗੱਲ ਹੈ ਜੀ ਇਹ ਵਾਕਈ ਪੰਜਾਬੀ ਲੀਡ ਕਰਦੇ ਜਿੱਥੇ ਵੀ ਕਰਦੇ ਆ ਜੀ। ਇੱਕ ਪੰਜਾਬ ਨੇ ਲੀਡ ਕੀਤਾ ਹੈਗਾ। ਤੇ ਉੱਥੇ ਖਬਰਾਂ ਇਹ ਵੀ ਆ ਰਹੀਆਂ ਜੀ ਕਿ ਜਿਹੜੇ ਆਟੋ ਵਾਲੇ ਆ ਉਹ ਪੰਜਾਬੀ ਕਿਸਾਨਾਂ ਤੋਂ ਕਿਰਾਇਆ ਨਹੀਂ ਲੈ ਰਹੇ, ਕਹਿੰਦੇ ਵੀ ਤੁਸੀਂ ਅੰਦੋਲਨ 'ਚ ਆਏ ਆ, ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਤੁਹਾਡਾ ਸਾਥ ਦਈਏ। ਜਦੋਂ ਏਦਾਂ ਇੱਕਮੁੱਠ ਹੋ ਜਾਂਦੀ ਨਾ ਸਾਰੀ ਚੀਜ਼, ਫਿਰ ਉਹ ਅੰਦੋਲਨ ਹਮੇਸ਼ਾ ਹੀ ਕਾਮਯਾਬ ਹੁੰਦਾ ਜੀ, ਜੋ ਮਰਜ਼ੀ ਕਰ ਲੈਣ। ਉਹਦੇ ਨਾਲ ਇੱਕ ਹੋਰ ਵੀ ਖੁਸ਼ਖਬਰੀ ਵਾਲੀ ਗੱਲ ਹੈਗੀ ਆ, ਯੂਨੀਵਰਸਿਟੀ ਦੀਆਂ ਕੁੜੀਆਂ ਮੁੰਡੇ ਵੀ ਆਏ ਉੱਥੇ, ਉਹਨਾਂ ਨੇ ਵੀ ਆਣ ਕੇ ਉਹਨਾਂ ਦਾ ਸਮਰਥਨ ਕੀਤਾ। ਇੱਕ ਨਵੀਂ ਚੀਜ਼ ਹੈ ਕਿ ਇਹੋ ਜਿਹੇ ਅੰਦੋਲਨ ਵਿੱਚ
ਯੂਨੀਵਰਸਿਟੀ ਦੇ ਕੁੜੀਆਂ ਮੁੰਡੇ ਵੀ ਆਣ ਕੇ ਬੈਠੇ ਧਰਨੇ ਦੇ ਵਿੱਚ। ਇੱਕ ਨਵੀਂ ਚੀਜ਼ ਪੇਸ਼ ਹੋਈ ਆ। ਨੰਬਰ ਤੀਜੇ ਤੇ ਸਾਡੇ ਸਾਰੇ ਜਿਹੜੇ ਪੰਜਾਬੀ ਜਿੰਨੀਆਂ ਵੀ ਕਹਿੰਦੇ ਸੀ ਪਹਿਲੋਂ ਇਹ ਯੂਨੀਅਨ ਹੈਗੀਆਂ ਕਿਸਾਨਾਂ ਦੀਆਂ 31, ਉਹ ਸਾਰੀਆਂ ਇਕਮੁੱਠ ਹੋ ਕੇ ਕਿਵੇਂ ਚੱਲ ਰਹੀਆਂ ਨੇ, ਇੱਕ ਮਿਸਾਲ ਦੀ ਚੀਜ਼ ਹੈ। ਇਹ ਮਤਲਬ ਕਦੀ ਨਹੀਂ ਹੋਇਆ ਤੇ ਓਵਰ ਗਲੋਬਲ ਦੇ ਉੱਤੇ ਵੀ ਕਦੀ ਐਡਾ ਵੱਡਾ ਪ੍ਰਦਰਸ਼ਨ, ਐਡਾ ਲੰਬਾ ਪ੍ਰਦਰਸ਼ਨ ਕਦੀ ਵੀ ਨਹੀਂ ਹੋਇਆ, ਕਿਤੇ ਵੀ ਨਹੀਂ ਹੋਇਆ, ਕਿਸੇ ਦੇਸ਼ ਵਿੱਚ ਨਹੀਂ ਹੋਇਆ। ਹਾਂਜੀ ਹਾਂਜੀ ਬਾਲ ਬਹਾਦਰ ਜੀ। ਹਾਂਜੀ 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 ਗੋਡ ਜੀ। ਨਹੀਂ ਡਾਕਟਰ ਸਾਹਿਬ ਦੱਸੋ। ਹਾਂਜੀ ਕਰੋ ਗੱਲ। ਮੈਂ ਸਿਰਫ ਇਹਦੇ ਨਾਲ ਇੱਕ ਹੋਰ ਐਡ ਕਰਨੀ ਚਾਹੁੰਦਾ ਸੀਗਾ ਕਿ ਜਿਹੜੀ ਚੀਜ਼ ਹੁਣ ਇੱਕ ਚੀਜ਼ ਜਿਹੜੀਆਂ ਜਿਵੇਂ ਆਪਾਂ ਕਹਿੰਦੇ ਹਾਂ 31 ਸਾਡੀਆਂ ਕਿਸਾਨ ਯੂਨੀਅਨ ਨੇ, ਉਹ ਸਿਰਫ ਵੰਡੀਆਂ ਪਾਈਆਂ ਹੋਈਆਂ ਸੀਗੀਆਂ। ਜਿਹੜੇ ਪੋਲੀਟੀਕਲ ਕਲਾਸ ਨੇ, ਭਾਵੇਂ ਉਹ ਕੋਈ ਵੀ ਪਾਰਟੀ ਆ, ਉਹਨਾਂ ਦੀਆਂ ਵੰਡੀਆਂ ਪਾਈਆਂ ਹੁੰਦੀਆਂ। ਕਿਸਾਨ ਹਮੇਸ਼ਾ ਹੀ ਇੱਕ ਸੀ, ਲੇਕਿਨ ਉਹਨਾਂ ਨੂੰ ਮਿਲ ਕੇ, ਕਿਉਂਕਿ ਜਦੋਂ ਵੀ ਆ, ਮੈਂ ਅੱਜ ਵੀ ਕਹੂੰਗਾ ਕਿ ਕਿਸਾਨਾਂ ਨੂੰ ਮੇਰੀ ਇਹੀ ਰਾਏ ਹੋਊਗੀ ਕਿ ਤੁਹਾਨੂੰ ਜੋ ਤੁਸੀਂ ਇਸ ਤੋਂ ਸਿੱਖਿਆ, ਤੁਸੀਂ ਪੋਲੀਟੀਕਲੀ ਕਿਸੇ ਨੂੰ ਵੀ ਵੋਟ ਪਾਉਂਦੇ ਹੋ, ਭਾਵੇਂ ਤੁਸੀਂ ਕਾਂਗਰਸ ਨੂੰ ਪਾਉਂਦੇ ਹੋ, ਭਾਵੇਂ ਤੁਸੀਂ ਆਮ ਆਦਮੀ ਪਾਰਟੀ ਨੂੰ ਪਾਉਂਦੇ ਹੋ, ਜਾਂ ਤੁਸੀਂ ਕਿਸੇ ਨੂੰ ਵੀ ਪਾਉਂਦੇ ਹੋ, ਉਹਨਾਂ ਨੂੰ ਆਪਣੀ ਜਗ੍ਹਾ ਤੇ ਰੱਖੋ। ਵੋਟ ਪਾਉਣ ਵਾਸਤੇ ਕਿਸੇ ਨੂੰ ਕਹੋ ਹੀ ਨਾ। ਤੁਸੀਂ ਜਦੋਂ ਕਿਸਾਨਾਂ ਦਾ ਮੁੱਦਾ ਆਉਂਦਾ, ਤੁਸੀਂ ਏਦਾਂ ਦੀ ਯੂਨੀਅਨ ਬਣਾਓ। ਤੁਸੀਂ ਦੇਖੋ ਕਿ ਅਮਰੀਕਾ ਦੇ ਵਿੱਚ ਇੱਥੇ ਜਿਹੜੀਆਂ ਲੇਬਰ ਯੂਨੀਅਨ ਨੇ, ਦੇ ਆਰ ਟੂ ਸਟਰੋਂਗ ਕਿ ਏਦਾਂ ਉਹ ਮਤਲਬ ਕਿ ਜਿਹੜੀਆਂ ਉਹਨਾਂ ਦੇ ਮੂਹਰੇ ਹਮੇਸ਼ਾ ਜਿਹੜੀ ਆ ਸਰਕਾਰ ਨੂੰ ਝੁਕਣਾ ਪੈਂਦਾ। ਇਸ ਕਰਕੇ ਅੱਜ ਜਿਹੜਾ ਮੌਕਾ ਇਹਨੂੰ ਗਾਹਾਂ ਫਿਊਚਰ ਵਾਸਤੇ, ਜਿਹੜੀ 21st ਸੈਂਚੁਰੀ ਦੀ ਜਿਹੜੀ ਸਾਡੀ ਐਗਰੀਕਲਚਰ ਆ, ਉਹਨੂੰ ਡਿਵੈਲਪ ਕਰਨ ਵਾਸਤੇ ਜਿਹੜੀਆਂ ਯੂਨੀਅਨ ਨੇ ਇੱਕ ਏਦਾਂ ਦੀ ਆਰਗੇਨਾਈਜੇਸ਼ਨ ਬਣਾਉਣ ਜਿਹੜੀ ਕਿ ਨਾਨ ਪੋਲੀਟੀਕਲ ਹੋਵੇ, ਸਿਰਫ ਇਹਨਾਂ ਦੀ ਕਿਸਾਨੀ ਮੁੱਦਿਆਂ ਦੇ ਹੋਵੇ। ਵੀ ਜਿੱਥੇ ਵੀ ਕਿਤੇ ਕਿਸਾਨ ਨਾਲ ਧੱਕਾ ਹੁੰਦਾ, ਉਹ ਭਾਵੇਂ ਬੈਂਕਿੰਗ ਸੈਕਟਰ 'ਚ ਆ, ਭਾਵੇਂ ਉਹ ਤੁਹਾਡੇ ਨਾਲ ਕਿਤੇ ਤੁਹਾਡੇ ਫਸਲਾਂ ਦੀ ਰੇਟ ਦੀ ਗੱਲ ਆਉਂਦੀ ਆ, ਜਾਂ ਕਿਤੇ ਤੁਹਾਡੇ ਪੈਸਿਆਂ ਦੀ ਜਿਹੜੀ ਹੈਗੀ ਆ ਪੇਮੈਂਟ ਨਹੀਂ ਹੁੰਦੀ, ਜਿਵੇਂ ਗੰਨੇ ਵਾਲਿਆਂ ਦੇ ਭਾਈਆਂ ਨਾਲ 2-3 ਸਾਲ ਤੱਕ ਪੈਸੇ ਨਹੀਂ। ਉਹ ਜਿਹੜੀਆਂ ਚੀਜ਼ਾਂ ਨੇ, ਉਹਨਾਂ ਨੂੰ ਏਦਾਂ ਦੇ ਇੱਕ ਯੂਨਿਟੀ ਬਣਾ ਕੇ ਇੱਕ ਏਦਾਂ ਦੀ ਆਰਗੇਨਾਈਜੇਸ਼ਨ ਬਣਾਉਣ ਜਿਹਦੇ ਨਾਲ ਉਹ ਆਪਦੇ ਮਸਲੇ ਆਪ ਸੋਲਵ ਕਰਨ, ਤਾਂ ਕਿ ਸਰਕਾਰਾਂ ਜਿਹੜੀਆਂ ਉਹਨਾਂ ਤੋਂ, ਜਿਹੜੀਆਂ ਸਰਕਾਰਾਂ ਨੇ, ਕਿ ਉਹਨਾਂ ਦੇ ਤੋਂ ਮਤਲਬ ਜਿਹੜੀਆਂ ਸਿੱਖਣ ਵੀ ਹਾਂ ਯੂਨਿਟੀ ਹੁੰਦੀ ਕੀ ਆ। ਅਸੀਂ ਸਾਡੇ ਪੋਲੀਟੀਕਲ ਵਿਊ ਸਾਨੂੰ ਕੋਈ ਵੀ ਚੰਗਾ ਲੱਗ ਸਕਦਾ ਤਾਂ ਉਹ ਵੱਖਰਾ ਰੱਖਣ, ਉਹਨੂੰ ਵੋਟ ਕਿਸੇ ਨੂੰ ਪਾਉਣ, ਲੇਕਿਨ ਜਿਹੜੇ ਸਾਡਾ ਇੱਕ ਕਿਸਾਨੀ ਜਿਹੜਾ ਖੇਤਾ ਵਾ, ਜਿੱਤੇ ਜਿਹੜੀ ਸਾਡੀ ਰੋਟੀ ਰੋਜੀ ਆ, ਉਹਦੇ ਤੇ ਜੇ ਏਦਾਂ ਦਾ ਕਿਤੇ ਸਮਰਥ ਬਣਾ ਕੇ ਨਾ, ਅੱਜ ਇੰਡੀਆ ਲੈਵਲ ਤੇ ਵੀ ਬਣ ਸਕਦਾ। ਕਿਉਂਕਿ ਇੰਡੀਆ ਦੇ ਵਿੱਚ 70-80% ਜਿਹੜੀ ਜਿੰਨੀ ਵੀ ਲੋਕ ਜੁੜੇ ਹੋਏ ਨੇ, ਉਹ ਖੇਤੀ ਨਾਲ ਜੁੜੇ ਹੋਏ ਆ, ਭਾਵੇਂ ਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ। ਇਸ ਕਰਕੇ ਬਹੁਤ ਵਧੀਆ ਮੌਕਾ। ਹਾਂਜੀ ਹਾਂਜੀ ਅਜੀਤ ਡਾਕਟਰ ਸਾਹਿਬ ਜੀ। ਹਾਂਜੀ ਤੁਸੀਂ ਗੱਲ। ਹਾਂਜੀ ਹਾਂਜੀ ਇਹ ਜਿਹੜੀ ਗੱਲ ਆ ਨਾ, ਹਿੰਦੁਸਤਾਨ ਦੇ ਵਿੱਚ ਇਹ ਰੀਸਾਂ ਤਾਂ ਕਰਦੇ ਆ ਵੀ ਇਹਦੇ 'ਚ ਕੋਈ ਝੂਠ ਨਹੀਂ ਗਾ ਵੀ ਦੁਨੀਆ ਇੱਕ ਮਾਰਕੀਟ ਬਣ ਚੁੱਕੀ ਆ, ਇੱਕ ਦੇਸ਼ ਵਾਂਗੂ ਦੁਨੀਆ ਦਾ ਹਾਲ ਹੋ ਚੱਲਿਆ। ਬਹੁਤ ਛੋਟੀ ਹੋ ਗਈ ਆ ਦੁਨੀਆ, ਸੋਸ਼ਲ ਪੱਖੋਂ, ਮਾਰਕੀਟਿੰਗ ਪੱਖੋਂ ਤੇ ਪ੍ਰੋਡਿਊਸ ਪੱਖੋਂ, ਕੋਈ ਵੀ ਚੀਜ਼ ਲਾ ਲਓ ਤੁਸੀਂ। ਪਰ ਜਿਹੜੇ ਬਾਕੀ ਦੇ ਕੰਟਰੀ ਆ, ਉਹਨਾਂ ਦੇ ਵਿੱਚ ਜਿਵੇਂ ਅਮਰੀਕਾ ਦੀ ਐਗਜ਼ਾਮਪਲ ਲਾ ਲਓ, ਇੱਥੇ ਕਾਰਪੋਰੇਟ ਘਰਾਣੇ ਆ, ਭਾਰੂ ਆ। ਇੱਥੇ ਜਿਹੜੇ ਛੋਟੇ ਕਿਸਾਨਾਂ ਦਾ, ਉਹਨਾਂ ਦਾ ਕੁਛ ਨਹੀਂ ਬਣਦਾ। ਪਰ ਇਹ ਜਦੋਂ ਉਧਰ ਨੂੰ ਤੁਰੇ ਆ, ਤਾਂ ਇਹ ਜਿਵੇਂ ਉਹਨਾਂ ਨੇ ਕੱਢ ਕੇ ਥੌੜਾ ਮਾਰਿਆ ਰਾਤੋਂ ਰਾਤ ਸਿਰ 'ਚ ਕਿਸਾਨਾਂ ਦੇ, ਇਹ ਲੋਕ ਇਉਂ ਨਹੀਂ ਕਰਦੇ। ਪੰਜਾਬ ਦੇ ਲੋਕਾਂ ਨੂੰ ਇਹ ਸਿੱਖਿਆ ਦਿੱਤੀ ਨਹੀਂ ਗਈ ਵੀ ਤੁਸੀਂ ਹੋਰ, ਉਹਨਾਂ ਦੀ ਹੈਲਪ ਨਹੀਂ ਕੀਤੀ ਗਈ ਵੀ ਤੁਸੀਂ ਹੋਰ ਧੰਦੇ ਅਪਣਾਓ। ਤੁਸੀਂ ਇੱਥੇ ਪਾਣੀ ਤੁਹਾਡਾ ਗੰਦਾ ਹੋ ਜਾਊਗਾ, ਇੱਥੇ ਪਾਣੀ ਤੁਹਾਡਾ ਮੁੱਕ ਜਾਊਗਾ, ਵੀ ਤੁਸੀਂ ਕੋਈ ਫੈਕਟਰੀਆਂ ਵਾਲਿਆਂ ਨੂੰ, ਕਿਸੇ ਨੂੰ ਹੋਰ, ਕੋਈ ਉੱਥੇ ਲਾ ਐਂਡ ਆਰਡਰ ਨਹੀਂ ਕੰਮ ਕਰਦਾ, ਤੇ ਸਿੱਧਾ ਹੀ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਖੋਹਣ ਲੱਗੇ। ਤੇ ਇਹਨਾਂ ਨੂੰ ਸਿੱਖਿਆ ਦੇਣੀ ਵੀ ਤੁਸੀਂ ਆਹ ਆਲਟਰਨੇਟਿਵ ਆ, ਉਹਦੀ 5 ਸਾਲ 10 ਸਾਲ ਉਹਨਾਂ ਨੂੰ ਉੱਧਰ ਨੂੰ ਤੋਰੋ ਹੌਲੀ ਹੌਲੀ, ਵੀ ਤੁਸੀਂ ਭਾਈ ਆਹ ਫਸਲ ਕਰੋਗੇ ਤਾਂ ਉਹਦੇ ਤੇ ਸਬਸਿਡੀਆਂ ਦਿਓ, ਵੀ ਤੁਹਾਨੂੰ ਜਿੰਨੇ ਪੈਸੇ ਤੁਸੀਂ ਝੋਨੇ 'ਚੋਂ ਬਚਾਉਂਦੇ ਹੋ ਜਾਂ ਕਣਕ 'ਚੋਂ ਬਚਾਉਂਦੇ ਹੋ, ਉਨੇ ਹੀ ਤੁਹਾਡੇ ਪੈਸੇ ਆ ਜਿਹੜੇ ਇਹਨਾਂ ਕੰਮਾਂ 'ਚੋਂ ਵੀ ਬਚਣਗੇ। ਜਿੰਨੇ ਘਟਣਗੇ ਵੀ ਉਹਦੀ ਅਸੀਂ ਤੁਹਾਨੂੰ ਸਬਸਿਡੀ ਦਿਆਂਗੇ, ਅਗਲੇ 3 ਸਾਲ 5 ਸਾਲ 10 ਸਾਲ ਤੁਸੀਂ ਆਹ ਕੰਮ ਕਰੋ। ਉਹਦੇ ਨਾਲ ਉਹ ਜੱਟਾਂ ਨੂੰ ਹੌਲੀ ਹੌਲੀ ਉਹ ਸਿੱਖ ਲੈਂਦੇ। ਸਿੱਖਣ ਤੋਂ ਬਾਅਦ ਉਹ ਆਪੇ ਉਧਰ ਨੂੰ ਤੁਰ ਪੈਂਦੇ, ਉਹ ਸਬਸਿਡੀਆਂ ਘਟਾਉਂਦੇ ਜਾਂਦੇ, ਤੇ ਆਪੇ ਹੀ ਜਿਹੜੀ ਆ ਮਲਟੀ ਕ੍ਰੌਪ ਵਾਲਾ ਉਹ ਫਾਰਮੂਲਾ ਉੱਥੇ ਲਾਗੂ ਹੋ ਜਾਂਦਾ। ਤੇ ਦੁਨੀਆ ਪੱਧਰ ਦੇ ਵਿੱਚ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਸਾਡੀ ਮਾਰਕੀਟ ਕਿਹੜੀ ਚੀਜ਼ ਦੀ ਹੈਗੀ ਆ, ਕਿਹੜੀ ਅਸੀਂ ਵੇਚੀਏ। ਤੇ ਮਾਰਕੀਟ ਦੀ ਆਪਸ਼ਨ ਦਿੰਦੇ, ਓਪਨ ਕਰਦੇ ਸਾਰੀ ਮੰਡੀ ਨੂੰ। ਤੇ ਇਹਨਾਂ ਨੇ ਤਾਂ ਚੁੱਪ ਕਰਕੇ ਮੰਡੀਆਂ ਬੰਦ, ਤੇ MSP ਬੰਦ, ਤੇ ਸਾਰਾ ਕੁਝ ਆਪਣਾ ਧੱਕਾ ਕਰਦੇ। ਉੱਥੇ ਗਵਰਨਮੈਂਟ ਕਿਸੇ ਦੀ ਹੈਲਪ ਨਹੀਂ ਕਰਦੀ।
ਇਹ ਭਾਈ ਭੱਠਲ ਸਾਹਿਬ ਜਿਹੜੀ ਇਹ ਭੱਠਲ ਸਾਹਿਬ ਆਪਣੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਇਹ ਅਮਰੀਕਾ ਨਾਲ, ਅਸੀਂ ਅਮਰੀਕਾ ਨਾਲ ਤਾਂ ਤੁਸੀਂ ਔਰੰਜ ਨੂੰ ਐਪਲ ਨਾਲ ਕੰਪੇਅਰ ਕਰ ਨਹੀਂ ਸਕਦੇ, ਕਿਉਂਕਿ ਕਾਰਨ ਇਹ ਆ, ਤੁਹਾਨੂੰ ਦੇਖੋ ਅਮਰੀਕਾ ਦੀ GDP ਜਿਹੜੀ ਆ ਐਗਰੀਕਲਚਰ ਸੈਕਟਰ ਦੇ ਵਿੱਚ 5.2, ਸਿਰਫ 5.2 ਜਿਹੜੀ ਐਗਰੀਕਲਚਰ ਆ, ਤੇ ਇੰਡੀਆ ਦੀ ਜਿਹੜੀ ਆਲਮੋਸਟ 17% ਆ। ਤੇ ਦੇਖਿਆ ਇਹ ਜਾਵੇ ਕਿ ਇੱਥੇ ਜਿਹੜੇ ਲੋਕ ਨੇ 5% ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਸੁਵਿਧਾਵਾਂ ਦਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਫੂਡ ਜਿਹੜਾ ਸਾਡੇ ਵਾਸਤੇ ਟੇਬਲ ਤੇ ਆਉਣਾ ਬਹੁਤ ਜ਼ਰੂਰੀ ਹੈ। ਇਹਨਾਂ ਦੀ ਜਿਹੜੀ ਸਬਸਿਡੀ ਆ, ਤੁਸੀਂ ਦੇਖੋ ਪਿੱਛੇ ਜੇ ਚਾਈਨਾ ਨੇ ਏਦਾਂ ਲਾਤਾ ਤੇ ਉਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜਾ ਹੈਗਾ ਕਿਸਾਨਾਂ ਨੂੰ ਦਿੱਤਾ ਕਿ ਉਹਨੂੰ ਕੰਪਨਸੇਟ ਕਰਨ ਵਾਸਤੇ। ਲੇਕਿਨ ਸਾਡੀ ਚੱਕਰ ਇਹ ਹੈ ਕਿ ਅਸੀਂ ਇੰਡੀਆ ਦੇ ਵਿੱਚ ਤਾਂ ਸਾਡਾ ਰੂਲ ਇਹ ਆ ਕਿ ਸਰਕਾਰ ਦਾ ਵੀ ਅਸੀਂ ਜਿਹੜੀ ਹੈਗੀ ਆ ਕਾਰ ਤਾਂ ਬਣਾਤੀ ਵੀ ਅਸੀਂ 200 ਕਿਲੋਮੀਟਰ ਤੇ ਚੱਲੂਗੀ, ਪਰ ਰੋਡ ਸਾਡੇ ਉਹ ਰੋਡ ਚੱਲਣ ਵਾਸਤੇ ਠੱਡਿਆਂ ਵਾਲੀ ਆ। ਹੁਣ ਜੇ ਤੁਸੀਂ ਦੋਨੇ ਨੂੰ ਕੰਪੈਰੀਜ਼ਨ ਕਰੋ ਨਾ, ਹੁਣ ਅਮਰੀਕਾ ਨੇ ਜੇ ਰੋਡ ਵੀ ਬਣਾਏ, ਜੇ ਕਾਰ ਬਣਾਈ ਹੈ ਤਾਂ ਉਹਦੇ ਨਾਲ ਹਾਈਵੇ ਵੀ ਇਦਾਂ ਦੇ ਬਣਾਇਆ ਕਿ ਤੁਸੀਂ 90 ਤੇ ਜਾ ਸਕਦੇ ਹੋ। ਇਸ ਕਰਕੇ ਜਿਹੜੀ ਸਾਡੀ ਉੱਥੇ ਸਾਡੀ ਜਿਹੜੇ ਜਿਵੇਂ ਕਹਿੰਦੇ ਆ ਵੀ ਉਹ ਟਾਕ ਟੂ ਟਾਕ ਚੱਲਦੇ ਆ, ਵਾਕ ਨਹੀਂ ਨਾ ਕਰਦੇ। ਇਸ ਕਰਕੇ ਮੇਰਾ ਮਤਲਬ ਆਹੀ ਸੀਗਾ ਵੀ ਇਹ ਜਿਹੜਾ ਰੀਸਾਂ ਤਾਂ ਇਹਨਾਂ ਕੰਟਰੀਆਂ ਦੀਆਂ ਕਰਦੇ ਆ, ਪਾਲਿਸੀਆਂ ਇੱਥੋਂ ਵਾਲੀਆਂ ਪ੍ਰਾਈਵੇਟਾਈਜੇਸ਼ਨ ਹੋਰ ਸਾਰੀ ਕਰਨ ਨੂੰ ਫਿਰਦੇ ਆ, ਪਰ ਉੱਥੇ ਸਹੂਲਤਾਂ ਜਿਹੜੀਆਂ ਇੱਥੇ ਮਿਲਦੀਆਂ ਉਹ ਤੇ ਕਿਸਾਨਾਂ ਨੂੰ ਦੇ ਕੇ ਰਾਜੀ ਨਹੀਂ। ਇੱਕ ਫੈਕਟਰੀ ਵਾਲੇ ਨੂੰ ਸਬਸਿਡੀ ਦੇਣਗੇ, ਹੋਰਾਂ ਨੂੰ ਦੇ ਦੇਣਗੇ, ਵੱਡੀਆਂ ਘਰਾਣਿਆਂ ਨੂੰ ਦੇ ਦੇਣਗੇ, ਪਰ ਕਿਸਾਨ ਨੂੰ ਕੁਝ ਨਹੀਂ ਦੇਣਾ, ਚਾਹੇ ਉਹ ਖੁਦਕੁਸ਼ੀਆਂ ਕਰੀ ਜਾਵੇ। ਹਾਂਜੀ, ਉੱਥੇ ਬਿਲਕੁਲ ਜਿਹੜੀ ਦੂਜੀ ਗੱਲ ਕਰ ਰਹੇ ਨਾ ਤੁਸੀਂ ਪੱਟਲ ਸਾਹਿਬ, ਇਹ ਬਿਲਕੁਲ ਸਹੀ ਗੱਲ ਆ ਤੁਹਾਡੀ। ਜਿੱਦਾਂ ਡਾਕਟਰ ਸਾਹਿਬ ਨੇ ਵੀ ਕਹੀ ਗੱਲ, ਉੱਬੀ ਭਾਜੀ ਤੁਸੀਂ ਥੋੜਾ ਜਿਹਾ ਐਡ ਕਰਨਾ ਚਾਹੋਗੇ ਇਹਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਜੋ ਚੱਲ ਰਿਹਾ ਦਿੱਲੀ ਵਿੱਚ? ਭਾਜੀ ਉਹਨੇ ਗੱਲ ਕੀਤੀ ਸੀ ਵੀ ਮਤਲਬ ਕਿਸਾਨਾਂ ਨੂੰ ਕੁਝ ਦਿੰਦੇ ਨਹੀਂ ਹੈਗੇ, ਦਿੰਦੇ ਹੈਗੇ ਆ, ਮਤਲਬ ਜਿੱਦਾਂ ਬਿਜਲੀ ਫ੍ਰੀ ਹੈਗੀ ਆ, ਹਨਾ, ਪਰ ਜੇ ਉਹ ਆਊਗੀ ਤਾਂ ਸੋ ਇਹ ਤੋਂ ਥੋੜਾ ਹਟ ਕੇ ਮਤਲਬ ਗੱਲ ਕਰਨ ਲੱਗਿਆ। ਇਹ ਨਾ ਜਿੱਦਾਂ ਸਰਕਾਰਾਂ ਦੀਆਂ ਚਾਲਾਂ ਵੀ ਕਹਿ ਲਓ, ਸਰਕਾਰਾਂ ਦਾ ਕੋਈ ਮਤਲਬ ਜਿਵੇਂ ਦਿਲ ਨਹੀਂ ਕਰਦਾ ਵੀ ਮਤਲਬ ਇਸ ਮੁੱਦੇ ਦੇ ਉੱਪਰ ਕੁਛ ਗੱਲ ਕੀਤੀ ਜਾਵੇ, ਹਨਾ। ਹੁਣ ਭਗਵੰਤ ਮਾਨ ਜੀ ਨੇ ਅੱਜ ਉਹਨਾਂ ਨੇ ਇੱਕ ਲੈਟਰ ਲਿਖੀ ਹੈ, ਉਹ ਤੇ ਲਿਖਿਆ ਵੀ ਸਰਕਾਰ ਜੀ GST ਦਾ ਕਾਨੂੰਨ ਲਾਗੂ ਕਰਨ ਲਈ ਅੱਧੀ ਰਾਤ 12 ਵਜੇ ਪਾਰਲੀਮੈਂਟ ਖੁਲਵਾਈ ਜਾ ਸਕਦੀ ਆ, ਤਾਂ ਤੁਸੀਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਪਾਰਲੀਮੈਂਟ ਕਿਉਂ ਨਹੀਂ ਬੁਲਾ ਸਕਦੇ? ਰਾਈਟ, ਬਿਲਕੁਲ। ਸੋ ਨਹੀਂ ਉਹ ਵੀ ਜੀ ਤਦੀ ਤਾਂ ਜਿਹੜੀ ਇਹ ਚੀਜ਼ ਆ ਨਾ, ਦੇਖਣ ਵਾਲੀ ਗੱਲ ਹੁੰਦੀ ਹੈ ਇਹ ਬਣਾਏ ਕਿਉਂ ਆ। ਜਿਹੜੀ ਆਪਾਂ ਇਲੈਕਟ੍ਰਿਸਿਟੀ ਦੀ ਗੱਲ ਕਰਦੇ ਨਾ, ਆਪਾਂ ਪੰਜਾਬ ਦੇ ਵਿੱਚ ਇਲੈਕਟ੍ਰਿਸਿਟੀ ਦਿੰਦੀ ਸੀ, ਉਹਨੂੰ ਜੇ ਆਪਾਂ ਉਹਨੂੰ ਥੋੜਾ ਡੀਪਰ ਜਾ ਕੇ ਦੇਖੀਏ ਕਿ ਉਹ ਇਲੈਕਟ੍ਰਿਸਿਟੀ ਤਾਂ ਸੀ ਕਿ ਜਿਹੜੀ ਅਕਾਲੀ ਦਲ ਗਵਰਨਮੈਂਟ ਸੀ ਉਹਨਾਂ ਨੇ ਉਹ ਕੰਟਰੈਕਟ ਕੀਤੇ, ਪ੍ਰਾਈਵੇਟ ਇਲੈਕਟ੍ਰਿਸਿਟੀ ਬਾਏ ਕੀਤੀ, ਕਿਉਂਕਿ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਕਰੋੜਾਂ ਅਰਬਾਂ ਰੁਪਈਆ ਬਣਦਾ। ਉੱਥੇ ਜਿਹੜਾ ਸਰਕਾਰ ਆ ਉਹੀ ਕੰਮ ਉਹੀ ਏਜੰਡਾ ਪਾਸ ਹੋਊ, ਉਹੀ ਸਕੀਮ ਪਾਸ ਹੋਊ ਜਿਹਦੇ ਵਿੱਚ ਉਹਨਾਂ ਨੂੰ ਬੁਰਕੀ ਮਾਰਨ ਨੂੰ ਹੋਊਗਾ। ਇਸ ਕਰਕੇ ਉਹਨਾਂ ਦਾ ਕੰਮ ਜਿਹੜਾ ਇਲੈਕਟ੍ਰਿਸਿਟੀ ਫ੍ਰੀ ਦੇਣ ਦਾ ਨਹੀਂ, ਉਹਦਾ ਇਹ ਆ ਵੀ ਕਿ ਇਲੈਕਟ੍ਰਿਸਿਟੀ 1 ਰੁਪਈਏ ਦੀ ਫ੍ਰੀ ਦੇ ਕੇ ਤੇ 9 ਰੁਪਈਏ ਅਸੀਂ ਖਾਣੇ ਆ ਉਹਦੇ ਚੋਂ। ਉੱਥੇ ਹਮੇਸ਼ਾ ਉਹ ਨਾਮ ਦਾ ਭ੍ਰਿਸ਼ਟਾਚਾਰ ਨੂੰ ਢਕਣ ਵਾਸਤੇ, ਹਾਂ, ਭ੍ਰਿਸ਼ਟਾਚਾਰ ਚੱਕਰ ਇਹੀ ਆ ਵੀ ਉੱਥੇ ਉਹੀ ਪੁਲ ਬਣਦਾ ਜਿਹਦੇ ਵਿੱਚੋਂ 4 ਪੈਸੇ ਖਾਣ ਨੂੰ, ਜਿਹਦੇ ਚੋਂ ਪੈਸੇ ਨਾ ਬਣਦੇ ਹੋਣ, ਉਹ ਹਮੇਸ਼ਾ ਹੀ ਚੀਜ਼ ਹੋਗੀ ਪੈਂਡਿੰਗ ਰਹਿੰਦੀ ਆ, ਉਹ ਮਤਲਬ ਸਦੀਆਂ ਨਿਕਲ ਜਾਂਦੀਆਂ। ਲੇਕਿਨ ਜਿੰਨੇ ਵੀ ਗਵਰਨਮੈਂਟ ਦੇ ਏਜੰਡੇ ਆ, ਜਿੰਨੇ ਵੀ ਹੁਣ ਪ੍ਰਾਈਵੇਟਾਈਜੇਸ਼ਨ ਕਿਉਂ ਕਰ ਰਹੇ ਇਹ, ਕਿਉਂਕਿ ਜਿਨ੍ਹਾਂ ਨੇ ਜਹਾਜ਼ ਦਿੱਤੇ, ਜਿਨ੍ਹਾਂ ਨੇ ਹੈਲੀਕਾਪਟਰ ਦਿੱਤੇ ਆ ਚਲਾਉਣ ਵਾਸਤੇ, ਤੇ ਉਹਨਾਂ ਨੂੰ ਉਹਨਾਂ ਦੇ ਬੋਰਡਰ ਨੇ ਵੀ ਹੈ ਨਾ, ਉਹ ਕਿਹੜਾ ਉਹ ਇਹ ਤਾਂ ਇਹ ਆ ਵੀ ਇਸ ਹੱਥ ਲੈ ਤੇ ਇਸ ਹੱਥ ਦੇ। ਜਿਹੜੀ ਜਿੰਨੀ ਕਾਰਪੋਰੇਸ਼ਨ ਆ ਇੱਥੇ ਵੀ ਤੁਸੀਂ ਅਮਰੀਕਾ 'ਚ ਦੇਖ ਲਓ, ਤੁਸੀਂ ਅੱਜ ਜਿਹੜੀ ਹੁਣ ਜਾਰਜੀਆ ਦੇ ਵਿੱਚ ਮਤਲਬ ਰਨ ਆਫ ਹੋ ਰਿਹਾ, ਉੱਥੇ ਮਤਲਬ ਤੁਸੀਂ ਕੈਨ ਯੂ ਇਮੈਜਿਨ ਕਿ ਇੱਥੇ ਮਤਲਬ ਤਕਰੀਬਨ 500 ਮਿਲੀਅਨ ਦੇ ਕਰੀਬ ਜਿਹੜਾ ਉਹ 2 ਸੈਨੇਟ ਦੀਆਂ ਸੀਟਾਂ ਵਾਸਤੇ ਉਹਨਾਂ ਨੇ ਖਰਚ ਕਰਨਾ। ਡਾਕਟਰ ਸਾਹਿਬ ਸੌਰੀ ਮੈਂ ਇੰਟਰਰਪਟ ਕਰ ਰਿਹਾ, ਬਲਬਹਾਦਰ ਜੀ ਤੁਸੀਂ ਕਹਿਣਾ ਚਾਹੁੰਦੇ? ਹਾਂਜੀ ਤੁਸੀਂ ਹੱਥ। ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਪਹਿਲੋਂ ਵੀ ਭਾਜੀ ਜਿਹੜੇ ਪੰਜਾਬ ਦੇ ਲੋਕਾਂ ਨੇ ਰਿਕਾਰਡ ਜਿਹੜੀ ਆ ਪ੍ਰੋਡਕਸ਼ਨ ਕਰ ਦਿੱਤੀ ਸੀ, ਔਰ ਉਸ ਤੋਂ ਬਾਅਦ ਹੌਲੀ ਹੌਲੀ ਪੰਜਾਬ ਦੇ ਵਿੱਚ ਨਿਘਾਰ ਲਿਆਉਣ ਲਈ ਇਹ ਬਾਦਲ ਸਰਕਾਰ ਨੇ ਸਭ ਤੋਂ ਜ਼ਿਆਦਾ ਘਟੀਆ ਰੋਲ ਅਦਾ ਕੀਤਾ। ਚਲੋ ਆਪਾਂ ਹਰ ਇੱਕ ਚੀਜ਼ ਨੂੰ ਵਿੱਚ ਤੋਲ ਕੇ ਨਹੀਂ ਕਰਨਾ, ਪਰ ਮੈਂ ਇਹ ਗੱਲ ਜ਼ਰੂਰ ਕਰਨੀ ਆ ਕਿ ਜੇ ਸਭ ਤੋਂ ਵੱਡੀ ਹਿੰਦੁਸਤਾਨ ਦੀ ਪ੍ਰੋਬਲਮ ਹੈਗੀ ਆ ਭ੍ਰਿਸ਼ਟਾਚਾਰ। ਹਾਂਜੀ, ਕੋਈ ਵੀ ਜਿਹੜੀ ਵੀ ਮਰਜ਼ੀ ਸਰਕਾਰ ਬਣੀ ਆ, ਕਾਂਗਰਸ ਦੀ ਹੋਏ, BJP ਦੀ ਹੋਏ, ਅਕਾਲੀਆਂ ਦੀ ਹੋਏ, ਕੋਈ ਵੀ ਹੈਗੀ ਆ,
ਸਾਊਥ ਵਿੱਚ ਕੋਈ ਹੋਰ ਸਰਕਾਰਾਂ ਨੇ, ਉਹ ਸਾਰੀਆਂ ਕਰਪਸ਼ਨ ਦੇ ਉੱਤੇ ਨਿਰਭਰ ਹੈਗੀਆਂ। ਜਦੋਂ ਕਰਪਸ਼ਨ ਹੁੰਦੀ ਆ, ਉਹ ਕਰਪਸ਼ਨ ਕਰਨ ਲਈ ਜਿਹੜੀ ਗੌਰਮੈਂਟ ਨੂੰ ਟੈਕਸ ਆਉਂਦੇ ਆ ਉਹਨਾਂ ਵਿੱਚੋਂ ਹੀ ਘਾਟਾ ਮਿਲਦਾ ਪੈਂਦਾ ਆ। ਜਦੋਂ ਸਰਕਾਰ ਦੇ ਜਿਹੜੇ ਏਜੰਡੇ ਆ ਉਹਨਾਂ ਨੂੰ ਲਾਗੂ ਕਰਕੇ ਮਾਇਆ ਜਾਂਦੀ ਆ ਪੋਲੀਟੀਸ਼ੀਅਨਸ ਕੋਲ, ਉਹ ਖਾ ਪੀ ਜਾਂਦੇ ਨੇ, ਜਨਤਾ ਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਬਾਕੀ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈਗੀਆਂ ਸੀ ਉਹ ਸਾਰੀਆਂ ਐਂਟੋਗਨਾਈਜ਼ ਹੋਈਆਂ ਸੀ, ਉਹਨਾਂ ਦਾ ਸਾਨੂੰ ਪਤਾ ਸੀ। ਜਿਹੜਾ ਪਾਣੀ ਸਾਡਾ ਥੱਲੇ ਨੂੰ ਜਾ ਰਿਹਾ ਸੀ ਕਿ ਇਹ ਵੀ ਸੀਗਾ ਕਿ ਪੰਜਾਬ ਇੱਕ ਦਿਨ ਬੰਜਰ ਹੋ ਜਾਏਗਾ, ਬੜੇ ਚਿਰ ਦਾ ਪਤਾ ਹੈ, ਪਰ ਕਿਸੇ ਨੇ ਕੁਝ ਨਹੀਂ ਕੀਤਾ। ਕਿਉਂਕਿ ਹਰ ਇੱਕ ਚੀਜ਼ ਦਾ ਰੀਜ਼ਨ ਹੈਗਾ, ਉਹਨੂੰ ਅਸੀਂ ਚੇਂਜ ਕਰ ਸਕਦੇ ਹਾਂ। ਕਿਉਂਕਿ ਇਹ ਜਿਹੜਾ ਸਾਰਾ ਮਤਲਬ ਵਾਤਾਵਰਨ ਹੈ, ਇਹਦੇ ਵਿੱਚ ਸਭ ਤੋਂ ਵੱਡੇ ਪੋਲੂਟਰ ਅਸੀਂ ਆਪ ਹੈ, ਹਿੰਦੁਸਤਾਨ ਦੇ ਸਾਰੇ ਲੋਕ ਹੈ, ਸਾਰੇ ਲੋਕ। ਤੇ ਅਸੀਂ ਜਦੋਂ ਪੋਲੂਟ ਕਰ ਰਹੇ ਆ, ਹੁਣ ਉਹਨੂੰ ਰਿਫਰੈਸ਼ ਕਰਨ ਲਈ ਵਾਟਰ ਕਲਟੀਵੇਸ਼ਨ ਹੋਣੀ ਚਾਹੀਦੀ ਹੈ। ਉਹ ਬੜੇ ਚਿਰ ਸਾਲ ਪਹਿਲਾਂ ਤਿਆਰ ਹੋ ਜਾਣੀ ਚਾਹੀਦੀ ਸੀ। ਹੁਣ ਤੁਸੀਂ ਯਾਦ ਕਰੋ, ਪੁਰਾਣੇ ਜ਼ਮਾਨਿਆਂ ਵਿੱਚ ਹਰ ਪਿੰਡ ਵਿੱਚ 2-3 ਛੱਪੜ ਹੁੰਦੇ ਸੀ। ਇਹ ਛੱਪੜ ਜਿਹੜੇ ਸਨ, ਇਹ ਪਾਣੀ ਹਮੇਸ਼ਾ ਜਿਹੜਾ ਤੁਸੀਂ ਉੱਥੇ ਮੱਝਾਂ ਵੀ ਨਹਾਉਂਦੇ ਸੀ, ਉੱਥੇ ਨਹਾਉਂਦੇ ਵੀ ਸੀ। ਉਹ ਸਾਰਾ ਕੁਝ ਪਾਣੀ ਜਿਹੜਾ ਸੀ ਉਹ ਮੀਂਹ ਦਾ ਪਾਣੀ ਹੁੰਦਾ ਸੀ, ਉਹ ਫਿਰ ਥੱਲੇ ਸਿਮ ਜਾਂਦਾ ਸੀ। ਪਾਣੀ ਵਾਟਰ ਲੈਵਲ ਨੂੰ ਰੱਖਣ ਲਈ ਇਹ ਸਾਰੀਆਂ ਚੀਜ਼ਾਂ, ਰੀਕਲੇਮਨੇਸ਼ਨ ਆਫ ਵਾਟਰ ਜਿਹੜਾ ਹੈ ਉਹ ਕਰਨਾ ਚਾਹੀਦਾ ਸੀ ਬੜੇ ਸਾਲ ਪਹਿਲਾਂ ਤੋਂ। ਹੁਣ ਚੱਕਰ ਇਹ ਹੈ ਕਿ ਜਦ ਗੌਰਮੈਂਟ ਨੇ ਬਣ ਕੇ ਆਪਣੇ ਭਤੀਜੇ ਭਾਣਜਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਸਾਰੇ ਪੈਸੇ ਕਮਾਣੇ ਹੁੰਦੇ ਆ, ਇਸ ਕਰਕੇ ਜਿਹੜੇ ਆਮ ਲੋਕੀ ਆ ਉਹ ਨਿਗਲੈਕਟ ਰਹੇ ਨੇ ਇੰਨੇ ਸਾਲਾਂ ਤੋਂ। ਇਹ ਸਭ ਤੋਂ ਵੱਡਾ ਕਾਰਨ ਹੀ ਹਿੰਦੁਸਤਾਨ ਦੇ ਵਿੱਚ ਗਰੀਬੀ ਦਾ ਇਹੀ ਹੈ। ਬਿਲਕੁਲ ਸਹੀ ਗੱਲ ਹੈ ਬਲ ਬਹਾਦਰ ਜੀ, ਜਿਹੜਾ ਸਹੀ ਗੱਲ ਕਹੀ ਹੈ ਤੁਸੀਂ। ਹਾਂਜੀ, ਇਹ ਜਿਹੜੀ ਬਲ ਬਹਾਦਰ ਜੀ, ਜਿਹੜੀ ਆਪਾਂ ਇਲੈਕਟ੍ਰਿਸਿਟੀ ਦੀ ਆਪਾਂ ਗੱਲ, ਜਿਹੜੀ ਪਾਣੀ ਦੀ ਆਪਾਂ ਗੱਲ ਕਰਦੇ ਨਾ, ਪਾਣੀ ਮਕਾਉਣ ਦੀ, ਤੁਸੀਂ ਇੱਕ ਦੇਖੋ ਕਿ ਇੱਕ ਕਿਸਾਨ ਆ ਜਿਨ੍ਹਾਂ ਨੂੰ ਨਸ਼ੇ ਤੇ ਲਾਤਾ ਕਿ ਆਹ ਤੁਹਾਨੂੰ ਬਿਜਲੀ ਫ੍ਰੀ ਆ, ਉਹਨੂੰ ਬਿਜਲੀ ਫ੍ਰੀ ਕਰਕੇ ਉਹਨਾਂ ਨੇ ਸਾਰਾ ਝੋਨਾ ਲਾਉਣਾ ਸ਼ੁਰੂ ਕਰਤਾ। ਤੁਸੀਂ ਦੇਖੋ ਨਾ, ਬਾਕੀ ਜਿਹੜੀ ਤੁਸੀਂ ਆ ਬੈਲਟ ਜਿਹੜੀ ਹੈਗੀ ਹੈ ਮਾਲਵੇ ਦੀ, ਟੋਟਲ ਬੈਲਟ ਜਿਹੜੀ ਹੈ ਬਠਿੰਡਾ ਬਰਨਾਲਾ, ਇੱਥੇ ਸਭ ਕਪਾਹ ਨਰਮਾ ਬਹੁਤ ਹੁੰਦਾ ਸੀ। ਇੱਕ ਟਾਈਮ ਸੀ ਜਿਹੜਾ ਕਿ ਅੱਜ ਟਿੱਬਿਆਂ ਦੇ ਵਿੱਚ ਵੀ ਅਸੀਂ ਚੌਲ ਲਾਉਣੇ ਸ਼ੁਰੂ ਕਰਤੇ। ਉਹਦਾ ਕਾਰਨ ਇਹ ਆ ਕਿ ਉਹਨਾਂ ਨੇ ਜਿਹੜੀ ਫ੍ਰੀ ਬਿਜਲੀ ਦਿੱਤੀ ਹੈ ਨਾ ਕਿਸਾਨ ਨੂੰ, ਉਹ ਡਿਪੈਂਡੈਂਟ ਕਰ ਲਏ। ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਦੇ ਵਿੱਚੋਂ ਪੈਸਾ ਮਿਲਦਾ ਸੀ, ਉਹਨਾਂ ਦੇ ਵਿੱਚੋਂ ਉਹ ਜਿਵੇਂ ਦਾਲ, ਜਿਵੇਂ ਉਹਨਾਂ ਨੇ ਇੱਕ ਹੋਰ ਪ੍ਰੋਗਰਾਮ ਬਣਾਇਆ ਸੀਗਾ ਜਿਹੜਾ ਵੋਟਾਂ ਲੈਣ ਦਿਆਂ ਨੇ ਮਾਰਿਆਂ ਨੇ ਬਈ ਆਟਾ ਦਾਲ, ਉਹ ਵੀ ਸਿਰਫ ਲੋਕਾਂ ਨੂੰ ਮਜਬੂਰੀ, ਉਹਨਾਂ ਨੂੰ ਇੱਕ ਭਿਖਾਰੀ ਬਣਾ ਕੇ ਰੱਖਣ ਦੀ ਗੱਲ ਆ। ਹੋਰ ਇਹ ਨਹੀਂ, ਜੇ ਤੁਹਾਡੇ ਕੋਲੇ ਜਿਹੜੇ ਹਿਸਾਬ ਨਾਲ ਪਿਛਲੇ 10-20 ਸਾਲ ਤੋਂ ਹੁਣ ਟੈਕਨੋਲੋਜੀ ਵਧੀ ਆ, ਜੇ ਲੋਕਾਂ ਨੂੰ ਜਿਹੜੀਆਂ ਸਬਸਿਡੀਆਂ ਆਉਂਦੀਆਂ ਨੇ, ਲੇਕਿਨ ਸਬਸਿਡੀਆਂ ਤੁਸੀਂ ਜਿਹੜੀਆਂ ਸਟੇਟ ਐਂਡ ਸੈਂਟਰ ਨੇ ਜਾਂ ਸਟੇਟ ਨੇ ਡਿਵਾਈਡ ਕੀਤੀਆਂ ਹੁੰਦੀਆਂ ਵੀ ਐਸ ਦੇ ਵਿੱਚ ਦੇਣੀਆਂ ਨੇ, ਜੇ ਕਿਸੇ ਹੋਰ ਬਾਕੀ ਦੀਆਂ ਫਸਲਾਂ ਨੂੰ ਉਹ ਪ੍ਰਮੋਟ ਕਰਦੇ ਤਾਂ ਪੰਜਾਬ ਦੀ ਧਰਤੀ ਤਾਂ ਕੁਝ ਵੀ ਪੈਦਾ ਕਰਨ ਵਾਸਤੇ ਤਿਆਰ ਆ। ਇਸ ਕਰਕੇ ਉਹਨਾਂ ਨੇ ਇੱਕ ਸਿਰਫ ਏਦਾਂ ਦੀ ਲਾ ਲਈ ਆ ਕਿ ਝੋਨਾ ਤੇ ਕਣਕ ਤੇ ਹੀ ਰਹਿਣ, ਕਿਉਂਕਿ ਡਿਪੈਂਡੈਂਟ ਬਣਾਉਣਾ ਚਾਹੁੰਦੇ ਆ। ਅਸਲ ਵਿੱਚ ਤਾਂ ਉਹਨਾਂ ਦਾ ਜਿਹੜਾ ਗਵਰਨਮੈਂਟਾਂ ਦਾ ਮਤਲਬ ਹੀ ਇਹ ਆ ਕਿ ਇਹ ਜਿਹੜੇ ਲੋਕ ਨੇ, ਇਹਨਾਂ ਨੂੰ ਹਰ ਸਾਲ 200 ਰੁਪਇਆ 100 ਰੁਪਇਆ ਵਧਾ ਕੇ ਤੇ ਇਹਨਾਂ ਨੂੰ ਬਸ ਤਾੜੀਆਂ ਮਰਵਾ ਲਓ ਤੇ ਅਗਲੀ ਵਾਰੀ ਵੋਟਾਂ ਲੈ ਲਓ। ਇਹ ਜਿਹੜੀ ਚੀਜ਼ ਹੈ ਹਾਂਜੀ ਡਾਕਟਰ ਸਾਹਿਬ, ਉਹਦੇ ਵਿੱਚ ਮੈਂ ਜਿਹੜੀ ਗੱਲ ਕਰ ਰਿਹਾ ਨਾ, ਉਹਦੇ ਵਿੱਚ ਇਹ ਵੀ ਆ, ਜਦੋਂ ਇਹ ਪਤਾ ਲੱਗ ਗਿਆ ਵੀ ਝੋਨਾ ਜ਼ਿਆਦਾ ਬੀਜਿਆ, ਪਾਣੀ ਜ਼ਿਆਦਾ ਖਰਚਿਆ, ਪਾਣੀ ਤਾਂ ਹੀ ਘਟ ਗਿਆ ਥੱਲੇ, ਉਹ ਗੱਲ ਪਤਾ ਕੀ ਹੈ, ਉਦੋਂ ਤੱਕ ਉਹਨਾਂ ਸਾਰਿਆਂ ਨੂੰ ਵੀ ਪਤਾ ਸੀ। ਇਹ ਜਿਹੜੀ ਮੈਂ ਵਾਟਰ ਕਲਟੀਵੇਸ਼ਨ ਦੀ ਗੱਲ ਕਰ ਰਿਹਾ, ਕਿ ਉਹ ਅੱਜ ਦੀ ਚੀਜ਼ ਨਹੀਂ ਹੈ, ਬੜੀ ਪੁਰਾਣੀ ਚੀਜ਼ ਆ। ਹਰ ਇੱਕ ਬੰਦੇ ਨੂੰ ਉਹਦਾ ਪਤਾ ਸੀ ਵੀ ਅਸੀਂ ਫਿਰ ਨਾਲ ਇਹ ਵੀ ਕੰਮ ਸ਼ੁਰੂ ਕਰਦੇ ਕਿ ਪਾਣੀ ਜਿਹੜਾ ਥੱਲੇ ਨਾ ਘਟੇ, ਇਸ ਕਰਕੇ ਉਹਨੂੰ ਅਸੀਂ ਰੀਪਲੰਚ ਕਰਦੇ ਰਹਿੰਦੇ ਹਰ ਵੇਲੇ। ਇਹ ਚੱਕਰ ਤੇ ਆ ਵੀ ਕਿਉਂਕਿ ਗੌਰਮੈਂਟ ਨੇ ਸੋਚਣਾ ਨਹੀਂ, ਕਿਉਂਕਿ ਅਸੀਂ ਅਗਾਂਹ-ਵਧੂ ਸੋਚ ਲੈ ਕੇ ਨਹੀਂ ਆਏ। ਅਸੀਂ ਇੱਥੋਂ ਤੱਕ ਕੱਲ ਤੱਕ ਸੋਚਣ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਅਗਾਂਹ-ਵਧੂ ਦੂਰ ਤੱਕ ਦੇਖਾਂਗੇ, ਦੂਰ ਅੰਦੇਸ਼ੀ ਕਰਾਂਗੇ, ਤੇ ਸਾਨੂੰ ਪਤਾ ਵੀ ਅਸੀਂ ਪਾਣੀ ਜ਼ਿਆਦਾ ਵਰਤ ਰਹੇ ਹਾਂ ਤਾਂ ਪਾਣੀ ਘਟੇਗਾ। ਜੇ ਘਟੇਗਾ ਤੇ ਉਹਨੂੰ ਕਿਵੇਂ ਰੀਸਟੋਰ ਕਰਨਾ, ਇਹ ਸਾਰਾ ਕੁਝ ਪਹਿਲਾਂ ਹੀ ਆਲਰੇਡੀ ਦੁਨੀਆ ਨੂੰ ਪਤਾ ਆ, ਤੇ ਸਾਨੂੰ ਉਹ ਕਰਨਾ ਚਾਹੀਦਾ ਸੀ। ਮੇਰੀ ਗੱਲ ਡਾਕਟਰ ਸਾਹਿਬ, ਮੈਂ ਆਈ ਐਗਰੀ ਵਿਦ ਯੂ। ਜਿਹੜਾ ਸਾਡਾ ਨਾ, ਅਸੀਂ ਜਦੋਂ ਕੋਈ ਵੀ ਆ ਸਾਡੇ, ਤੁਸੀਂ ਹੁਣ ਬਿਜ਼ਨਸ ਦੇ ਵਿੱਚੋਂ, ਤੁਸੀਂ ਬਿਜ਼ਨਸ ਚੋਂ, ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਬੈਂਕ 'ਚ ਕਿੰਨੇ ਪਾਏ ਤੇ ਕਿੰਨੇ ਕੱਢਣੇ ਆ, ਠੀਕ ਆ ਨਾ। ਉਹ ਜਦੋਂ ਅਸੀਂ ਉਹ ਹਿਸਾਬ ਨਹੀਂ ਰੱਖਦੇ ਤਾਂ ਅਸੀਂ ਜਦੋਂ ਮਸ਼ੀਨ ਦੇ ਵਿੱਚ ਕਾਰਡ ਪਾਉਂਦੇ ਆ ਤੇ ਉਹ ਬਾਏ ਕਰ ਦਿੰਦੀ ਹੈ। ਇਸ ਕਰਕੇ ਜਿਹੜੀ ਧਰਤੀ ਆ ਉਹ ਵੀ ਏਦਾਂ ਹੀ ਆ
ਜਿੰਨਾ ਅਸੀਂ ਬਿਲਕੁਲ। ਪਾਣੀ ਉਹਦੇ ਚ ਪਾਉਂਦੇ ਨਹੀਂ, ਅਸੀਂ ਕੱਢੀ ਜਾਂਦੇ ਹਾਂ, ਉਹ ਤਾਂ ਹਰ ਇੱਕ ਮੂਰਖ ਨੂੰ ਵੀ ਪਤਾ। ਲੇਕਿਨ ਉਹਨਾਂ ਦੀ ਮਜਬੂਰੀ ਬਣ ਗਈ ਹੈ ਬੀਜਣਾ, ਕਿਉਂਕਿ ਜਿਹੜੀਆਂ ਬਿਜਲੀ ਜਾਂ ਹੋਰ ਇਦਾਂ ਦੀਆਂ ਪਾਲਿਸੀਆਂ ਇਦਾਂ ਦੀ ਸੀ ਕਿ ਬਾਕੀ ਜਿਹੜੀਆਂ ਫਸਲਾਂ ਨੂੰ ਉਹਨਾਂ ਨੇ ਟੋਟਲੀ ਨਕਾਰਤਾ। ਇਸ ਕਰਕੇ ਜਿਹੜੀ ਹਾਂਜੀ ਹਾਂਜੀ ਭੱਠਾ ਸਾਹਿਬ ਹਾਂਜੀ ਤੁਸੀਂ ਕਹਿਣਾ ਡਾਕਟਰ ਸਾਹਿਬ, ਹਾਂਜੀ ਗੱਲ ਇਹ ਆ ਵੀ ਆਪਾਂ ਉਹ ਇੰਨੇ ਨਾਦਾਨ ਨਹੀਂ ਹੈਗੇ, ਉਹਨਾਂ ਦੀ ਨੀਤ ਨਹੀਂ ਸਾਫ਼ ਹੈਗੀ। ਬਿਲਕੁਲ ਉਹ ਬਿਲਕੁਲ ਪੰਜਾਬ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਆ, ਤੇ ਉਹਨਾਂ ਨੂੰ ਸਭ ਕੁਝ ਪਤਾ ਵੀ ਇੱਥੇ ਪਾਣੀ ਖਤਮ ਹੋਣਾ, ਕੀ ਹੋਣਾ, ਕੀ ਨੀਤੀਆਂ ਚਾਹੀਦੀਆਂ ਸੀਗੀਆਂ। ਉਹ ਜਾਣ ਬੁੱਝ ਕੇ ਪੰਜਾਬ ਨੂੰ ਕੰਗਾਲ ਕਰਨ ਦੀ ਖਾਤਰ, ਪੰਜਾਬ ਦੀ ਜਵਾਨੀ ਨੂੰ ਅਨਪੜ੍ਹ ਰੱਖਣ ਦੀ ਖਾਤਰ, ਤੁਸੀਂ ਇੱਥੇ, ਮੈਨੂੰ 36 ਸਾਲ ਹੋ ਗਏ ਅਮਰੀਕਾ ਦੇ ਵਿੱਚ ਆਏ ਨੂੰ। ਜਦੋਂ ਅਸੀਂ ਆਏ ਆ ਉਦੋਂ ਇੱਥੇ ਆਪਣੇ ਡਾਕਟਰ, ਇੰਜੀਨੀਅਰ ਤੇ ਬੜੀ ਰਿਸਪੈਕਟ ਹੁੰਦੀ ਸੀ, ਬੜੇ ਵਧੀਆ ਲੋਕ ਸਾਰੇ ਪੜ੍ਹੇ ਲਿਖੇ ਹੁੰਦੇ ਸੀ। ਇਹ ਰੈਪੂਟੇਸ਼ਨ ਹੁੰਦਾ ਸੀ ਵੀ ਇਹ ਜਾਂ ਤਾਂ ਡਾਕਟਰ ਆ ਜਾਂ ਇੰਜੀਨੀਅਰ ਆ। ਇਦੋਂ ਘੱਟ ਆਪਣੇ ਕਿਸੇ ਪੰਜਾਬੀ ਨੂੰ ਕੋਈ ਗਿਣਦਾ ਨਹੀਂ ਸੀਗਾ, ਚਾਹੇ ਗੋਰੇ ਹੋਣ ਚਾਹੇ ਕੋਈ ਹੋਣ। ਇਹਨਾਂ ਨੇ ਕੀ ਕੀਤਾ ਵੀ ਇਹ ਪੰਜਾਬ ਆਪਣਾ ਸਾਰੇ ਨਾਰਥ ਇੰਡੀਆ ਦੇ ਵਿੱਚ ਆਪਣੇ, ਮੈਨੂੰ ਯਾਦ ਆ ਚੰਗੀ ਤਰ੍ਹਾਂ ਵੀ ਆਪਣੇ PCS IAS ਅਫਸਰ ਜਾਂ ਸਕੂਲਾਂ ਦੇ ਹੈਡਮਾਸਟਰ ਜਾਂ ਸਕੂਲਾਂ ਦੇ ਮਾਸਟਰ ਜਾਂ ਪਟਵਾਰੀ ਸਾਰੇ ਪੰਜਾਬੀ ਹੁੰਦੇ ਸੀ, ਆਪਣੇ ਬੰਦੇ ਹੀ ਹੁੰਦੇ ਸੀਗੇ। ਤੇ ਉਹ ਸਾਰਾ ਕੁਝ ਖਤਮ ਕਰਨ ਲਈ ਇਹ ਬੜੀ ਲੰਬੀ ਸਕੀਮ ਆ। ਇਹਨਾਂ ਦੀ ਨੀਤ ਸਾਫ਼ ਨਹੀਂ। ਇਹਨਾਂ ਬੰਦਿਆਂ ਨੇ ਸਾਰਾ ਪੰਜਾਬ ਦੇ ਨਾਲ ਇੰਨਾ ਧੱਕਾ ਕੀਤਾ, ਇੱਥੋਂ ਦਾ ਸਕੂਲ ਸਿਸਟਮ ਖਤਮ ਕਰਤਾ, ਇੱਥੋਂ ਦੀ ਜ਼ਮੀਨ ਖਤਮ ਕਰਤੀ, ਇੱਥੋਂ ਦੀ ਪੰਜਾਬੀਅਤ ਖਤਮ ਕਰਤੀ, ਇੱਥੋਂ ਦਾ ਧਰਮ ਖਤਮ ਕਰਤਾ। ਉਹ ਕੋਈ ਇਹ ਨਹੀਂ ਵੀ ਉਹ ਅਣਜਾਣ ਆ ਜਾਂ ਉਹਨਾਂ ਨੂੰ ਪਤਾ ਨਹੀਂ। ਇਹ ਬੜੀ ਲੰਬੀ ਮਿੱਥੀ ਸੋਚੀ ਸਮਝੀ ਸਾਜ਼ਿਸ਼ ਆ ਜਿਹਦਾ ਪੰਜਾਬ ਸ਼ਿਕਾਰ ਹੋਇਆ। ਤੇ ਪੰਜਾਬ ਦਾ ਉਹਦੇ ਸਾਰੀਆਂ ਗੱਲਾਂ ਦਾ ਜਿਹੜਾ ਗੁੱਸਾ ਵਾ ਉਹ ਅੱਜ ਇਕੱਠਾ ਹੋ ਕੇ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਉਹ ਸਾਰਾ ਇਕੱਠਾ ਕਰਕੇ ਅੱਜ ਸਾਰਾ ਪੰਜਾਬ ਉਹ ਗੁੱਸਾ ਦਿੱਲੀ ਦੇ ਬਾਰਡਰ ਤੇ ਬੈਠਾ ਕੱਢ ਰਿਹਾ ਵਾ। ਇਹ ਉਸੇ ਗੁੱਸੇ ਦਾ ਹੀ ਨਤੀਜਾ ਜਿਹੜਾ ਇੰਨੇ ਧੱਕੇ ਹੋਏ ਆ ਸਾਰਿਆਂ ਪੰਜਾਬੀਆਂ ਨੇ ਜਰੇ ਆ। ਤੇ ਸਾਰੇ ਪੰਜਾਬੀ ਇਹ ਗੱਲ ਸਮਝਦੇ ਆ, ਪਰ ਇਹ ਨਸ਼ੇ ਦੇ ਕੇ ਹੋਰ ਸਾਰਾ ਦੇ ਕੇ ਪੰਜਾਬੀਆਂ ਦੀ ਕੌਮ ਆ ਜਿਹੜੀ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਬੜਾ ਇਹਨਾਂ ਦਾ ਧੰਨਵਾਦ ਆ ਜਿਹੜੇ ਇਹਨੂੰ ਬੜੇ ਸੋਹਣੇ ਤਰੀਕੇ ਨਾਲ ਆਰਗੇਨਾਈਜ਼ ਕਰ ਰਹੇ ਆ। ਤੇ ਖਾਸ ਕਰਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਇਹਦੀ ਖੁੱਲ੍ਹ ਦਿਲੀ ਨਾਲ ਦਿੱਲੀ ਦੇ ਵਿੱਚ ਸਾਰੇ ਪਾਸਿਆਂ ਤੋਂ ਮਦਦ ਕਰ ਰਹੀ ਆ। ਇਹ ਵੀ ਬਹੁਤ ਵਧੀਆ ਗੱਲ ਆ। ਹਾਂਜੀ, ਥੋੜਾ ਜਿਹਾ ਆਪਾਂ ਟਾਈਮ ਦਾ ਵੀ ਥੋੜਾ ਜਿਹਾ ਦੇਖਣਾ ਹੈਗਾ ਜੀ। ਆਪਾਂ ਬਲ ਬਹਾਦਰ ਜੀ ਕਰੋ ਤੁਸੀਂ ਗੱਲ, ਅਸੀਂ ਥੋੜਾ ਜਿਹਾ ਇੱਕ ਮਿੰਟ ਹੀ ਕਹਿਣਾ ਵੀ ਜਿਹੜਾ ਭਾਜੀ ਭੱਠਲ ਸਾਹਿਬ ਨੇ ਜੋ ਗੱਲ ਕਹੀ ਆ ਬਿਲਕੁਲ ਸੱਚ, ਬਿਲਕੁਲ ਠੀਕ ਹੈ। ਔਰ ਚੱਕਰ ਇਹ ਆ ਕਿ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਦੁਸ਼ਮਣ ਕੌਣ ਹੈ ਤੇ ਸਾਥੀ ਕੌਣ ਹੈ, ਇਹ ਬੜਾ ਮੁਸ਼ਕਲ ਹੈ। ਪਰ ਸਾਰੇ ਪੰਜਾਬ ਦੇ ਲੋਕਾਂ ਨੂੰ ਉਦਾਂ ਵੀ ਜਾਗਣਾ ਪਏਗਾ। ਜਾਗ ਕੇ ਉਹ ਸਰਕਾਰ ਲਿਆਉਣੀ ਚਾਹੀਦੀ ਹੈ ਜਿਹੜੀ ਆਮ ਬੰਦੇ ਦੇ ਕੰਮ ਆ ਸਕੇ, ਉਹਦੇ ਵਾਸਤੇ ਕੋਈ ਕੰਮ ਕਰੇ। ਪੂੰਜੀਪਤੀਆਂ ਨੂੰ ਨਾ ਸਿਰਫ ਸਭ ਕੁਝ ਦੇਈ ਜਾਵੇ। ਇਹ ਚੀਜ਼ ਕਰਨ ਲਈ ਮੇਰਾ ਖਿਆਲ ਹੈ ਕੋਈ ਆਲਟਰਨੇਟਿਵ ਹੈ। ਹੁਣ ਵੈਸੇ ਅਸੀਂ ਗੱਲ ਇਸ ਵੇਲੇ ਪੋਲੀਟੀਕਲ ਨਹੀਂ ਕਰ ਰਹੇ, ਇਸ ਵੇਲੇ ਸੋਲੂਸ਼ਨ ਦੀ ਜਿਹੜੀ ਚੀਜ਼ ਹੈ ਉਹ ਕਰ ਰਹੇ ਹਾਂ। ਤੇ ਆਮ ਆਦਮੀ ਪਾਰਟੀ ਕੋਈ ਇੱਕ ਸੋਲੂਸ਼ਨ ਹੈਗਾ ਮੇਰੇ ਖਿਆਲ ਦੇ। ਬਿਲਕੁਲ ਸਹੀ ਹੈ ਬਲ ਬਹਾਦਰ ਜੀ। ਔਰ ਨਾਲੇ ਥੋੜਾ ਜਿਹਾ ਨਾ ਇਹਦੇ ਵਿੱਚ ਇੱਕ ਆਪਾਂ ਥੋੜੇ ਟੌਪਿਕ ਨੂੰ ਮਾੜਾ ਜਿਹਾ ਚੇਂਜ ਕਰ ਰਹੇ ਹਾਂ। ਦੇਖੋ ਜਿਹੜੇ ਬਿੱਲ 3 ਪਾਸ ਕੀਤੇ ਆ ਗਵਰਨਮੈਂਟ ਨੇ, ਇਹ ਦੇਖੋ ਮੈਂ ਇੱਕ ਚੀਜ਼ 'ਚ ਵਿਸ਼ਵਾਸ ਰੱਖਦਾ ਇਸ ਚੀਜ਼ ਵਿੱਚ ਕਿ ਕੇਜਰੀਵਾਲ ਸਾਹਿਬ ਨੇ ਜੋ ਵੀ ਕੀਤਾ ਪੋਲੀਟੀਕਲ ਤੌਰ ਤੇ ਨਹੀਂ ਕੀਤਾ ਹੈਗਾ। ਉਹਨਾਂ ਨੇ ਆਪਣੇ ਦਿਲੋਂ ਇੱਕ ਇਨਸਾਨੀਅਤ ਦੇ ਤੌਰ ਤੇ ਅੱਜ ਉਹ ਕਿਸਾਨ ਅੰਦੋਲਨ ਦਾ ਹੈਲਪ ਕਰ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਵੀ ਆ ਕਿ ਅਸੀਂ ਕੋਈ ਵੀ ਪੋਲੀਟੀਕਲ ਤੌਰ ਤੇ ਇਸ ਚੀਜ਼ ਨੂੰ ਨਾ ਯੂਜ਼ ਕਰੋ, ਇਹਨੂੰ ਸਿਰਫ ਤੇ ਸਿਰਫ ਇੱਕ ਇਨਸਾਨੀਅਤ ਦੇ ਤੌਰ ਤੇ ਕਰੋ। ਉਹਦੇ ਬਾਰੇ ਨਾ ਆਪਾਂ ਇੱਕ ਵੀਡੀਓ ਨਿਕਲੀ ਆ, ਉਹ ਮੈਂ ਬਲਜਿੰਦਰ ਭਾਜੀ ਨੂੰ ਕਹੂੰਗਾ ਭਾਜੀ 1 ਮਿੰਟ ਉਹ ਵੀਡੀਓ ਚਲਾਓ ਜਿਹੜੀ ਕੇਜਰੀਵਾਲ ਸਾਹਿਬ ਦੀ ਆ, ਕਿ ਉਹਨਾਂ ਨੇ ਕਲੀਅਰ ਕੀਤਾ ਹੈ ਕਿ ਪੋਲੀਟੀਕਲ ਨਹੀਂ ਹੋਣਾ ਚਾਹੀਦਾ ਕੁਝ ਵੀ ਇਹਦੇ ਵਿੱਚ। ਬਿਲਕੁਲ ਠੀਕ ਹੈ ਜੀ। ਹਾਂਜੀ 1 ਮਿੰਟ ਦੇਖੋ ਜਰਾ ਵੀਡੀਓ ਦੇਖ ਕੇ ਆਪਾਂ ਫੇਰ ਗੱਲ ਕਰਦੇ ਜੀ। ਹਾਂਜੀ ਵੱਡੀ ਕਰੋ ਭਾਜੀ। नमस्कार, सत श्री अकाल। आज पूरा देश देख रहा है हमारे देश का किसान कड़ी ठंड में रात को आसमान के नीचे खुली सड़क पे सो रहा है। ये सोच के सारी रात नींद नहीं आती। आज कोई भी देशभक्त ये देख के चैन की नींद नहीं सो सकता। ये लड़ाई सिर्फ हमारे किसान भाइयों की नहीं है, ये हम सबकी लड़ाई है। जरा सोचिए, जो 2 वक्त की रोटी हम खाते हैं वो हमारे किसान भाइयों की मेहनत की उगाई हुई होती है। हम सबको इस लड़ाई में अपने किसान भाइयों का साथ देना है। कल पंजाब के मुख्यमंत्री ने मुझ पे आरोप लगाया कि दिल्ली में मैंने
ये काले कानून पास कर दिए। इतने नाजुक मौके पे भी इस तरह की गिरी हुई राजनीति कैप्टन साहब कैसे कर सकते हैं? ये तो तीनों केंद्र के कानून हैं। जिस दिन राष्ट्रपति के इन तीनों कानूनों पे दस्तखत हुए थे, उसी दिन ये तीनों कानून पूरे देश में लागू हो गए। अब ये किसी राज्य सरकार के ऊपर नहीं है कि वो इन्हें लागू करेगी या नहीं करेगी। अगर राज्य सरकारों पे होता तो देश भर से किसान केंद्र सरकार से बात करने के लिए दिल्ली क्यों आते? वो अपने अपने राज्य के मुख्यमंत्रियों से मांग करते। ये कानून केंद्र सरकार लाई है और कोई भी राज्य सरकार इन कानूनों को ना तो रोक सकती है और ना पास कर सकती है। अब सवाल ये है कि जब कैप्टन साहब को ये बात पता है तो फिर उन्होंने मुझ पर ये झूठे आरोप क्यों लगाए? इसका एक बहुत बड़ा कारण है। जब से हमने दिल्ली के 9 स्टेडियम को जेल बनाने से रोका है, तब से केंद्र की भाजपा सरकार मुझसे बहुत ज्यादा नाराज है। केंद्र सरकार का पूरा प्लान था कि जब किसान दिल्ली आएंगे तो उन्हें इन 9 स्टेडियम में डाल देंगे। हमने स्टेडियम को जेल बनाने की इजाजत नहीं दी, तो वो लोग अब मुझसे बहुत नाराज हैं। मुझे पता है कि स्टेडियम को जेल बनाने के लिए मुझ पे कितना दबाव आया था, किस किस का फोन नहीं आया। लेकिन जिंदगी में कुछ ऐसे मौके आते हैं जब आप अपने जमीर की सुनते हो, नतीजे की परवाह नहीं करते। कैप्टन साहब, क्या इन्हीं लोगों का आप पे दबाव है जो आप मुझ पे झूठे आरोप लगा रहे हो, मुझे गालियां दे रहे हो, बीजेपी की बोली बोल रहे हो, बीजेपी के साथ ये दोस्ती निभा रहे हो, या कोई दबाव है क्योंकि आपके परिवार पे ईडी के केस चल रहे हैं आजकल और ईडी के नोटिस भी आ रहे हैं आजकल। कैप्टन साहब के पास ये बिल रोकने के कई मौके आए। पंजाब के लोग पूछ रहे हैं कि तब कैप्टन साहब ने इन बिलों को क्यों नहीं रोका। आज से 1.5 साल पहले 2019 में केंद्र सरकार ने ये तीनों काले कानून बनाने के लिए एक कमेटी बनाई थी। उस कमेटी में पता है कौन था? उस कमेटी में कैप्टन साहब थे। कैप्टन साहब, पंजाब के लोग आपसे पूछ रहे हैं कि आपने उस कमेटी में इन काले कानूनों को क्यों नहीं रोका? आपने कमेटी में एक बार भी इन काले कानूनों का विरोध क्यों नहीं किया? आपने बाहर आके लोगों को क्यों नहीं बताया कि केंद्र सरकार इतने खतरनाक कानून बनाने जा रही है? कैप्टन साहब, आपके पास 1 नहीं, 2 नहीं, 3 नहीं, इतने मौके आए जब आप इन बिलों को रोक सकते थे। आज पंजाब का किसान आपसे पूछ रहा है कि आपने ये बिल क्यों नहीं रोके। आज दिल्ली की सरहद पे पंजाब का किसान है और देश की सरहद पे उसी किसान का बेटा पंजाब का जवान है। अभी कुछ दिन पहले पंजाब के एक किसान सरदार कुलवंत सिंह जी दिल्ली की सरहद पे बैठे हुए थे और खबर आई कि उनका 22 साल का जवान बेटा सुखबीर सिंह बॉर्डर पे देश के लिए शहीद हो गया। इस सब के बीच जब कुछ लोग आए दिन किसानों को आतंकवादी बुलाते हैं, देशद्रोही कहते हैं, तो मैं सोचता हूं कि बॉर्डर पर उन जवानों पर क्या बीतती होगी जिनके किसान माँ बाप को आतंकवादी कहा जा रहा है। आज हम सबको तय करना होगा कि हम देश के किसानों के साथ हैं या उन्हें आतंकवादी कहने वालों के साथ हैं। मेरी सभी देशवासियों से अपील है कि हर देशभक्त किसानों का साथ दे। मेरी सभी आम आदमी पार्टी के लोगों से अपील है, कोई राजनीति नहीं करनी, सभी पार्टियों के लोगों के साथ मिलके भारतीय बनके किसानों की सेवा करनी है। राजनीति करने को पूरी जिंदगी पड़ी है, अभी बस सेवादार बनके सेवा करो। हमें इस इनकलाब का ना राजनीतिकरण करना है और ना इस इनकलाब का राजनीतिकरण होने देना है। मेरी केंद्र सरकार से अपील है कि किसानों को सभी मांगे किसानों की तुरंत मानी जाएं और एमएसपी की गारंटी को कानून में डाला जाए। जय हिंद। जय हिंद। बहुत ਵਧੀਆ ਭਾਜੀ, ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਨੇ ਇਹ ਦੱਸਿਆ ਔਰ ਇੱਕ ਇਨਸਾਨ ਦੀ ਤਰ੍ਹਾਂ ਬੋਲੇ ਆ, ਪੋਲੀਟੀਸ਼ੀਅਨ ਦੀ ਤਰ੍ਹਾਂ ਨਹੀਂ ਬੋਲੇ। ਉਸ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਇਹ ਬੰਦਾ ਕਿੰਨਾ ਇਨਸਾਨ ਆ, ਕਿੰਨੀ ਇਨਸਾਨੀਅਤ ਇਸ ਬੰਦੇ 'ਚ। ਔਰ ਅਸੀਂ ਇਹ ਵੀ ਸੋਚਦੇ ਸੀ ਵੀ ਜੇ ਮੰਨ ਲਓ ਅੱਜ ਜਿੱਦਾਂ ਹੁਣ ਕਿਸਾਨਾਂ ਦਾ ਸਾਥ ਦੇ ਰਹੇ ਅੰਦੋਲਨ ਦੇ ਵਿੱਚ,
ਜੇ ਇੱਥੇ ਸ਼ੀਲਾ ਦੀਕਸ਼ਿਤ ਹੁੰਦੀ ਤਾਂ ਕਿਉਂਕਿ ਜਿਹਦੇ ਤੇ ਦਾਗ ਲੱਗੇ ਹੋਏ ਆ ਉਹਨੂੰ ਉਹਨਾਂ ਨੇ ਕਾਣਾ ਕੀਤਾ ਹੋਇਆ, ਕੈਪਟਨ ਨੂੰ ਕਾਣਾ ਕੀਤਾ ਹੋਇਆ, ਖੱਟਰ ਨੂੰ ਕਾਣਾ ਕੀਤਾ ਹੋਇਆ, ਉਹਦੇ ਕੋਲੋਂ ਸਾਰੇ ਕੰਮ ਕਰਵਾ ਰਹੇ ਆ। ਜੇ ਸ਼ੀਲਾ ਦੀਕਸ਼ਿਤ ਹੁੰਦੀ ਸ਼ਾਇਦ ਅੱਜ ਅੰਦੋਲਨ ਦੇ ਵਿੱਚ ਜਿੱਦਾਂ ਦਿੱਲੀ ਸਰਕਾਰ ਹੈਲਪ ਕਰ ਰਹੀ ਆ ਨਾ ਕਰਦੀ ਹੁੰਦੀ। ਤੇ ਇਹ ਵੀ ਇੱਕ ਬਹੁਤ ਸਾਡੇ ਲਈ ਲੱਕੀ ਹੈਗਾ ਕਿ ਉੱਥੇ ਕੇਜਰੀਵਾਲ ਸਾਹਿਬ ਇੰਨੀ ਹੈਲਪ ਕਰ ਰਹੇ ਕਿਸਾਨਾਂ ਦੀ, ਔਰ ਪੰਜਾਬ ਅੰਦੋਲਨ ਦੇ ਵਿੱਚ, ਇਸ ਕਿਸਾਨੀ ਅੰਦੋਲਨ ਦੇ ਵਿੱਚ ਹੈਲਪ ਕਰ ਰਹੇ ਆ ਜੀ। ਤੇ ਇਸ ਵੀਡੀਓ ਬਾਰੇ ਡਾਕਟਰ ਸਾਹਿਬ 2-2 ਮਿੰਟ ਗੱਲ ਕਰਨੀ ਆ, ਜੇ ਤੁਸੀਂ ਕੋਈ ਸ਼ੇਅਰ ਕਰਨਾ ਚਾਹੋ। ਅਜੀਤ ਭੱਠਲ ਸਾਹਿਬ ਤੇ ਬਲ ਬਹਾਦਰ ਜੀ 2-2 ਮਿੰਟ, ਬਲਜਿੰਦਰ ਭਾਜੀ ਤੁਸੀਂ ਵੀ। ਹਾਂਜੀ ਡਾਕਟਰ ਸਾਹਿਬ ਤੁਹਾਡੇ ਤੋਂ ਸ਼ੁਰੂ ਕਰੋ। ਹਾਂਜੀ ਠੀਕ ਹੈ ਜੀ। ਮੇਰਾ ਇਹਦੇ ਤੇ ਜਿਹੜਾ ਹੈਗਾ, ਪਹਿਲੀ ਗੱਲ ਤਾਂ ਇਹ ਹੈ ਕਿ ਕੇਜਰੀਵਾਲ ਸਾਹਿਬ ਦੀ ਜਿਹੜੀ ਪਰਸਨੈਲਿਟੀ ਆ, ਉਹ ਇਦਾਂ ਦੇ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਇੱਕ ਲੀਡਰ ਨੇ, ਇਸ ਕਰਕੇ ਉਹ ਇੱਕ ਕਾਮਨ ਮੈਨ ਦੀ ਆਵਾਜ਼ ਆ। ਉਹਨੂੰ ਅਸੀਂ ਲੀਡਰ ਨਹੀਂ, ਅਸੀਂ ਉਹ ਇੱਕ ਪੋਲੀਟੀਕਲ ਪਾਰਟੀ ਘੱਟ ਆ, ਉਹ ਮਤਲਬ ਉਹਨਾਂ ਨੂੰ ਕਈ ਪੋਲੀਟੀਕਲ ਫੈਸਲੇ ਲੈਣੇ ਪੈਂਦੇ ਆ, ਲੇਕਿਨ ਉਹ ਇੱਕ ਕਾਮਨ ਮੈਨ ਦੀ ਤਰ੍ਹਾਂ ਕੰਮ ਕਰ ਰਹੇ ਆ। ਤੇ ਮੈਂ ਤਾਂ ਮਤਲਬ ਜਦੋਂ ਦਾ ਵੀ ਮੈਂ ਇਹਨਾਂ ਨੂੰ ਮਤਲਬ ਫਾਲੋ ਕਰ ਰਿਹਾ, ਤੇ ਮੈਂ ਕਦੇ ਵੀ ਨਹੀਂ ਦੇਖਿਆ ਕਿ ਉਹਨਾਂ ਨੇ ਗਰਾਊਂਡ ਤੋਂ ਦੇਖਣਾ। ਉਹਨਾਂ ਦੀ ਜਿਹੜੀ ਆ, ਜਦੋਂ ਤੁਸੀਂ ਆਪ ਸੱਚੇ ਹੋਵੋ ਨਾ, ਤੁਸੀਂ ਭਾਵੇਂ ਸੈਂਟਰ ਆ ਭਾਵੇਂ ਕੋਈ ਵੀ ਆ, ਤੁਸੀਂ ਅੱਖ ਪਾ ਕੇ ਕੰਮ ਕਰ ਸਕਦੇ ਹੋ। ਜਿਹੜੇ ਹੋਏ ਪਹਿਲੇ ਪੋਲੀਟੀਕਲ ਜਿਹੜੀਆਂ ਜਿਨ੍ਹਾਂ ਨੇ ਆਪ ਚੋਰੀਆਂ ਕੀਤੀਆਂ ਹੋਈਆਂ ਨੇ, ਉਹ ਫਿਰ ਏਦਾਂ ਹੀ ਆ ਜਿਵੇਂ ਤੁਸੀਂ ਕਿਹਾ ਕਿ ਕੈਪਟਨ ਸਾਹਿਬ ਜਾਂ ਖੱਟੜ ਸਾਹਿਬ ਜਾਂ ਸ਼ੀਲਾ ਦੀਕਸ਼ਿਤ ਵੀ ਹੁੰਦੀ, ਉਹਨਾਂ ਦੇ ਵਿੱਚ ਇੰਨਾ ਜਿਹੜਾ ਤੁਸੀਂ ਜਿੰਨਾ ਚਿਰ ਤੁਹਾਡੇ ਕੋਲੇ ਆਪ ਤੁਸੀਂ ਸਾਫ਼ ਸੁਥਰੇ ਨਾ ਹੋਵੋ ਨਾ, ਤਾਂ ਉਹਨਾਂ ਚਿਰ ਤੁਹਾਡੇ 'ਚ ਜ਼ਰੂਰਤ ਨਹੀਂ ਆਉਂਦੀ ਇਹ ਗੱਲਾਂ ਕਹਿਣ ਦੀ। ਤੇ ਜਿਹੜੀ ਗੱਲ ਹੁਣ ਕਹੀ ਆ, ਉਹ ਕਹਿੰਦੇ ਵੀ ਕੈਪਟਨ ਸਾਹਿਬ ਤੁਸੀਂ ਕਿਵੇਂ ਕਰ ਸਕਦੇ ਹੋ। ਕੈਪਟਨ ਸਾਹਿਬ ਤਾਂ ਗੁਟਕਾ ਸਾਹਿਬ ਦੀ ਸਹੁੰ ਵੀ ਖਾ ਸਕਦੇ ਆ, ਉਹ ਤਾਂ ਕੁਝ ਵੀ ਕਰ ਸਕਦੇ ਆ। ਇਸ ਕਰਕੇ ਕੈਪਟਨ ਸਾਹਿਬ ਦੀ ਤਾਂ ਸਾਡੀ ਜਿਹੜੀ ਪਰਸਨੈਲਿਟੀ ਆ, ਉਹ ਕੁਝ ਵੀ ਕਰ ਸਕਦੇ। ਉਹ ਤਾਂ ਸ਼ੁਕਰ ਆ ਕਿ ਅੱਜ ਉਹ ਪੰਜਾਬ 'ਚ ਨੇ, ਉਹ ਤਾਂ ਪਹਾੜੀ ਵੀ ਚੜ ਜਾਂਦੇ ਆ। ਇਸ ਕਰਕੇ ਬੜਾ ਇਹ ਆ ਵੀ ਤੁਸੀਂ ਜਿਹੜੇ ਹਿਸਾਬ ਨਾਲ ਆਮ ਆਦਮੀ ਪਾਰਟੀ ਨੇ, ਜਿਹੜਾ ਪਹਿਲੀ ਗੱਲ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਸਟੇਡੀਅਮ ਦੇਣ ਤੋਂ ਨਾ ਕੀਤਾ, ਇਟਸ ਗਟਸੀ, ਜਿਹੜਾ ਕਿ ਖਾਸ ਕਰਕੇ ਦਿੱਲੀ ਗਵਰਨਮੈਂਟ ਬਹੁਤ ਡਿਪੈਂਡ ਕਰਦੀ ਹੈ ਸੈਂਟਰ ਤੇ, ਪਰ ਉਹਨੇ ਬਹੁਤ ਵੱਡੇ ਗਟਸ ਵਾਲਾ ਜਿਹੜਾ ਫੈਸਲਾ ਕੀਤਾ। ਵੀ ਸਲੂਟ ਹਿਮ। ਰਾਈਟ, ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਪੱਠਲ ਸਾਹਿਬ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਆ? ਹਾਂਜੀ, ਮੈਂ ਜਿਹੜਾ ਕੇਜਰੀਵਾਲ ਆ ਨਾ, ਇਹਨੇ ਜਦੋਂ ਬੜੀ ਕਿਤੇ ਇਹਦੀ ਸੁਣੀ, ਜਦੋਂ ਤੇ ਸਿਆਸਤ ਦੇ ਵਿੱਚ ਆਇਆ ਵੀ ਮੈਂ ਸਿਆਸਤ ਕਰਨ ਨਹੀਂ, ਮੈਂ ਸਿਆਸਤ ਬਦਲਣਾ ਆ। ਹਾਂਜੀ, ਇਹਨਾਂ ਦੇ ਉਸੇ ਗੱਲ ਦੇ ਉੱਤੇ ਇਹ ਪੱਕੇ ਦ੍ਰਿੜ ਖੜੇ ਆ। ਤੇ ਇਹ ਦੇਖੋ ਤੁਸੀਂ, ਕੈਪਟਨ ਵਰਗਿਆਂ ਜਾਂ ਹੋਰ ਜਿਹੜੇ ਚੀਫ ਮਿਨਿਸਟਰ ਆ, ਉਹਨਾਂ ਨੇ ਇਹਨਾਂ ਦੀ ਰੀਸ ਕਿਵੇਂ ਕਰ ਲੈਣੀ ਆ। ਇਹਨਾਂ ਦੇ ਹਰ ਸਾਹ ਲੈਣ ਦੇ ਉੱਤੇ, ਹਰ ਕਦਮ ਪੁੱਟਣ ਦੇ ਉੱਤੇ ਏਜੰਸੀਆਂ ਲੱਗੀਆਂ ਹੋਈਆਂ। ਜੇ ਕਿਤੇ 1 ਰੁਪਏ ਦੀ ਹੇਰਾਫੇਰੀ ਕਰ ਲੈਣ ਤਾਂ ਕੇਜਰੀਵਾਲ ਕਦੇ ਜ਼ਿੰਦਗੀ 'ਚ ਜੇਲ੍ਹ ਚੋਂ ਬਾਹਰ ਨਾ ਨਿਕਲੇ। ਤੇ ਇਹ ਦੂਜੇ ਜਿਹੜੇ ਚੋਰ ਆ ਸਾਰੇ, ਇਹ ਤਾਂ ਉਹਨਾਂ ਦੇ ਮੈਂ ਕਹਿੰਦਾ ਪਾਈ ਭਰਬ ਨਹੀਂ ਹੈਗੇ। ਤੇ ਇਹਨਾਂ ਦੀਆਂ ਤਾਂ ਉਹਨਾਂ ਕੋਲੇ ਫਾਈਲਾਂ ਰੱਖੀਆਂ ਹੋਈਆਂ, ਜਦੋਂ ਮਰਜ਼ੀ ਇਹਨਾਂ ਨੂੰ ਡਰਾ ਲੈਂਦੇ ਆ, ਜਦੋਂ ਮਰਜ਼ੀ ਕਹਿੰਦੇ ਆ ਹੈਲੀਕਾਪਟਰ ਤੇ ਚੜ੍ਹ ਕੇ ਛੇਤੀ ਦਿੱਲੀ ਆ ਜਾ। ਤੇ ਇਹਨਾਂ ਕੋਲੇ ਤਾਂ ਇੰਨੀ ਵੀ ਹਿੰਮਤ ਨਹੀਂ ਵੀ ਅਸੀਂ ਕਿਸਾਨਾਂ ਦੇ ਅੰਦੋਲਨ ਦੇ ਨੇੜ ਦੀ ਚਲੇ ਜਾਈਏ ਜਾਂ ਲੰਘ ਜਾਈਏ। ਇਹ ਤਾਂ ਆਮ ਆਦਮੀ ਕੇਜਰੀਵਾਲ ਦੀ ਸੋਚ ਵਾਲੇ ਬੰਦੇ ਆ, ਜਿਹੜੇ ਅੰਦੋਲਨਾਂ ਦੇ ਵਿੱਚ ਬੈਠੇ ਆ, ਜਿਹੜੇ ਉੱਥੇ ਜੱਗ ਲਾਈ ਬੈਠੇ ਆ, ਜਿਹੜੇ ਉੱਥੇ ਲੰਗਰ ਲਾਈ ਬੈਠੇ ਆ, ਜਿਹੜੇ ਉੱਥੇ ਟੋਇਲਟਾਂ ਜਿਹੜੀਆਂ ਵਾ, ਐਂਬੂਲੈਂਸਾਂ, ਦਵਾਈਆਂ ਦੇ ਲੰਗਰ ਲਾਈ ਬੈਠੇ ਆ। ਇਹ ਆਮ ਆਦਮੀ ਪਾਰਟੀ ਕਰ ਸਕਦੀ ਹੈ, ਚੋਰ ਲੋਕ ਆ ਜਿਹੜੇ ਇਹ ਨਹੀਂ ਕਰ ਸਕਦੇ। ਤੇ ਇਹਨਾਂ ਦੀ ਸੋਚ ਨੂੰ ਅਸੀਂ ਜਿਹੜੇ ਆ ਉਹ ਇਹਨਾਂ ਦੀ ਦੇਣ ਨਹੀਂ ਦੇ ਸਕਦੇ, ਪੰਜਾਬੀ ਕੀ ਹਿੰਦੁਸਤਾਨੀ ਕੀ। ਜੇ ਕਿਤੇ ਇਹਨਾਂ ਦੀ ਸੋਚ ਲਾਗੂ ਹੋ ਜਾਵੇ, ਜਿਹੜੀ ਕੇਜਰੀਵਾਲ ਸਾਹਿਬ ਦੀ ਸੋਚ ਆ, ਹਿੰਦੁਸਤਾਨ ਦਾ ਨਕਸ਼ਾ ਬਦਲ ਜੂਗਾ, ਪੰਜਾਬ ਦਾ ਨਕਸ਼ਾ ਬਦਲ ਜੂਗਾ। ਇਹ ਸਾਨੂੰ ਪੰਜਾਬੀਆਂ ਨੂੰ ਗਾਂਹ ਨੂੰ ਅੱਗੇ ਤੋਂ ਸੋਚ ਕੇ ਇਹ ਗੱਲਾਂ ਦਾ ਖਿਆਲ ਰੱਖ ਕੇ ਵੋਟ ਆ ਜਿਹੜੀ ਉਹ ਆਪਦੀ ਪਾਉਣੀ ਚਾਹੀਦੀ ਆ। ਤੇ ਇਹਨਾਂ ਗੱਲਾਂ ਦੇ ਵਿੱਚ ਅਸੀਂ ਸਾਡਾ ਪੰਜਾਬ ਦਾ ਭਲਾ, ਪੰਜਾਬ ਦੀ ਜਵਾਨੀ ਦਾ ਭਲਾ, ਪੜ੍ਹਾਈ ਦਾ, ਹੈਲਥ ਦਾ, ਸਾਰੇ ਵਿਸ਼ਿਆਂ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਹੈ, ਜਿਹੜੀ ਕੇਜਰੀਵਾਲ ਨੇ ਲਾਈਨ ਤੋਰੀ ਆ। ਜੇ ਮੈਂ ਤਾਂ ਕਹਿੰਦਾ ਹੁੰਦਾ, ਜੇ ਕੋਈ ਬੰਦਾ ਇੱਕ ਬੰਦੇ ਦੀ ਹੈਲਪ ਕਰਨੀ ਚਾਹੁੰਦਾ, ਉਹ ਇੱਕ ਦੀ ਕਰ ਸਕਦਾ, 5 ਦੀ ਕਰ ਲੂ, 4 ਦੀ ਕਰ ਲੂ, ਜਿੰਨੀਆਂ NGO ਬਣੀਆਂ ਹੋਈਆਂ ਹੋਰਾਂ ਦੇ ਵਿੱਚ ਦੀ। ਪਰ ਕੇਜਰੀਵਾਲ ਤਾਂ ਸਰਬੱਤ ਦਾ ਭਲਾ ਕਰਦਾ। ਉਹ ਤਾਂ ਦੇਖੋ ਤੁਸੀਂ, ਉਹ ਬੱਚੇ ਜਿਹੜੇ ਕਲੋਨੀਆਂ ਦੇ ਬੱਚੇ, ਗਰੀਬਾਂ ਦੇ ਬੱਚੇ, ਜਿਨ੍ਹਾਂ ਨੂੰ IIT ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਨ ਭੇਜਤਾ, ਜਿਹੜੇ ਕਦੇ ਸੋਚ ਵੀ ਨਹੀਂ ਸਕਦੇ। ਤੇ ਇਹੋ ਜਿਹੀਆਂ ਗੱਲਾਂ ਇੰਨੇ ਕਰਪਟ ਮੁਲਕ ਦੇ ਵਿੱਚ ਪੋਸੀਬਲ ਕਰਨੀਆਂ, ਇਹ ਤਾਂ ਕੋਈ ਕੇਜਰੀਵਾਲ ਵਰਗਾ ਬੰਦਾ ਹੀ ਕਰ ਸਕਦਾ। ਤੇ ਇਹਨਾਂ ਦੀ ਸੋਚ ਨੂੰ ਸਲਾਮ। ਸਹੀ ਗੱਲ ਹੈ ਜੀ, ਥੈਂਕ ਯੂ ਪੱਠਲ ਸਾਹਿਬ। ਹਾਂਜੀ ਬਲ ਬਹਾਦਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਵੀਡੀਓ ਤੇ? ਹਾਂਜੀ, ਮੈਂ ਸਾਰਿਆਂ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਜੀ, ਜਿਹੜਾ ਕੇਜਰੀਵਾਲ ਨੇ ਜਿੱਦਾਂ ਆਣ ਕੇ ਪੋਲੀਟੀਕਲ ਸਫੀਅਰ ਦੇ ਵਿੱਚ ਪਹਿਲੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਅਸੀਂ ਕਰਪਸ਼ਨ ਫਰੀ
ਤੇ ਪਾਰਦਰਸ਼ਤਾ ਦੇ ਨਾਲ ਗਵਰਨਮੈਂਟ ਚਲਾਵਾਂਗੇ, ਗਵਰਨੈਂਸ ਕਰਾਂਗੇ। ਜਿਹੜੀ ਸਾਰਿਆਂ ਤੋਂ ਵੱਡੀ ਗੱਲ ਇਹ ਹੈ, ਕਿਉਂਕਿ ਜਿਹੜੇ ਉਹੀ ਪ੍ਰੋਜੈਕਟ ਜਿਹੜੇ 5 ਕਰੋੜ 'ਚ ਖਤਮ ਹੁੰਦੇ ਸੀ ਉਹ 3 'ਚ ਕਰਤੇ, ਰਾਈਟ ਕਿਉਂਕਿ ਵੱਡੀ ਨਹੀਂ ਦਿੱਤੀ ਤੇ ਨਾ ਲਈ। ਰਾਈਟ ਜੇ ਪੈਸੇ ਖਾਣੇ ਹੁੰਦੇ ਤੇ ਕੇਜਰੀਵਾਲ ਵੀ ਕੁਛ ਨਾ ਕਰ ਸਕਦਾ। ਇਸ ਕਰਕੇ ਮੇਰੇ ਕਹਿਣ ਤੋਂ ਭਾਵ ਇਹ ਆ, ਇਮਾਨਦਾਰੀ ਤੇ ਸੱਚੀ ਇਨਸਾਨੀਅਤ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਸਾਰਾ ਕੁਝ ਆਪਣੀ ਜਿਹੜੀ ਪਾਰਟੀ ਆ ਇਸ ਤਰ੍ਹਾਂ ਚਲਾ ਰਹੇ ਨੇ ਜਿਵੇਂ ਕਿ ਕਾਮਨ ਮੈਨ ਨੂੰ ਉਹਨਾਂ ਨੇ ਮੁੱਖ ਰੱਖਿਆ ਆ, ਕਿ ਤਾਂ ਕਿ ਇਹੀ ਨਹੀਂ ਕਿ ਅਮੀਰ ਸਾਰਾ ਕੁਝ ਲੁੱਟਦੇ ਰਹਿਣ, ਵੀ ਕਾਮਨ ਮੈਨ ਦੀ ਜ਼ਿੰਦਗੀ ਵੀ ਸੁਖਾਲੀ ਹੋਵੇ। ਇਹ ਜਿਹੜਾ ਕੰਮ ਹੈ ਉਹਨਾਂ ਨੇ ਸ਼ੁਰੂ ਕੀਤਾ ਆ। ਪਹਿਲੀ ਵਾਰੀ ਹਿੰਦੁਸਤਾਨ ਦੀ ਕਿਸੇ ਵੀ ਪਾਰਟੀ ਨੇ ਅੱਜ ਤੱਕ ਇਹ ਨਾਰੇ ਕਦੀ ਨਹੀਂ ਲਾਏ ਨਹੀਂ ਲਾਏ ਕਿ ਜੀ, ਅਸੀਂ ਨਹੀਂ ਕਰਪਸ਼ਨ ਲਾਏ। ਫਰੀ ਗਵਰਨੈਂਸ ਤੁਹਾਨੂੰ ਦਿਆਂਗੇ, ਅਸੀਂ ਪਾਰਦਰਸ਼ਤਾ ਦਿਖਾਵਾਂਗੇ, ਅਸੀਂ ਤੁਹਾਡਾ ਭਲਾ ਕਰਾਂਗੇ, ਅਸੀਂ ਸਕੂਲ ਚੰਗੇ ਬਣਾਵਾਂਗੇ, ਅਸੀਂ ਡਿਸਪੈਂਸਰੀਆਂ ਚੰਗੀਆਂ ਬਣਾਵਾਂਗੇ, ਅਸੀਂ ਤੁਹਾਡੇ ਲਈ ਸੁਵਿਧਾ ਕਰਾਂਗੇ, ਨਾ ਕਿ ਆਪਣੇ ਆਪ ਲਈ। ਬਿਲਕੁਲ ਮੇਰਾ ਖਿਆਲ ਹੈ ਇਸ ਤੋਂ ਵਧੀਆ ਪਾਰਟੀ ਅਜੇ ਤੱਕ ਹਿੰਦੁਸਤਾਨ ਦੇ ਵਿੱਚ ਕਦੀ ਵੀ ਨਹੀਂ ਸੀ ਆਈ। ਨਾਲੇ ਉਹ ਕਹਿ ਰਹੇ ਵੀ ਜੇ ਕੰਮ ਕਰਾਂਗੇ ਤਾਂ ਵੋਟ ਪਾਇਓ, ਸਾਡੇ ਕੰਮ ਨੂੰ ਵੋਟ ਪਾਇਓ। ਪਹਿਲੀ ਵਾਰੀ ਬਿਲਕੁਲ। ਉਹ ਰਾਜਨੀਤੀ ਵਿੱਚ ਹੋਇਆ ਹਿੰਦੁਸਤਾਨ ਦੀ, ਕਿਸੇ ਨੇ ਕੰਮ ਦੇ ਉੱਤੇ ਵੋਟ ਮੰਗੀ ਹੈ। ਕੰਮ ਤੇ ਵੋਟ ਮੰਗੀ। ਕੱਲੇ ਹਿੰਦੁਸਤਾਨ 'ਚ ਨਹੀਂ ਅਮਰਜੀਤ, ਸਾਰੀ ਦੁਨੀਆ ਦੇ ਵਿੱਚ ਕੋਈ ਆਪਦਾ ਕੰਮ। ਇੱਥੇ ਟਰੰਪ ਦੀ ਇਲੈਕਸ਼ਨ ਸੀਗੀ, ਟਰੰਪ ਨੇ ਨਾ ਤਾਂ ਪਿਛਲੀ ਕੋਈ ਗੱਲ ਕਰੀ ਨਾ ਆਉਣ ਵਾਲੀ ਕਰੀ, ਵੀ ਮੈਂ ਕੀ ਕਰਿਆ ਕੀ ਕਰੂੰਗਾ, ਕੋਈ ਕੰਮ ਦੀ ਗੱਲ ਨਹੀਂ ਹੈ। ਦੇਖੋ ਤੁਸੀਂ, ਉਹ ਬੰਦਾ ਇੱਕੋ ਹੀ ਗੱਲ ਕਹਿੰਦਾ ਵੀ ਮੈਂ ਜੇ ਮੇਰਾ ਕੰਮ ਮੈਂ ਕੀਤਾ, ਮੇਰਾ ਕੰਮ ਤੁਹਾਨੂੰ ਠੀਕ ਲੱਗਦਾ ਤਾਂ ਮੈਨੂੰ ਵੋਟ ਪਾਇਓ, ਨਹੀਂ ਨਾ ਪਾਇਓ। ਆਪਾਂ ਥੋੜਾ ਜਿਹਾ ਟਾਈਮ ਦੀ ਵੀ ਪਾਬੰਦੀ ਦੇਖਦੇ ਹੋਏ, ਬਲਜਿੰਦਰ ਭਾਜੀ ਤੁਸੀਂ ਇਸ ਵੀਡੀਓ ਬਾਰੇ ਕੀ ਭਾਜੀ ਸ਼ੇਅਰ ਆਪਣਾ ਕਰੋ ਸ਼ੇਅਰ ਜੀ। ਜੀ ਬਾਕੀ ਤਾਂ ਸਾਰਾ ਕੁਝ ਠੀਕ ਸੀਗਾ ਬਿਲਕੁਲ, ਪਰ ਜਿਹੜੀ ਉਹਨਾਂ ਨੇ ਗੱਲ ਕੀਤੀ ਹੈਗੀ ਆ ਵੀ ਜਿਹੜੇ ਵਲੰਟੀਅਰਸ ਬਿਨਾਂ ਕਿਸੇ ਮਤਲਬ ਟੈਗ ਲਾਏ, ਬਿਨਾਂ ਕਿਸੇ ਫਲੈਗ ਤੋਂ ਜਾਂ ਬਿਨਾਂ ਰਾਜਨੀਤੀ ਤੋਂ ਤੁਸੀਂ ਕਿਸਾਨਾਂ ਦੇ ਨਾਲ ਮਤਲਬ ਖੜੋ, ਕਿਸਾਨਾਂ ਦੀ ਮਦਦ ਕਰੋ ਨਾ, ਉਹ ਬਹੁਤ ਵਧੀਆ ਲੱਗਿਆ। ਕਿਉਂਕਿ ਆਮ ਤੌਰ ਤੇ ਤਾਂ ਜਿਹੜੇ ਮਤਲਬ ਰਾਜਨੀਤਿਕ ਹੁੰਦੇ ਆ ਉਹ ਤਾਂ ਆਪਦੀਆਂ ਰੋਟੀਆਂ ਸੇਕਦੇ ਆ ਹਨਾ। ਔਰ ਬਾਕੀ ਗੱਲ ਹੈਗੀ ਜਿਹੜੀ ਭ੍ਰਿਸ਼ਟਾਚਾਰ ਬਾਰੇ ਹਨਾ, ਜਿੰਨੇ ਪ੍ਰੋਜੈਕਟ ਹੁੰਦੇ ਨੇ ਗਵਰਨਮੈਂਟ ਦੇ, ਜਿੰਨਾ ਲੰਬਾ ਚਲਾਉਂਦੇ ਨੇ ਓਨਾ ਹੀ ਉਹ ਪੈਸੇ ਬਣਾਉਂਦੇ ਨੇ। ਕੇਜਰੀਵਾਲ ਉਹਨਾਂ ਨੇ ਮਤਲਬ ਜਿਵੇਂ ਜਿੰਨੇ ਵੀ ਪੁਲ ਬਣਾਏ ਆ, ਸਾਲ 2 ਸਾਲ 1.5 ਸਾਲ ਦੇ ਵਿੱਚ ਬਣਾਏ ਨੇ। ਦਿੱਲੀ ਦੇ ਵਿੱਚ ਇੱਕ ਪੁਲ ਬਣਦਾ ਸੀਗਾ, ਉਹਨੂੰ 13 ਸਾਲ ਲੱਗੇ। ਸੋ ਹੁਣ ਤੁਸੀਂ ਦੇਖ ਲਓ, ਜੇ 13 ਸਾਲ ਲੱਗੇ ਤੇ 13 ਸਾਲਾਂ ਦੇ ਵਿੱਚ ਕਿੰਨਾ ਭ੍ਰਿਸ਼ਟਾਚਾਰ ਹੋਇਆ ਹੋਊਗਾ। ਬਿਲਕੁਲ ਬਿਲਕੁਲ। ਟਾਈਮ ਬੌਂਡ ਕਰਕੇ ਔਰ ਉਹਨੇ ਕਾਫੀ ਮਤਲਬ ਲੋਕਾਂ ਦੇ ਪੈਸੇ ਬਚਾਏ ਹਨਾ ਜੀ। ਹਾਂਜੀ, ਇਹਦੇ ਚ ਮੈਂ ਅਮਰ ਜੀ ਇੱਕ ਚੀਜ਼ ਐਡ ਕਰਨੀ ਚਾਹੁੰਦਾ ਸੀ ਕਿ ਜਿਹੜੀ ਸਟੇਟਮੈਂਟ ਜਿਹੜੀ ਕੈਪਟਨ ਨੇ ਦਿੱਤੀ ਆ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ, ਮੈਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਦਿੱਲੀ ਦੇ ਵਿੱਚ ਗਵਰਨਮੈਂਟ ਉਦਾਂ ਹੀ ਗਵਰਨਮੈਂਟ ਚੱਲਦੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਕੈਪਟਨ ਦੀ ਗਵਰਨਮੈਂਟ ਆ। ਇਸ ਕਰਕੇ ਜਿਹੜੀ ਸੈਂਟਰ ਗਵਰਨਮੈਂਟ ਜਿਹੜੇ ਆ ਉਹ ਕਾਨੂੰਨ ਬਣਾਉਂਦੀ ਆ। ਇਹ ਸਿਰਫ ਹੋ ਸਕਦਾ ਕਿ ਕੈਪਟਨ ਕੋਈ ਇਹਦੇ ਚ ਪੋਲੀਟੀਕਲ ਜਿਹੜੀਆਂ ਇਦਾਂ ਦੀਆਂ ਗੇਮਾਂ ਖੇਡ ਕੇ ਪੋਲੀਟੀਕਲ ਸਟੇਟਮੈਂਟਾਂ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼, ਪਰ ਏਡੇ ਪੰਜਾਬ ਦੇ ਵਿੱਚ ਲੋਕ ਸਿਆਣੇ ਆ। ਇਹ ਤੇ ਕੈਪਟਨ ਸਾਹਿਬ ਦੀਆਂ ਜਿਹੜੀਆਂ ਪਹਿਲੀਆਂ ਗੱਲਾਂ ਦੇ ਵਿੱਚ ਆ ਕੇ ਜਿਹੜੇ ਹੈਗੇ ਆ ਮਤਲਬ ਜ਼ਰੂਰ ਭਰਮਾ ਕੇ ਇੱਕਦਮ ਉਹਨਾਂ ਨੇ ਜਿਹੜਾ ਸੋਚਿਆ ਵੀ ਚਲੋ ਇਹ ਪਿਛਲਾ ਜਿਹੜਾ ਕੈਪਟਨ ਦਾ ਸੀਗਾ ਸਮਾਂ ਉਹਨੇ ਚੰਗਾ ਕੀਤਾ ਸੀ, ਪਰ ਮੇਰਾ ਖਿਆਲ ਲੱਕੜ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ। ਇਸ ਕਰਕੇ ਲੋਕਾਂ ਦਾ ਵਿਸ਼ਵਾਸ ਖੋ ਬੈਠਾ ਕੈਪਟਨ। ਤੇ ਇੱਕ ਇਹਦੇ ਚ ਮੈਂ ਹੋਰ ਸਟੇਟਮੈਂਟ ਦੇਣੀ ਮੰਗਦਾ ਸੀ, ਜਿਹੜੀ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਬਾਹਰਲੇ ਦੇਸ਼ਾਂ ਤੋਂ ਕਿੰਨੀ ਸਪੋਰਟ ਮਿਲ ਰਹੀ ਆ। ਰਾਈਟ, ਉਹ ਜਿਹੜੀ ਸਪੋਰਟ ਦੀ ਗੱਲ ਆ ਉਹ ਇਸ ਕਰਕੇ ਆ ਕਿ ਇੰਡੀਆ ਨੂੰ ਇੱਕ ਦੁਨੀਆ ਦੇ ਉੱਤੇ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਮੰਨਿਆ ਜਾਂਦਾ। ਹਾਂਜੀ, ਉਹ ਭਾਵੇਂ ਬਾਹਰੋਂ ਆ, ਅਸੀਂ ਅੰਦਰੋਂ ਅਸੀਂ ਤਾਂ ਰਹਿ ਕੇ ਆਏ ਆ, ਉੱਥੇ ਦੀ ਡੈਮੋਕ੍ਰੇਸੀ ਨੂੰ ਅਸੀਂ ਜਾਣਦੇ ਆ। ਇਸ ਕਰਕੇ ਜਿਹੜੀ ਜਿੱਥੇ ਵੀ ਲੋਕ, ਜਿਵੇਂ ਕੈਨੇਡਾ ਦੇ ਆਪਣੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਜਸਟਿਨ ਟਰੂਡੋ ਜੀ, ਉਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਇਹ ਕੋਈ ਏਦਾਂ ਦੀ ਇੰਟਰਫੀਰੈਂਸ ਨਹੀਂ ਹੈਗੀ ਕਿ ਬਾਹਰਲੇ ਬੈਠੇ ਕੰਟਰੀਆਂ ਦੀ ਕੋਈ ਇੰਟਰਨਲ ਮਾਮਲਿਆਂ 'ਚ। ਜਿੱਥੇ ਵੀ ਕਿਤੇ ਜਿੱਥੇ ਇਨਜਸਟਿਸ ਹੁੰਦਾ, ਜਿੱਥੇ ਤੁਹਾਡੇ ਹਿਊਮਨ ਰਾਈਟਸ ਦੀ ਗੱਲ ਆਉਂਦੀ ਆ, ਕਿਉਂਕਿ ਜਦੋਂ ਤੁਸੀਂ ਉਹਦੇ ਵਾਸਤੇ ਤੁਹਾਨੂੰ ਕੋਈ ਵੀ ਕੰਟਰੀ ਦੇ ਵਿੱਚ ਜਿਹੜੇ ਲੋਕ ਇਹ ਇਨਸਾਫ ਜਿੰਨੀਆਂ ਡੈਮੋਕ੍ਰੇਸੀਆਂ ਨੇ ਉੱਥੇ ਲੋਕਾਂ ਦੇ ਰਾਈਟ ਜਿੱਥੇ ਜਿਵੇਂ ਕਿ ਹਰਿਆਣਾ ਦੀ ਸਰਕਾਰ ਨੇ ਘਾਣ ਕੀਤਾ ਨਾਰਮਲ ਜਾਂਦੇ ਪ੍ਰੋਟੈਸਟ ਕਰਦੇ ਬੰਦਿਆਂ ਦੇ ਉੱਤੇ,
ਉੱਥੇ ਉਹਨਾਂ ਦਾ ਬੋਲਣਾ ਬਣਦਾ ਹੀ ਹੈ। ਮੇਰੇ ਖਿਆਲ ਨਾਲ ਹੋਰ ਸਾਰੇ ਕੰਟਰੀਆਂ ਦਾ ਹੀ ਬਣਦਾ, ਕਿਉਂਕਿ ਇਹ ਲੋਕ ਇਹ ਚੀਜ਼ ਨੂੰ ਕਦੇ ਨਹੀਂ, ਇੱਥੇ ਤਾਂ ਜਵਾਕ ਦੇ ਕੋਈ ਸਕੂਲ ਦੇ ਵਿੱਚ ਅਸੀਂ ਕਹਦੇ ਵੀ ਘਰੇ ਅਸੀਂ ਕੋਈ ਥੱਪੜ ਮਾਰਤਾ ਤਾਂ ਉਹ ਬੰਦਿਆਂ ਦੀ ਮਤਲਬ ਸ਼ਾਮਤ ਆ ਜਾਂਦੀ ਆ। ਤੇ ਉੱਥੇ ਇੰਟਰਨੈਸ਼ਨਲ ਜਿਵੇਂ ਅਸੀਂ ਆਪਾਂ ਕਹਿੰਦੇ ਵੀ 4 ਸਾਡੇ ਪਰਿਵਾਰ ਆ, ਪਰਿਵਾਰਾਂ ਦੇ ਵਿੱਚ ਜੇ ਕੋਈ ਇੱਕ ਬੰਦਾ ਗਲਤੀ ਕਰਦਾ, ਇਹ ਦੁਨੀਆ ਵੀ ਇੱਕ ਪਰਿਵਾਰ ਆ। ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੇ ਮੋਦੀ ਵੀ ਜਵਾਬਦੇਹ ਆ ਕਿਸੇ ਨੂੰ, ਇਹ ਏਡੀ ਕੋਈ ਗੱਲ ਨਹੀਂ ਹੈਗੀ ਕਿ ਜਦੋਂ ਤੁਸੀਂ ਜਦੋਂ G7 ਦੀ ਮੀਟਿੰਗ ਹੁੰਦੀ ਹੈ ਜਾਂ ਉੱਥੇ ਜਿਹੜੇ ਕੁਐਸਚਨ ਹੁੰਦੇ ਆ, ਫਿਰ ਉਹਦਾ ਆਨਸਰ ਦੇਣਾ ਪੈਂਦਾ ਵੀ ਇਹ ਕੀ ਹੋ ਰਿਹਾ। ਇਸ ਕਰਕੇ ਮੇਰੇ ਹਿਸਾਬ ਨਾਲ ਮੈਂ ਇੱਕ ਮਿੰਟ ਡਾਕਟਰ ਸਾਹਿਬ, ਯਸ ਤੁਸੀਂ ਇਹ ਜ਼ਰੂਰ ਕਹਿੰਦੇ ਵੀ ਉਹ ਵੀ ਮੋਦੀ ਵੀ ਜਵਾਬਬੰਦ ਹੈਗਾ। ਹਾਂ ਉਹੀ ਹੈ ਨਾ, ਮੈਂ ਕਿਹਾ ਵੀ ਆਪ ਸੁਣੋ ਤਾਂ ਸਹੀ, ਪਰ ਉਹਦੇ ਕੋਲ EVM ਹੈ, ਨਹੀਂ ਉਹ ਠੀਕ ਆ, ਜਵਾਬ ਦੀ ਜ਼ਰੂਰਤ ਨਹੀਂ ਹੈ। ਦੇਖੋ ਹਾਂਜੀ ਬਿਲਕੁਲ ਸਹੀ ਤੁਹਾਡੀ ਗੱਲ ਆ, ਉਹ ਠੀਕ ਆ, ਉਹ ਤੁਸੀਂ ਬਣ ਗਏ, ਉਹ ਤੁਹਾਡੇ ਇੰਟਰਨਲ ਜਦੋਂ ਤੁਸੀਂ ਵਰਲਡ ਬੈਂਕ ਤੋਂ ਲੋਨ ਲੈਣਾ ਨਾ, ਉੱਥੇ ਸਾਰਾ ਕੁਝ ਭਰਨਾ ਪਏ। ਜਦੋਂ ਅਸੀਂ ਬੈਂਕ ਦੇ ਅਸੀਂ ਉਦਾਂ ਜਿੰਨੀਆਂ ਮਰਜ਼ੀ ਫੜਾਂ ਮਾਰੀਏ, ਜਦੋਂ ਆਪਾਂ ਕ੍ਰੈਡਿਟ ਕਾਰਡ ਅਪਲਾਈ ਕਰਨਾ ਪੈਂਦਾ ਤਾਂ ਉਦੋਂ ਤਾਂ ਅਸਲੀ ਦੱਸਣੀ ਪੈਂਦੀ ਹੈ ਵੀ ਇਨਕਮ ਕਿੰਨੀ ਆ। ਇਹ ਮੋਦੀ ਦਾ ਜਿਹੜੇ ਕੱਢ ਲੈਂਦੇ ਆ। ਸੌਰੀ ਡਾਕਟਰ ਸਾਹਿਬ, ਸੌਰੀ ਜਿਹੜਾ ਆਪਾਂ ਟਾਈਮ ਵੱਲ ਵੱਧ ਰਹੇ ਆ, ਹਾਂਜੀ ਆਪਾਂ ਥੋੜਾ ਜਿਹਾ ਇਧਰਲੇ ਬਾਹਰ ਜਿਹੜੇ NRI ਆਪਣੇ ਹੈਲਪ ਕਰ ਰਹੇ ਆ ਇਸ ਮਿਸ਼ਨ ਦੇ ਵਿੱਚ, ਇੱਕ ਰੈਲੀ ਨਿਕਲਣ ਜਾ ਰਹੀ ਆ, ਮੈਂ ਥੋੜਾ ਸ਼ੇਅਰ ਕਰੂੰਗਾ ਸਕਰੀਨ ਤੇ। ਉਸ ਰੈਲੀ ਦੇ ਵਿੱਚ 5 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ ਕਿਸਾਨ ਅੰਦੋਲਨ ਦੇ ਲਈ, ਤੇ ਉਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ ਗਿਆ ਵੀ ਵੱਧ ਤੋਂ ਵੱਧ ਜਿੰਨੇ ਵੀ ਸਾਡੇ ਵੀਰ ਉੱਥੇ ਰੈਲੀ 'ਚ ਪਹੁੰਚ ਸਕਦੇ ਆ, ਉਹ ਪਹੁੰਚ ਕੇ ਉੱਥੇ ਉਸ ਰੈਲੀ ਨੂੰ 5 ਤਰੀਕ ਨੂੰ ਓਕਲੈਂਡ ਤੋਂ ਉਹ ਰੈਲੀ ਚੱਲ ਰਹੀ ਆ। ਤੇ ਉਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ 1 ਮਿੰਟ ਸਕਰੀਨ ਥੋੜੀ ਡਾਊਨਲੋਡ ਕਰਨ ਲਈ ਟਾਈਮ ਲੱਗ ਰਿਹਾ, ਤੇ ਉੱਥੇ ਆਪਾਂ ਸਾਰੇ ਜਣੇ ਪਹੁੰਚੀਏ। ਦੇਖੋ NRI ਆਪਾਂ ਸਿਰਫ ਇੱਕ ਟਵਿੱਟਰ ਤੇ, ਫੇਸਬੁੱਕ ਤੇ ਜਾਂ ਫਿਰ ਆਪਾਂ ਜਿੱਦਾਂ ਉੱਥੇ ਕੋਈ ਡਾਇਰੈਕਟ ਹੈਲਪ ਕਰ ਸਕਦੇ ਆ। ਤੇ ਬਾਕੀ ਅਸੀਂ ਕੱਲ ਵੀ ਗੱਲ ਕੀਤੀ ਸੀ ਵੀ ਕੋਈ ਜਿਹੜੀਆਂ ਵੈਬਸਾਈਟਸ ਨੇ ਉਹ ਜਿੱਦਾਂ GoToFund ਵਾਲੇ ਆ, ਉਹ ਉਹਨਾਂ ਨੂੰ ਪੈਸੇ ਉਹਨਾਂ ਦੇ ਥਰੂ ਨਾ ਭੇਜੋ। ਇਹ ਇੰਡੀਆ ਤੋਂ, ਆਪਣੇ ਪੰਜਾਬ ਤੋਂ ਵੀ ਜਿਹੜੇ ਆਪਣੇ ਕਾਫੀ ਬੰਦਿਆਂ ਨੇ ਉਹ ਕਿਹਾ ਵੀ ਤੁਸੀਂ ਸਾਡੇ ਕੋਲ ਇੱਥੇ 6 ਮਹੀਨੇ ਦਾ ਲੰਗਰ ਸਾਡੇ ਕੋਲ ਪਿਆ ਹੋਇਆ, ਤੇ ਸਾਨੂੰ ਤੁਸੀਂ ਇਸ ਤਰ੍ਹਾਂ ਜਿਹੜੇ ਪੈਸੇ ਆ ਉਹ ਨਾ ਭੇਜੋ। ਤੇ ਪਰ ਫਿਰ ਵੀ ਆਪਾਂ ਜੇ ਭੇਜਦੇ ਆ ਪੈਸੇ ਤਾਂ ਤੁਸੀਂ ਡਾਇਰੈਕਟ ਭੇਜ ਸਕਦੇ ਆ, ਤੇ ਉਹਦੇ ਵਿੱਚ ਕੋਈ ਮਨਾਹੀ ਨਹੀਂ ਹੈਗੀ ਤੁਹਾਨੂੰ, ਪਰ ਥੋੜਾ ਜਿਹਾ ਦੇਖ ਕੇ, ਆਪਣੇ ਆਪ ਨੂੰ ਥੋੜਾ ਜਿਹਾ ਦੇਖ ਕੇ ਤਾਂ ਤੁਸੀਂ ਇਹ ਕਰੋ ਜੀ ਆਪਣੀ ਜ਼ਿੰਮੇਵਾਰੀ ਦੇ ਨਾਲ। ਲੋਕੀ ਜਾਣੀ ਕਿ ਇਹਦਾ ਫਾਇਦਾ ਉਠਾ ਰਹੇ ਜੀ ਪੂਰਾ। ਤੇ ਮੈਂ ਇੱਕ ਸਕਰੀਨ ਮਾੜੀ ਸ਼ੇਅਰ ਕਰਨੀ ਭਾਜੀ, 1 ਮਿੰਟ ਦਿਓ ਜਰਾ ਮੈਨੂੰ ਤੁਸੀਂ। ਹਾਂਜੀ ਠੀਕ ਹੈ। ਇਨ ਬਿਟਵੀਨ ਮੈਂ ਇੱਕ ਦੱਸ ਦਿਨਾਂ, ਆਪਣੇ ਇੱਥੇ ਵੈਨਕੂਵਰ ਦੇ ਵਿੱਚ ਵੀ ਇੱਕ ਤਾਂ ਕੱਲ ਸੀਗੀ ਰੈਲੀ, ਕਾਰ ਰੈਲੀ, ਪਰ ਇੱਕ ਹੈਗੀ ਆ 5 ਤਰੀਕ ਨੂੰ 12 ਵਜੇ ਦੁਪਹਿਰ ਦੇ, ਉਹ ਹੈਗੀ ਆਪਣੇ ਵੈਨਕੂਵਰ ਆਰਟ ਗੈਲਰੀ, ਸੋ ਵੈਨਕੂਵਰ ਦੇ ਵਿੱਚ। ਇਹਦੇ ਚ ਮੈਂ ਜੀ ਉਹ ਵੀ ਭਾਜੀ, ਮੈਂ ਜਿਹੜੀਆਂ ਵੀ ਰੈਲੀਆਂ ਸਾਡੀਆਂ ਜਿੰਨੀ ਵੀ ਅਸੀਂ ਸਪੋਰਟ ਕਰ ਰਹੇ ਹਾਂ ਬਾਹਰਲੇ, ਮੈਂ ਆਪਣੇ ਪੰਜਾਬੀ ਵੀਰਾਂ ਨੂੰ ਜਿੰਨੇ ਵੀ ਜਿੱਥੇ ਵੀ ਰਹਿੰਦੇ ਆ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਉਹ ਜਿੱਥੇ ਵੀ ਸਪੋਰਟ ਕਰਦੇ ਆ, ਉਹ ਐਜ਼ ਏ ਪੰਜਾਬੀ, ਐਜ਼ ਏ ਕਿਸਾਨ ਭਰਾ ਉਹ ਸਪੋਰਟ ਕਰਨ। ਮੇਰੇ ਹਿਸਾਬ ਨਾਲ ਜਿਹੜੀ ਅਸੀਂ ਉਹਨੂੰ ਕੋਈ ਗਲਤ ਦਿਸ਼ਾ ਜਾਂ ਕੋਈ ਹੋਰ ਸਾਡੇ ਆਪਣੇ ਝੰਡਿਆਂ ਦੇ ਹਿਸਾਬ ਨਾਲ ਨਹੀਂ, ਆਪਣੇ ਝੰਡੇ ਦੇ ਥੱਲੇ ਨਾ ਸਪੋਰਟ ਕਰੀਏ। ਅਸੀਂ ਭਾਵੇਂ ਕੋਈ ਫੈਡਰੇਸ਼ਨ ਆ, ਕੋਈ ਵੀ ਸੰਸਥਾ ਵਾ, ਭਾਵੇਂ ਉਹ ਸਿੱਖਾਂ ਦੀ ਸੰਸਥਾ ਕੋਈ ਵੀ ਆ, ਅਸੀਂ ਉਹਨੂੰ ਇਹ ਕਹਿ ਕੇ ਨਾ ਕਿ ਅਸੀਂ ਸਾਡੀ, ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਭਰਾ ਜਿਹੜੇ ਆ ਉਹ ਇਕੱਲੇ ਪੰਜਾਬ 'ਚ ਨਹੀਂ, ਉਹ ਹਰਿਆਣੇ 'ਚ ਵੀ ਆ, ਉਹ ਰਾਜਸਥਾਨ ਦੇ ਵਿੱਚ ਵੀ ਆ। ਇਹ ਪੰਜਾਬ ਦਾ ਇਕੱਲੇ ਦਾ ਮੁੱਦਾ ਨਹੀਂ। ਇਹ ਜਿਹੜਾ ਅਸੀਂ ਸਪੋਰਟ ਪੰਜਾਬੀਆਂ ਨੂੰ ਨਹੀਂ ਕਰਦੇ, ਅਸੀਂ ਜਿੰਨੇ ਵੀ ਕਿਸਾਨ ਨੇ ਇੰਡੀਆ ਦੇ ਵਿੱਚ ਉਹਨੂੰ ਕਰੀਏ, ਤਾਂ ਕਿ ਅਸੀਂ ਆਪਣੇ ਝੰਡਿਆਂ ਦੀ ਬਜਾਏ ਅਸੀਂ ਕਿਸਾਨੀ ਦੇ ਝੰਡੇ ਦੇ ਥੱਲੇ ਬਹਿ ਕੇ ਅਸੀਂ ਉਹਨੂੰ ਸਪੋਰਟ ਕਰੀਏ। ਕਿਉਂਕਿ ਇੰਡੀਆ ਦੀ ਗਵਰਨਮੈਂਟ ਇਹਨੂੰ ਕੋਈ ਹੋਰ ਰੰਗਤ ਦੇਣੀ ਚਾਹੁੰਦੀ ਆ, ਤੇ ਇਸ ਕਰਕੇ ਸਾਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਬਜਾਏ ਕਿ ਉਹਨੂੰ ਹੈਲਪ ਕਰਨ ਦੀ ਕੋਈ ਨੁਕਸਾਨ ਕਰੀਏ। ਮੈਂ ਸਾਰੇ ਭਾਵੇਂ ਸਿੱਖ ਭਰਾ ਨੇ ਜਿੰਨੇ ਵੀ ਆ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਵੱਖਰੇ ਟਾਈਮ ਤੇ ਆਪਣਾ ਜਿਹੜਾ ਹੈਗਾ, ਜਿੱਥੇ ਵੀ ਉਹ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ, ਇਸ ਕਰਕੇ ਜਿਹੜੀ ਸਾਡੀ ਸਪੋਰਟ ਆ ਸਿਰਫ ਕਿਸਾਨੀ ਦੇ ਝੰਡੇ ਦੇ ਅਸੀਂ, ਕਿਉਂਕਿ ਅਸੀਂ ਉਹ ਅੰਨਦਾਤਾ ਦੀ ਸਪੋਰਟ ਕਰਦੇ ਹਾਂ, ਕਿਉਂਕਿ ਅਸੀਂ ਉਹਨਾਂ ਦੇ ਧੀਆਂ ਪੁੱਤਾਂ ਭੈਣ ਭਾਈ ਆ। ਇਸ ਕਰਕੇ ਮੇਰੀ ਬੇਨਤੀ ਆ ਕਿ ਇਹਨੂੰ ਥੋੜਾ ਅਵੋਇਡ ਕੀਤਾ ਜਾਵੇ। ਠੀਕ ਆ, ਤੁਸੀਂ ਜਕਾਰੇ ਬਾਹਰ ਦੇ ਦਿੱਤੇ ਹੋਏ ਜਕਾਰੇ ਲਾਓ, ਲੇਕਿਨ ਅਸੀਂ ਵੱਖਰੇ ਝੰਡੇ ਜਿਹੜੇ ਆ ਉਹ ਨਾ ਵਰਤੀਏ, ਤਾਂ ਉਹਦੇ ਨਾਲ ਮੇਰੇ ਖਿਆਲ ਨਾਲ ਜਿਹੜੀ ਸਿੱਖ ਦਾ ਮੂਵਮੈਂਟ ਜਿਹੜਾ ਚੱਲ ਰਹੀ ਹੈ ਉਹਨੂੰ ਬਹੁਤ ਵਧੀਆ। ਹਾਂਜੀ
ਵੀ ਭਾਈ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ, ਕੀ ਕਹਿਣਾ ਚਾਹੁੰਦੇ ਸੀ? ਨਹੀਂ ਬਿਲਕੁਲ ਸਹੀ ਹੈ, ਮਤਲਬ ਡਾਕਟਰ ਸਾਹਿਬ ਨੇ ਪੂਰੀ ਗੱਲ ਕਰਤੀ ਆ। ਜਿਵੇਂ ਆਪਦਾ ਝੰਡਾ ਕੋਈ ਲਾਉਣ ਦੀ ਲੋੜ ਨਹੀਂ ਹੈਗੀ, ਸਿਰਫ ਕਿਸਾਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ। ਔਰ ਇਸ ਪੰਜਾਬ ਇਕੱਲੇ ਪੰਜਾਬ ਦੀ ਨਹੀਂ ਹੈਗੀ, ਮਤਲਬ ਪੰਜਾਬ ਨੇ ਸ਼ੁਰੂਆਤ ਜ਼ਰੂਰ ਕੀਤੀ ਹੈਗੀ ਆ, ਪਰ ਇਹ ਹੈ ਸਾਰਾ ਮਤਲਬ ਇੰਡੀਆ ਦਾ, ਬਿਲਕੁਲ ਸਾਰਾ ਇੰਡੀਆ ਦਾ ਸੰਘਰਸ਼। ਔਰ ਇੰਡੀਆ ਦੇ ਵਿੱਚ ਹਰੇਕ ਜਗ੍ਹਾ ਦੇ ਕੇਰਲ ਤੋਂ ਤਾਮਿਲਨਾਡੂ ਤੋਂ ਬਹੁਤ ਕਿਸਾਨ ਆਉਂਦੇ ਰਹੇ ਆ ਮਤਲਬ ਦਿੱਲੀ ਦੇ ਵਿੱਚ, ਪਰ ਉਹਨਾਂ ਨੂੰ ਜ਼ਿਆਦਾ ਮਤਲਬ ਮੀਡੀਆ ਨੇ ਵੀ ਮਤਲਬ ਦੱਸਿਆ ਨਹੀਂ ਹੈਗਾ, ਹਨਾ। ਔਰ ਸੋਸ਼ਲ ਮੀਡੀਆ ਤੇ ਵੀ ਨਹੀਂ ਜ਼ਿਆਦਾ ਮਤਲਬ ਉਹ ਆ ਸਕੇ। ਪਰ ਪੰਜਾਬ ਦੀ ਰੈਲੀ ਆਪਾਂ ਮਤਲਬ ਇਸ ਗੱਲੋਂ ਸਹੀ ਹੈਗੇ, ਮਤਲਬ ਵੀ ਆਪਾਂ ਸ਼ੁਰੂਆਤ ਕਰ ਦਿੱਤੀ ਹੈ, ਤਾਂ ਉਹ ਹੈ ਸਾਰੇ ਮਤਲਬ ਇੰਡੀਆ ਵਾਸਤੇ, ਹਨਾ। ਹਾਂਜੀ ਗੁੱਜਰ ਸਾਹਿਬ, ਤੁਹਾਨੂੰ ਮੈਂ ਇੱਕ ਰਿਕੁਐਸਟ ਕਰੂੰਗਾ ਹੁਣੇ, ਕਿਸੇ ਚੀਜ਼ ਨੂੰ ਰੰਗਤ ਨਾ ਦੇਈਏ, ਇਸ ਚੀਜ਼ ਨੂੰ ਨਾ ਕਿਸੇ ਬਾਰੇ। ਹਾਂਜੀ ਇਸ ਕੰਮ ਲਈ ਆਮ ਆਦਮੀ ਪਾਰਟੀ ਹੈ ਜੀ, ਉਹ ਵਧਾਈ ਦੀ ਪਾਤਰ ਆ, ਕਿਉਂਕਿ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ, ਭਗਵੰਤ ਮਾਨ ਨੇ ਪਹਿਲੇ ਦਿਨ ਤੋਂ ਇਹ ਗੱਲ ਕਹੀ ਆ ਵੀ ਕਦੇ ਵੀ ਅਸੀਂ ਆਪਦਾ ਝੰਡਾ ਲੈ ਕੇ, ਕਦੇ ਵੀ ਆਪਦਾ ਨਿਸ਼ਾਨ ਲੈ ਕੇ ਨਹੀਂ ਜਾਵਾਂਗੇ, ਅਸੀਂ ਉਹਨਾਂ ਦੇ ਝੰਡੇ ਦੇ ਥੱਲੇ ਇਕੱਠੇ ਹੋ ਕੇ ਉਹਨਾਂ ਦੀ ਹੈਲਪ ਕਰਾਂਗੇ, ਤੇ ਉਹ ਕਰ ਰਹੇ ਆ। ਇਸ ਕੰਮ ਇਹ ਆਮ ਆਦਮੀ ਪਾਰਟੀ ਨੇ ਇਹਦੀ ਪਹਿਲ ਕੀਤੀ ਆ, ਤੇ ਬੜਾ ਵਧੀਆ ਫੈਸਲਾ ਸੀ ਇਹ, ਤੇ ਬੜੀ ਹੈਲਪ ਕਰ ਰਹੇ ਆ। ਬਹੁਤ ਵਧੀਆ ਵਿਚਾਰ ਸੀਗੇ ਜੀ ਅੱਜ ਸਾਰਿਆਂ ਦੇ, ਆਪਣੇ ਡਾਕਟਰ ਸਾਹਿਬ ਦੇ, ਭੱਠਲ ਸਾਹਿਬ ਦੇ, ਤੇ ਬਲ ਬਹਾਦਰ ਜੀ ਦੇ, ਤੇ ਬਲਜਿੰਦਰ ਉਬੀ ਜੀ ਦੇ। ਉਬੀ ਸਾਹਿਬ, ਆਪਣੀ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਆਪਣੀ ਰੈਲੀ ਹੋਈ ਆ, ਉਹਦੀ ਮਾੜੀ ਵੀਡੀਓ ਦਿਖਾਓ, ਜਿਹੜੀ ਤੁਸੀਂ ਰੈਲੀ 'ਚ ਗਏ ਸੀਗੇ, ਉਹ ਇੱਕ ਵੀਡੀਓ ਦਿਖਾ ਕੇ ਆਪਾਂ ਐਂਡ ਕਰੀਏ ਸੈਸ਼ਨ ਦਾ, ਤੇ ਥੋੜੀ ਗੱਲ ਕਰਕੇ ਬੰਦ ਹੋਣ ਲੱਗੀ ਭਾਜੀ। ਹਾਂਜੀ, ਇੱਕ ਸਕਿੰਟ ਜੀ। ਇਹ ਵੀਰੋ ਰੈਲੀ ਹੈ ਜਿਹੜੀ ਕੈਨੇਡਾ ਦੇ ਵਿੱਚ ਹੋਈ ਆ ਕਿਸਾਨ ਅੰਦੋਲਨ ਦੇ ਲਈ। ਸਾਡੇ ਕੈਨੇਡਾ ਦੇ ਵੀਰਾਂ ਨੇ, ਭਰਾਵਾਂ ਨੇ ਰਲ ਕੇ ਇਹ ਰੈਲੀ ਕੀਤੀ ਹੈ ਜੀ। ਉਬੀ ਜੀ ਆਵਾਜ਼ ਘੱਟ ਆ। ਹਾਂਜੀ, ਇਹਦੇ ਚ ਨਾ ਹਾਂਜੀ ਆਵਾਜ਼ ਦੂਜੀ ਤਰ੍ਹਾਂ ਵੀਡੀਓ ਬਣਾਈ ਹੈ ਜੀ, ਜਿੱਦਾਂ ਨਾ ਕਾਰ ਦੇ ਵਿੱਚੋਂ। ਹਾਂਜੀ ਦੇਖੋ ਜੀ, ਅਸੀਂ ਜਿੱਥੇ ਵੀ ਬੈਠੇ ਆ, ਜਿੱਥੇ ਅਸੀਂ ਮਰਜ਼ੀ ਕਹੀਏ, ਤੇ ਸਾਡਾ ਦਿਲ ਤਾਂ ਉੱਥੇ ਹੀ ਆ, ਉੱਥੇ ਪੰਜਾਬ 'ਚ ਹੀ ਸਾਡਾ। ਅੱਜ ਵੀ 28-30 ਸਾਲ ਹੋ ਗਏ ਆਇਆ ਨੂੰ, ਲੇਕਿਨ ਜੀ ਅੱਜ ਵੀ ਕਰਦਾ ਕਿ ਜਾ ਕੇ ਕਦੇ ਟਰੈਕਟਰ ਚਲਾਈਏ। ਇਸ ਕਰਕੇ ਅਸੀਂ ਮਿੱਟੀ 'ਚ ਜੰਮੇ ਆ, ਤੇ ਮਿੱਟੀ ਦੇ ਜਾਏ ਆ, ਤੇ ਸਾਡਾ ਹਰ ਇੱਕ ਹੀ ਜੋ ਵੀ ਬਾਹਰ ਬੈਠਾ, ਜਿੱਥੋਂ ਵੀ ਬੈਠਾ, ਕੋਈ ਵੀ ਕੰਮ ਕਰ ਰਿਹਾ, ਤੇ ਸਾਡਾ ਜਿਹੜਾ ਦਿਲ ਆ ਪੰਜਾਬ ਦੇ ਵਿੱਚ ਹੀ ਆ। ਪਰਮਾਤਮਾ ਕਿਰਪਾ ਕਰੇ ਕਿ ਸਾਡੇ ਕਿਸਾਨ ਭਾਈ ਜਿਹੜੇ ਸਾਡੇ ਵੀਰ ਨੇ, ਸਾਰੇ ਹੀ ਜਿਹੜੇ ਹੈਗੇ ਸਕਸੈਸਫੁਲ ਹੋਣ ਆਪਦੀਆਂ ਖੇਤੀਆਂ 'ਚ, ਉਹਨਾਂ ਨੂੰ ਕੋਈ ਏਦਾਂ ਦੀ ਮਾਰ ਨਾ ਪਵੇ। ਏਦਾਂ ਦੇ ਚੋਰ ਜਿਹੜੇ ਆ, ਜਿਵੇਂ ਤੁਸੀਂ ਕਹਿੰਦੇ ਸੀ ਨਾ ਵੀ ਪੰਜਾਬ ਦੇ ਨਾਲ ਜਿਹੜੀ ਆਪਣੇ ਭੱਠਲ ਸਾਹਿਬ ਨੇ ਗੱਲ ਕੀਤੀ ਸੀ ਕਿ ਜਿਹੜੇ ਵੀ ਸਮਝਦਾਰ ਨੇ ਸਰਕਾਰਾਂ, ਹਰ ਇੱਕ ਚੋਰ ਸਮਝਦਾਰ, ਉਹਨਾਂ ਨੂੰ ਪਤਾ ਹੁੰਦਾ ਕਿ ਸੋਨਾ ਹੈ ਕਿੱਥੇ। ਇਸੇ ਕਰਕੇ ਧੱਕਾ ਉੱਥੇ ਹੀ ਹੁੰਦਾ ਵਾ, ਉੱਥੇ ਹੀ ਚੋਰੀ ਹੁੰਦੀ ਆ। ਤੇ ਇਸ ਕਰਕੇ ਸਰਕਾਰ ਦਾ ਇਹਦੀ ਇਕੱਲਾ ਪੁਰਾਣਾ ਦੇਖੇ ਇਤਿਹਾਸ ਆਪਣੇ ਮੁਗਲਾਂ ਦਾ ਵੀ, ਉਹ ਵੀ ਪੰਜਾਬ ਨੂੰ ਲੁੱਟਣ ਆਉਂਦੇ ਸੀ, ਬਿਹਾਰ ਨੂੰ ਲੁੱਟਣ ਕੌਣ ਗਿਆ? ਇਸ ਕਰਕੇ ਜਿੱਥੇ ਕੁਛ ਹੈ ਨਹੀਂ, ਉੱਥੇ ਲੁੱਟਣਾ ਵੀ ਕੀ ਹੈ। ਇਸ ਕਰਕੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ। ਤੇ ਇਸ ਕਰਕੇ ਮੈਂ ਇਹੀ ਕਹੂੰਗਾ ਕਿ ਪਰਮਾਤਮਾ ਇਹ ਕਰੇ ਕਿ ਪੰਜਾਬ ਦੇ ਲੋਕਾਂ ਨੂੰ ਤੇ ਸਾਨੂੰ ਸਾਰਿਆਂ ਨੂੰ ਇਤਫਾਕ ਬਖਸ਼ੇ, ਕਿ ਲੋਕ ਇੱਕ ਦੂਜੇ ਤੇ ਵਿਸ਼ਵਾਸ ਕਰੀਏ, ਤੇ ਜਿਹੜੇ ਲੋਕ ਇਹਨੂੰ ਐਜੀਟੇਸ਼ਨ ਨੂੰ ਢਾਹ ਲਾਉਣ ਨੇ, ਉਹਨਾਂ ਦੀ ਪਛਾਣ ਹੋਵੇ, ਉਹਨਾਂ ਨੂੰ ਪਿੱਛੇ ਕੀਤਾ ਜਾਵੇ। ਤੇ ਜਿਹੜੇ ਹਿਸਾਬ ਨਾਲ ਚੱਲ ਰਿਹਾ, ਬਹੁਤ ਹੀ ਵਧੀਆ ਚੱਲ ਰਿਹਾ। ਤੇ ਮੈਂ ਪਰਮਾਤਮਾ ਮੂਹਰੇ ਇਹੀ ਅਰਦਾਸ ਕਰਦੇ ਆ ਕਿ ਕੋਈ ਏਦਾਂ ਦੀ ਵਾਇਲੈਂਸ ਨਾ ਹੋਵੇ। ਬਹੁਤ ਸ਼ਾਂਤਮਈ ਚੱਲ ਰਿਹਾ, ਤੇ ਸ਼ਾਂਤਮਈ ਜਿਹੜੀ ਹੈਗੀ ਪ੍ਰੈਸ਼ਰ ਜਿਹੜਾ, ਤੇ ਗਵਰਨਮੈਂਟ ਨੂੰ ਵੀ ਚਾਹੀਦਾ, ਮੈਂ ਇਹੀ ਵਰਜ ਕਹੂੰਗਾ, ਗਵਰਨਮੈਂਟ ਵੀ ਸਰਕਾਰਾਂ ਵੀ ਜਿਹੜੀਆਂ ਨੇ, ਇਹ ਲੋਕਾਂ ਦੇ ਨਾਲ ਹੀ ਹੁੰਦੀਆਂ। ਲੋਕਾਂ ਨੂੰ ਦੁਖੀ ਕਰਕੇ ਕੋਈ ਸਰਕਾਰ ਜ਼ਿਆਦਾ ਚਿਰ ਨਹੀਂ ਚੱਲ ਸਕਦੀ। ਤੇ ਦੇਖੋ ਜਿਹੜਾ ਡਾਕਟਰ ਸਾਹਿਬ, ਮੈਂ ਮਾੜੀ ਜੀ ਆਪਾਂ ਹੁਣ ਐਂਡ 'ਚ ਪਹੁੰਚ ਚੁੱਕੇ ਆ। ਇੱਕ ਚੀਜ਼ ਆ, ਇਹ ਜਿੱਦਾਂ ਮੀਟਿੰਗਾਂ ਕਰਕੇ ਕਿਸਾਨਾਂ ਦੀ ਗੱਲ ਨਹੀਂ ਮੰਨ ਰਿਹਾ, ਇੱਕ ਸੰਘਰਸ਼ ਓਨਾ ਹੀ ਵੱਧਦਾ ਜਾ ਰਿਹਾ, ਓਨਾ ਹੀ ਇਹਨਾਂ ਦੀਆਂ ਜੜ੍ਹਾਂ ਜ਼ਿਆਦਾ ਪੁੱਟ ਹੋ ਰਹੀਆਂ ਸਰਕਾਰ ਦੀਆਂ। ਇਹਦੇ ਤੇ ਮੈਂ ਕੁਝ ਕਹਿਣਾ ਚਾਹੂੰਗਾ। ਤੇ ਹਾਂਜੀ ਇਹ ਜਿਹੜੀ ਗੱਲਾਂ ਹੁੰਦੀਆਂ ਨਾ, ਜਿਹੜੀ ਜਦੋਂ ਤੁਸੀਂ ਦੇਖਿਆ ਨਾ, ਕੋਈ ਬੰਦਾ, ਤੁਸੀਂ ਪੁਰਾਣੇ ਮੈਂ ਤੋਂ ਵੱਡੇ ਵੀ ਬੈਠੇ ਨੇ ਵੀਰ, ਤੇ ਜਦੋਂ ਕੋਈ ਮੱਝ ਲੈਣ ਜਾਂਦਾ ਸੀ ਨਾ, ਉਹ ਮੱਝ ਇੱਕ ਦਿਨ ਜਾ ਕੇ ਖਰੀਦ ਨਹੀਂ ਲੈ ਕੇ ਆਉਂਦਾ, ਉਹ ਦੇਖਦੇ ਹੁੰਦੇ ਵੀ ਬੰਦਾ ਖੜਾ ਕਿੱਥੇ ਆ। ਇਹ ਜਿਹੜੀ ਉਹਨਾਂ ਦੀਆਂ ਮੀਟਿੰਗਾਂ ਨੇ, ਉਹਨਾਂ ਦੇ ਵਿੱਚ ਉੱਥੇ IAS, ਉੱਥੇ ਏਦਾਂ ਦੇ ਵੱਡੇ ਜਿਹੜੇ ਬੈਠੇ ਆ, ਜਿਹੜੇ ਇਹਨਾਂ ਜਿਹੜੇ ਮੀਟਿੰਗ ਕਰਨ ਵਾਲਿਆਂ ਦੀ ਜਿਹੜੀ ਹੈਗੀ ਆ, ਉਹਨਾਂ ਦੀ ਨਿਗਾਹ ਨੂੰ ਦੇਖਦੇ ਆ, ਉਹਨਾਂ ਨੂੰ ਭਾਫਦੇ ਆ ਵੀ ਇਹ ਕਿੱਥੇ ਖੜੇ ਆ। ਇਸ ਕਰਕੇ ਜਿਹੜਾ ਸਟੈਂਡ ਆ ਸਾਡਾ, ਬਹੁਤ ਵਧੀਆ ਸਟੈਂਡ ਆ। ਇਸ ਕਰਕੇ ਇਹ ਮੀਟਿੰਗਾਂ ਦੇ ਵਿੱਚੋਂ ਇਹਨਾਂ ਨੇ ਕੱਢਣਾ ਹੁੰਦਾ ਵੀ ਕਿੱਥੇ ਇੱਕ ਗੱਲ ਖੜੀ ਆ। ਉਹ ਦੇਖਦੇ ਆ ਕਿ ਹਾਊ ਡੀਪ ਦ ਵਾਟਰ ਇਜ਼। ਤੇ ਇਸ ਕਰਕੇ ਇਹਨੂੰ ਇਹ ਕੋਈ ਨੁਕਸਾਨਦੇਹ ਨਹੀਂ ਹੈਗੀਆਂ, ਇਹ ਵਧੀਆ ਨੇ। ਤੇ ਲੇਕਿਨ ਸਾਡਾ ਵਧੀਆ ਆਪਦਾ ਸਟੈਂਡ ਤੇ ਰਹਿਣ,
ਹਾਂ ਇੰਨਾ ਹੀ ਜ਼ਰੂਰ ਆ ਵੀ ਗਵਰਨਮੈਂਟ ਜਿਹੜੀ ਆ ਗਵਰਨਮੈਂਟ ਦੇ ਕੋਲੇ ਹੋਰ ਕੋਈ ਚਾਰਾ ਵੀ ਨਹੀਂ ਹੈਗਾ, ਉਹਨਾਂ ਨੂੰ ਕਰਨਾ ਹੀ ਪਊਗਾ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਮੀਟਿੰਗਾਂ ਦੀ ਲੋੜ ਹੈ। ਹਾਂਜੀ ਮੀਟਿੰਗਾਂ ਨਾਲ ਹੀ ਮਸਲੇ ਹੱਲ ਹੁੰਦੇ ਆ, ਪਰ ਹਾਂਜੀ ਇਹ ਜਿਹੜੀਆਂ ਜ਼ਿਆਦਾ ਮੀਟਿੰਗਾਂ ਉਹ ਉਹਨਾਂ ਦੀ ਚਾਲ ਆ ਇੱਕ, ਤੇ ਉਹ ਚਾਲ ਦੇ ਵਿੱਚੋਂ ਲੋਕਾਂ ਨੂੰ ਭਾਪਣ ਦੇ ਲਈ, ਲੀਡਰਾਂ ਨੂੰ ਦੇਖਣ ਦੇ ਲਈ, ਇਹਨਾਂ ਦਾ ਸਟੈਮਿਨਾ ਦੇਖਣ ਦੇ ਲਈ, ਇਹਨਾਂ ਚੋਂ ਥੜਕਾਉਣ ਦੇ ਲਈ ਬੰਦਿਆਂ ਤੋਂ, ਜਿਹੜੀਆਂ ਅੰਡਰ ਕਵਰ ਪਰਦੇ ਦੇ ਪਿੱਛੇ ਜਿਹੜਾ ਕੁਝ ਹੋ ਰਿਹਾ ਨਾ, ਵੀ ਜਿਵੇਂ ਏਜੰਸੀਆਂ ਕਰ ਰਹੀਆਂ, ਜਿਨ੍ਹਾਂ ਦੇ ਵਿੱਚ ਜਿੱਦਣ ਤੁਸੀਂ ਦੇਖੋਗੇ ਵੀ ਜਿੱਦਣ ਇਹ ਸਮਝੌਤਾ ਹੋਣ ਲੱਗਿਆ ਨਾ, ਇੱਥੇ ਹੋਰ ਹੀ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕਦੇ ਕਿਸੇ ਨੇ ਸੁਣੀਆਂ ਨਹੀਂ ਹੋਣੀਆਂ, ਉਹ ਪਰਦੇ ਦੇ ਪਿੱਛੋਂ ਲਿਆ ਕੇ ਉਹਨਾਂ ਨੇ ਖੜੀਆਂ ਕਰਨੀਆਂ ਤੇ ਉਹਨਾਂ ਨੂੰ ਸਿਹਰਾ ਦੇਣ ਦੀ ਕੋਸ਼ਿਸ਼ ਕਰਨੀ ਆ। ਇਹ ਪੰਜਾਬ ਦੇ ਲੋਕ, ਪੰਜਾਬ ਦੇ ਕਿਸਾਨ ਜਥੇਬੰਦੀਆਂ ਕਿੰਨੇ ਤਕੜੇ ਆ, ਇਹਨਾਂ ਨੂੰ ਹਿੱਸਾ ਬਣਾਉਣਗੇ ਉਹ, ਜੇ ਇਹ ਤਕੜੇ ਹੀ ਰਹੇ। ਨਹੀਂ, ਇਹਨਾਂ ਨੂੰ ਪਾੜ ਕੇ ਤੇ ਇਹਨਾਂ ਨੂੰ, ਉਹ ਸਾਰਾ ਡਰਾਮਾ ਇਸੇ ਲਈ ਕਰ ਰਿਹਾ। ਉਹਨਾਂ ਨੂੰ ਇਹ ਤਾਂ ਪਤਾ ਵੀ ਅਸੀਂ ਕੀ ਮੰਨਣਾ ਕੀ ਨਹੀਂ ਮੰਨਣਾ, ਉਹਨਾਂ ਨੂੰ ਇਹ ਵੀ ਪਤਾ ਵੀ ਇਹਨਾਂ 'ਚ ਕਿੰਨਾ ਕੁ ਜ਼ੋਰ ਆ। ਉਹ ਜ਼ੋਰ ਅਜਮਾਉਂਦੇ ਆ, ਤੇ ਜ਼ੋਰ ਅਜਮਾਈ 'ਚ ਜੇ ਅਸੀਂ ਜਿੱਤ ਗਏ, ਅਸੀਂ ਤਕੜੇ ਰਹੇ ਜਿਹੜੀ ਜਿਵੇਂ ਅੱਜ ਤੱਕ ਹੈ, ਤਾਂ ਅਸੀਂ ਕੁਛ ਲੈ ਡਿੱਗਾਂਗੇ। ਨਹੀਂ ਤਾਂ ਫਿਰ ਉਹਨਾਂ ਨੇ ਆਪਣੀਆਂ ਸਿਆਸੀ ਚਾਲਾਂ ਦੇ ਵਿੱਚ, ਲੁੰਬੜ ਚਾਲਾਂ ਦੇ ਵਿੱਚ ਉਹਨਾਂ ਨੇ ਚੱਲੀ ਜਾਣੀ ਜੀ, ਆਪਣੀ ਸਿਆਸੀ ਚਾਲਾਂ ਉਹਨਾਂ ਨੇ ਚੱਲੀ ਜਾਣੀਆਂ। ਤੇ ਹਾਂਜੀ, ਬਹੁਤ ਹਾਂਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਜੀ। ਤੁਸੀਂ ਅਜੀਤ ਭੱਠਲ ਸਾਹਿਬ ਦਾ ਤੁਸੀਂ ਟਾਈਮ ਕੱਢਿਆ, ਡਾਕਟਰ ਸਾਹਿਬ ਨੇ ਕੈਨੇਡਾ ਤੋਂ ਟਾਈਮ ਕੱਢਿਆ, ਆਪਣੇ ਬਲ ਬਹਾਦਰ ਜੀ ਨੇ ਟਾਈਮ ਕੱਢਿਆ, ਤੇ ਆਪਣੇ ਬਲਜਿੰਦਰ ਰੂਬੀ ਜੀ ਸਾਡੇ ਨਾਲ ਹੋ ਕੇ ਜਿਹੜਾ ਨਾਲ ਭਾਜੀ ਤੁਸੀਂ ਇੰਨਾ ਕੰਮ ਕਰਦੇ ਆ। ਥੈਂਕ ਯੂ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਅਮਰਜੀਤ ਭਾਜੀ ਤੁਹਾਡਾ ਵੀ ਬਹੁਤ ਥੈਂਕ ਯੂ ਸਰ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਮਰਜੀਤ ਤੁਹਾਡਾ ਧੰਨਵਾਦ, ਦੋਨਾਂ ਦਾ ਜਿਹੜਾ ਇੰਨਾ ਕੰਮ ਕਰਦੇ ਹੋ, ਤੇ ਨਾਲ ਜਿਹੜੇ ਉੱਥੇ ਕਿਸਾਨ ਬੈਠੇ ਆ ਜਿਨ੍ਹਾਂ ਨੇ ਇਹ ਸਾਰਿਆਂ ਲਈ ਲੜ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਹੀ ਗੱਲ ਹੈ ਜੀ, ਉਹਨਾਂ ਦਾ ਜ਼ਿਆਦਾ ਧੰਨਵਾਦ ਜੀ। ਹਾਂਜੀ, ਜਿਹੜੇ ਉੱਥੇ ਬੈਠੇ ਆ ਠੰਡਾਂ ਦੇ ਵਿੱਚ ਬੈਠ ਕੇ ਲੜ ਰਹੇ ਸੀ, ਤਾਂ ਫਿਰ ਵੀ ਕਮਰਿਆਂ 'ਚ ਬਹਿ ਕੇ ਬੋਲ ਰਹੇ ਆ। ਹਾਂਜੀ, ਸਾਰਿਆਂ ਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਫਿਰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦੀ। ਬਹੁਤ ਬਹੁਤ ਸਤਿ ਸ੍ਰੀ ਅਕਾਲ। 8:30 ਵਜੇ ਹੁਣ। ਥੈਂਕ ਯੂ ਜੀ ਸਾਰਿਆਂ ਦਾ, ਧੰਨਵਾਦ ਜੀ। ਓਕੇ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਗੁੱਡ ਨਾਈਟ ਜੀ। ਗੁੱਡ ਨਾਈਟ। ਗੁੱਡ ਨਾਈਟ।